ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ 'ਤੇ। ਤਾਂ ਅਸੀਂ 100 MCQs ਦੀ ਜਿਹੜੀ ਸੀਰੀਜ਼ ਕੀਤੀ ਹੈ ਸਟਾਰਟ, ਉਸ ਦਾ ਅੱਜ ਪਾਰਟ 2 ਹੈ ਸਾਡੇ ਕੋਲ। ਫਸਟ ਪਾਰਟ ਦੇ ਵਿੱਚ ਅਸੀਂ 50 ਕੁਐਸਚਨ ਕੀਤੇ ਸੀ, ਜੋ ਟੈਸਟ ਲਿੱਤਾ ਸੀ ਐਤਵਾਰ ਨੂੰ ਅਸੀਂ। ਅੱਜ ਅਸੀਂ ਕਰਨ ਜਾ ਰਹੇ ਹਾਂ 51 ਕੁਐਸਚਨ ਤੋਂ ਸਟਾਰਟ। 51 ਕੁਐਸਚਨ ਹੈ ਸਾਡਾ, ਕਹਿੰਦੇ ਵੀ ਸੋਲਵ ਕਰੋ 3 ਇੰਟੂ ਸਕੇਅਰ ਰੂਟ ਆਫ -36 ਇੰਟੂ ਸਕੇਅਰ ਰੂਟ ਆਫ -4 ਨੂੰ। ਤਾਂ ਰਾਜੇ ਸਾਨੂੰ ਪਤਾ ਹੈ ਸਕੇਅਰ ਰੂਟ ਆਫ -30 ਸਾਡੇ ਕੋਲ ਬਰਾਬਰ ਹੁੰਦਾ ਹੈ -1 ਇੰਟੂ 36 ਦੇ, ਅਤੇ ਅਸੀਂ ਇਸ ਨੂੰ ਲਿਖ ਸਕਦੇ ਹਾਂ ਸਕੇਅਰ ਰੂਟ ਆਫ 36 ਇੰਟੂ ਆਇਟਾ ਦੇ ਇਕੁਅਲ। ਅਤੇ 36 ਦਾ ਸਕੇਅਰ ਰੂਟ ਸਾਨੂੰ ਪਤਾ ਹੈ ਕਿੰਨਾ ਹੁੰਦਾ ਹੈ 6, ਅਤੇ ਨਾਲ ਕੀ ਆ ਗਿਆ ਆਇਟਾ। ਇਸੇ ਤਰ੍ਹਾਂ -4 ਦਾ ਜਿਹੜਾ ਹੈ ਆਨਸਰ ਆਵੇਗਾ ਸਕੇਅਰ ਰੂਟ ਦਾ, ਉਹ ਆਵੇਗਾ 2 ਆਇਟਾ। ਤਾਂ ਅਸੀਂ ਇੱਥੇ ਸੋਲਿਊਸ਼ਨ ਦੇ ਵਿੱਚ ਅਸੀਂ ਕੀ ਕਰਾਂਗੇ, 3 ਦਾ ਮਲਟੀਪਲਾਈ ਕਰਾਂਗੇ 6 ਆਇਟਾ ਦੇ ਨਾਲ, -4 ਦੀ ਜਗ੍ਹਾ ਅਸੀਂ ਲਿਖਾਂਗੇ 2 ਆਇਟਾ। ਤਾਂ ਰਾਜੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ, ਦੈਟ ਇਜ਼ 36 ਆਇਟਾ ਸਕੇਅਰ, ਜਿਸ ਨੂੰ ਅਸੀਂ -36 ਵੀ ਲਿਖ ਸਕਦੇ ਹਾਂ। ਤਾਂ ਇਹ ਆਪਸ਼ਨ ਸਾਡੀ ਕਰੈਕਟ ਆਪਸ਼ਨ ਹੈ। ਨੈਕਸਟ ਆ ਰਾਜੇ ਸਾਡੇ ਕੋਲ, ਕਹਿੰਦੇ ਇਫ x ਪਲਸ ਆਇਟਾ ਵਾਈ ਇੰਟੂ 3 - 4 ਆਇਟਾ ਬਰਾਬਰ ਦੇ ਰੱਖਿਆ 5 + 12 ਆਇਟਾ ਦੇ, ਤਾਂ ਫਾਈਂਡ ਕਰਨਾ ਹੈ ਸਕੇਅਰ ਰੂਟ ਆਫ x ਸਕੇਅਰ ਪਲਸ ਵਾਈ ਸਕੇਅਰ। ਸਕੇਅਰ ਰੂਟ ਆਫ x ਸਕੇਅਰ ਪਲਸ ਵਾਈ ਸਕੇਅਰ ਨੂੰ ਦੇਖ ਕੇ ਸਾਡੇ ਦਿਮਾਗ ਦੇ ਵਿੱਚ ਨਾਲ ਦੀ ਨਾਲ ਇੱਕ ਟਰਮ ਆਉਣੀ ਚਾਹੀਦੀ ਹੈ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਮੈਗਨੀਟਿਊਡ ਜਾਂ ਫਿਰ ਮੋਡ ਕਹਿੰਦੇ ਹਾਂ। ਮੈਗਨੀਟਿਊਡ ਅਸੀਂ ਫਾਈਂਡ ਆਊਟ ਕਰਦੇ ਹਾਂ ਸਕੇਅਰ ਰੂਟ ਆਫ x ਸਕੇਅਰ ਪਲਸ ਵਾਈ ਸਕੇਅਰ। ਅਗਰ ਗੱਲ ਕਰੀਏ ਮੋਡ ਆਫ z ਦੀ, ਤਾਂ ਮੋਡ ਆਫ z ਦੀ ਵੈਲਿਊ ਫਾਈਂਡ ਆਊਟ ਕਰਨ ਲਈ ਸਾਨੂੰ ਕਿਹਾ ਗਿਆ। ਹੁਣ z ਸਾਡੇ ਕੋਲ ਕਿਸ ਦੇ ਬਰਾਬਰ ਹੁੰਦਾ, ਉਹ ਬਰਾਬਰ ਹੁੰਦਾ x ਪਲਸ ਆਇਟਾ ਵਾਈ ਦੇ। ਇਹ ਅਸੀਂ ਸਪੋਜ਼ ਕਰਦੇ ਹਾਂ। ਚੱਲਦੇ ਹਾਂ ਅਸੀਂ ਸਟੇਟਮੈਂਟ ਦੇ ਵੱਲ। ਤਾਂ ਸਾਨੂੰ ਕਹਿੰਦੇ ਵੀ x ਪਲਸ ਆਇਟਾ ਵਾਈ ਦੀ ਮਲਟੀਪਲਾਈ 3 - 4 ਆਇਟਾ ਨਾਲ ਕਰ ਦਈਏ, ਤਾਂ ਸਾਡੇ ਕੋਲ 5 + 12 ਆਇਟਾ ਆਨਸਰ ਆ ਜਾਏਗਾ। ਤਾਂ ਰਾਜੇ ਅਸੀਂ ਇਸ ਨੂੰ ਰੀਅਰੇਂਜ ਕਰਕੇ ਕਿਸ ਤਰ੍ਹਾਂ ਲਿਖ ਸਕਦੇ ਹਾਂ, 5 + 12 ਆਇਟਾ ਦੀ ਡਿਵਾਈਡ ਕਰ ਦਾਂਗੇ 3 - 4 ਆਇਟਾ ਨਾਲ। ਹੁਣ ਇੱਥੇ ਰਾਜੇ ਦੋ ਮੈਥਡ ਨੇ ਇਹਨੂੰ ਸੋਲਵ ਕਰਨ ਦੇ। ਇੱਕ ਮੈਥਡ ਤਾਂ ਇਹ ਹੈ ਵੀ ਤੁਸੀਂ ਇਹਨੂੰ ਰੈਸ਼ਨਲਾਈਜ਼ ਕਰ ਦਿਓ। ਸੈਕਿੰਡ ਮੈਥਡ ਇਹ ਹੈ ਕਿ ਤੁਸੀਂ ਜਿਹੜਾ ਹੈ, ਯਾਦ ਹੈ ਤੁਹਾਨੂੰ ਪ੍ਰੋਪਰਟੀਜ਼ ਬਾਰੇ ਵੀ ਪਤਾ ਹੈ ਕਿ ਭਾਈ ਜਿਹੜੀ ਮੈਗਨੀਟਿਊਡ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਸਕੇਅਰ ਰੂਟ ਆਫ x ਸਕੇਅਰ ਪਲਸ ਵਾਈ ਸਕੇਅਰ ਦੇ। ਅਤੇ ਜੇ ਅਸੀਂ ਦੋਨਾਂ ਸਾਈਡ 'ਤੇ ਮੈਗਨੀਟਿਊਡ ਕਰ ਦਾਂਗੇ, ਤਾਂ ਸਾਡੇ ਕੋਲ ਲੈਫਟ ਹੈਂਡ ਸਾਈਡ 'ਤੇ ਸਾਡਾ ਜਿਹੜਾ ਫਾਈਂਡ ਆਊਟ ਕਰਨੀ ਆ ਉਹ ਵੈਲਿਊ ਆ ਜਾਊਗੀ, ਜੋ ਕਿ ਹੈ ਸਕੇਅਰ ਰੂਟ ਆਫ x ਸਕੇਅਰ ਪਲਸ ਵਾਈ ਸਕੇਅਰ। ਰਾਈਟ ਹੈਂਡ ਸਾਈਡ 'ਤੇ ਜੋ ਵੀ ਆਨਸਰ ਆਊਗਾ, ਉਹ ਸਾਡਾ ਜੋ ਵੀ ਸੋਲਵ ਕਰਕੇ ਵੈਲਿਊ ਹੋਊਗੀ, ਉਹ ਸਾਡਾ ਆਨਸਰ ਹੋਵੇਗਾ। ਇਹ ਆ ਜਾਊਗਾ 5 + 12 ਆਇਟਾ ਦਾ ਮੋਡ ਡਿਵਾਈਡਡ ਬਾਈ 3 - 4 ਆਇਟਾ ਦਾ ਮੋਡ। ਸਾਡੇ ਕੋਲ ਅਗਰ ਜੇ ਸਕੇਅਰ ਰੂਟ ਆਫ 25 + 144, ਨੀਚੇ ਸਾਡੇ ਕੋਲ ਆ ਗਿਆ ਸਕੇਅਰ ਰੂਟ ਆਫ 9 + 16 ਦੇ, ਤਾਂ ਆਨਸਰ ਕਿੰਨਾ ਆ ਗਿਆ ਰਾਜੇ 169 ਡਿਵਾਈਡਡ ਬਾਈ 25 ਦੇ, 13/5 ਜਿਹੜਾ ਸਾਡੇ ਕੋਲ ਆਨਸਰ ਆ ਗਿਆ। ਲੇਕਿਨ ਅਸੀਂ ਆਪਸ਼ਨਸ ਦੇ ਵਿੱਚ ਦੇਖਦੇ ਹਾਂ, ਸਾਡੇ ਕੋਲ 13/5 ਕਿਤੇ ਵੀ ਨਹੀਂ ਲਿਖਿਆ ਹੋਇਆ। ਇਸੇ ਕਰਕੇ ਕਰੈਕਟ ਆਨਸਰ ਕੀ ਹੈ ਸਾਡੇ ਕੋਲ, ਨਨ ਆਫ ਦੀ ਦੀਜ਼। ਜਿਹੜੇ ਇਹੋ ਜਿਹੇ ਕੁਐਸਚਨ ਨੇ ਨਾ ਰਾਜੇ, ਇਹੋ ਜਿਹੇ ਕੁਐਸਚਨ ਦੇ ਵਿੱਚ ਨਨ ਆਫ ਦੀ ਦੀਜ਼ ਦਾ ਜਿਹੜਾ ਆਪਸ਼ਨ ਆ, ਉਹ ਕਈ ਵਾਰ ਇਸ ਕਰਕੇ ਲਗਾਈ ਜਾਂਦੀ ਹੈ ਕਿ ਤੁਹਾਡਾ ਜਿਹੜਾ ਸੈਲਫ ਕਾਨਫੀਡੈਂਸ ਚੈੱਕ ਕੀਤਾ ਜਾਂਦਾ ਵੀ ਤੁਹਾਨੂੰ ਆਪ ਦੀ ਕੈਲਕੂਲੇਸ਼ਨ ਦੇ ਉੱਪਰ ਕਿੰਨਾ ਕੁ ਭਰੋਸਾ ਹੈ। ਨਹੀਂ ਤਾਂ ਹੋ ਸਕਦਾ ਤੁਸੀਂ ਇੱਥੇ ਸੋਚੋ ਵੀ ਕਿਤੇ ਮੇਰੇ ਤੋਂ ਗਲਤੀ ਤਾਂ ਨਹੀਂ ਹੋਗੀ, ਤੁਸੀਂ ਦੁਬਾਰਾ ਚੈੱਕ ਕਰਨ ਜਾਓਗੇ। ਜਦੋਂ ਤੁਸੀਂ ਦੁਬਾਰਾ ਚੈੱਕ ਕਰਨ ਜਾਓਗੇ, ਉਸੇ 'ਚ ਹੀ ਤੁਹਾਡਾ ਟਾਈਮ ਵੇਸਟ ਹੋਊ। ਅਤੇ ਐਗਜ਼ਾਮੀਨਰ ਵੀ ਇਸੇ ਚੀਜ਼ ਨੂੰ ਚੈੱਕ ਕਰਦਾ ਹੈ ਵੀ ਕਿਹੜਾ ਬੱਚਾ ਆਪ ਦੇ ਉੱਪਰ ਵਿਸ਼ਵਾਸ ਰੱਖ ਕੇ ਕੈਲਕੂਲੇਸ਼ਨ ਨੂੰ ਸੋਲਵ ਕਰਦਾ ਹੈ। ਨੈਕਸਟ ਆ ਸਾਡੇ ਕੋਲ, ਕਹਿੰਦੇ ਫਾਈਂਡ ਦਾ 53rd ਕੁਐਸਚਨ ਹੈ, ਕਹਿੰਦੇ ਫਾਈਂਡ ਦਾ ਸਕੇਅਰ ਰੂਟ ਆਫ -9 - 4 ਅਤੇ -18। ਹੁਣ ਅਸੀਂ ਲਾਸਟ ਜਿਹੜਾ ਕੁਐਸਚਨ ਕੀਤਾ ਸੀ ਉਸੇ ਨਾਲ ਰਿਲੇਟਡ ਹੀ ਹੈ। -9 ਜਿਹੜਾ ਬਰਾਬਰ ਅਸੀਂ ਲਿਖ ਸਕਦੇ ਹਾਂ 3 ਆਇਟਾ ਦੇ, -4 ਨੂੰ ਅਸੀਂ ਲਿਖ ਸਕਦੇ ਹਾਂ 2 ਆਇਟਾ ਦੇ ਇਕੁਅਲ, ਅਤੇ -18 ਆ ਗਿਆ ਸਾਡੇ ਕੋਲ। ਹੁਣ -18 ਹੈ, ਤਾਂ -18 ਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ, ਤਾਂ ਸਾਨੂੰ ਪਤਾ ਹੈ ਸਕੇਅਰ ਰੂਟ ਆਫ -1 ਤਾਂ ਆਇਟਾ ਆ ਗਿਆ। ਗੱਲ ਕਰੀਏ ਸਕੇਅਰ ਰੂਟ ਆਫ 18 ਦੀ, ਸਕੇਅਰ ਰੂਟ ਆਫ 18 ਨੂੰ ਅਸੀਂ ਕੀ ਲਿਖ ਸਕਦੇ ਹਾਂ, ਉਹ ਲਿਖ ਸਕਦੇ ਹਾਂ 3 ਸਕੇਅਰ ਰੂਟ ਆਫ 2 ਦੇ ਬਰਾਬਰ। ਹੁਣ ਸਾਡੇ ਕੋਲ ਇਹ ਸਾਰੀ ਵੈਲਿਊਜ਼ ਆ ਚੁੱਕੀਆਂ ਨੇ, ਅਤੇ ਇਹਨਾਂ ਨੂੰ ਆਪਸ 'ਚ ਕੀ ਕਰ ਦੇਣਾ, ਮਲਟੀਪਲਾਈ ਕਰ ਦੇਣਾ। ਤਾਂ ਇੱਥੇ ਵੈਲਿਊ ਜਦੋਂ ਸਬਸਟੀਟਿਊਟ ਕਰਾਂਗੇ, ਸਕੇਅਰ ਰੂਟ ਆਫ -9 ਦੀ ਜਗ੍ਹਾ 3 ਆਇਟਾ, ਸਕੇਅਰ ਰੂਟ ਆਫ -4 ਦੀ ਜਗ੍ਹਾ 2 ਆਇਟਾ, ਅਤੇ ਸਕੇਅਰ ਰੂਟ ਆਫ -18 ਦੀ ਜਗ੍ਹਾ 'ਤੇ 3 ਸਕੇਅਰ ਰੂਟ ਆਫ 2 ਇੰਟੂ ਆਇਟਾ। ਹੁਣ ਰਾਜੇ ਸਾਡੇ ਕੋਲ ਆਇਟਾ ਆਇਟਾ ਆਇਟਾ, ਤਾਂ ਇੱਥੇ ਆ ਗਿਆ ਆਇਟਾ ਕਿਊਬ, ਅਤੇ ਨਾਲ ਆਪਣੇ ਕੋਲ ਕਿੰਨਾ ਆ ਗਿਆ 3 3 × 9 9 2 × 18 18 ਰੂਟ 2 ਆਇਟਾ ਕਿਊਬ। ਤਾਂ ਆਨਸਰ ਕਿੰਨਾ ਆ ਗਿਆ -18 ਰੂਟ 2 ਆਪਣੇ ਕੋਲ ਕੀ ਆ ਗਿਆ
ਆਨਸਰ ਆ ਗਿਆ ਤੇ ਆਪਣੇ ਕੋਲ ਆਪਸ਼ਨ ਕੀ ਹੈ ਨਨ ਆਫ ਥੀਸ। ਤਾਂ ਤੁਸੀਂ ਇਸ 'ਚ ਵੀ ਦੇਖ ਸਕਦੇ ਹੋ ਕਿ ਆਪਾਂ ਇਸ 'ਚ ਸੋਚੀ ਪੈ ਜਾਵਾਂਗੇ ਵੀ ਸਾਡੀ ਜਿਹੜੀ ਕੈਲਕੂਲੇਸ਼ਨ ਤਾਂ ਨਹੀਂ ਕਿਤੇ ਰੋਂਗ। ਕੈਲਕੂਲੇਸ਼ਨ ਦਾ ਜੇ ਅਗਰ ਅਸੀਂ ਪ੍ਰੈਕਟਿਸ ਇੰਨੀ ਕਰ ਲਾਂਗੇ ਕਿ ਸਾਨੂੰ ਵਿਸ਼ਵਾਸ ਹੈ, ਔਰ ਉੱਥੇ ਤੁਹਾਡੇ ਕੋਲ ਸਮਾਂ ਵੀ ਨਹੀਂ ਹੋਣਾ ਕਿ ਤੁਸੀਂ ਦੁਬਾਰਾ ਚੈੱਕ ਕਰ ਪਾਓ। ਬਹੁਤ ਵੱਡੀ ਗਲਤੀ ਹੈ ਐਗਜ਼ਾਮ ਦੇ ਵਿੱਚ ਜੇ ਅਸੀਂ ਚੈੱਕ ਕਰਨ ਲੱਗ ਜਾਈਏ ਵੀ ਸਾਡੀ ਕੈਲਕੂਲੇਸ਼ਨ ਠੀਕ ਹੈ ਜਾਂ ਨਹੀਂ। ਇਸੇ ਲਈ ਕਹਿੰਦੇ ਹੁੰਦੇ ਆ ਵੀ ਪਹਿਲੀ ਵਾਰੀ ਤੁਸੀਂ ਧਿਆਨ ਨਾਲ ਕਰੋ, ਪਹਿਲੀ ਵਾਰੀ ਜਿਹੜਾ ਤੁਸੀਂ ਧਿਆਨ ਨਾਲ ਕੁਐਸਚਨ ਸੋਲਵ ਕਰੋ ਤਾਂ ਕਿ ਤੁਹਾਡੀ ਦੁਬਾਰਾ ਚੈਕਿੰਗ ਕਰਨ ਦੀ ਜ਼ਰੂਰਤ ਨਾ ਪਵੇ। ਅਤੇ ਜੇ ਗਲਤੀ ਹੋ ਵੀ ਜਾਵੇ ਤਾਂ ਤੁਸੀਂ ਉਹਨੂੰ ਫਾਈਂਡ ਆਊਟ ਕਰ ਸਕੋ। ਇੰਨਾ ਦਿਮਾਗ ਜਿਹੜਾ ਤੁਹਾਡਾ ਸ਼ਾਂਤ ਹੋਣਾ ਚਾਹੀਦਾ ਉਸ ਟਾਈਮ 'ਤੇ। ਨੈਕਸਟ ਆ ਸਾਡੇ ਕੋਲ ਕੁਐਸਚਨ ਨੰਬਰ 54 ਕੁਐਸਚਨ ਦੇ ਵਿੱਚ ਸਾਨੂੰ ਕਹਿੰਦੇ ਆ ਵੀ ਵਾਟ ਇਜ਼ ਦਾ ਡਿਸਟੈਂਸ ਆਫ ਦਾ ਰਿਪਰੈਜ਼ੈਂਟੇਟਿਵ ਆਫ ਨੰਬਰ 1 + ਆਇਟਾ ਫਰੋਮ ਓਰੀਜਨ ਇਨ ਆਰਗਨ ਪਲੇਨ। ਤਾਂ ਸਾਡੇ ਕੋਲ ਕੰਪਲੈਕਸ ਨੰਬਰ ਦੇ ਰੱਖਿਆ Z1 1 + ਆਇਟਾ ਅਤੇ ਸਾਨੂੰ ਕਹਿੰਦੇ ਆ ਇਹਦਾ ਡਿਸਟੈਂਸ ਫਾਈਂਡ ਆਊਟ ਕਰੋ ਫਰੋਮ ਓਰੀਜਨ, ਜਿਸ ਨੂੰ ਅਸੀਂ 0 + 0 ਆਇਟਾ ਜਾਂ ਫਿਰ 0 ਲਿਖ ਸਕਦੇ ਹਾਂ ਨਾ। ਤਾਂ ਹੁਣ ਅਸੀਂ ਡਿਸਟੈਂਸ ਫਾਈਂਡ ਆਊਟ ਕਰਨਾ ਹੈ। ਤਾਂ ਡਿਸਟੈਂਸ ਫਾਈਂਡ ਆਊਟ ਕਰਨ ਦਾ ਸਾਡੇ ਕੋਲ ਦੋ ਕੰਪਲੈਕਸ ਨੰਬਰ ਦੇ ਵਿੱਚ ਫਾਰਮੂਲਾ ਹੈਗਾ ਕਿ Z1 - Z2 ਦਾ ਮੋਡ। Z1 - Z2 ਕਰਕੇ ਸਾਡੇ ਕੋਲ 1 + ਆਇਟਾ ਨੂੰ ਮਾਈਨਸ ਕੀਤਾ ਜਾਵੇ 0 + 0 ਆਇਟਾ 'ਚ, ਅਤੇ ਸਾਨੂੰ ਆਨਸਰ ਮਿਲ ਜੂਗਾ 1 + ਆਇਟਾ ਹੀ ਆ ਜੂਗਾ। ਅਤੇ 1 + ਆਇਟਾ ਦਾ ਜਿਹੜਾ ਸਕੇਅਰ ਰੂਟ ਮੈਗਨੀਟਿਊਡ ਅਸੀਂ ਫਾਈਂਡ ਆਊਟ ਕਰਾਂਗੇ ਤਾਂ ਉਹ ਆ ਜੂ ਰਾਜੇ 1² + 1² = ਸਕੇਅਰ ਰੂਟ ਆਫ 2। ਤਾਂ ਆਪਸ਼ਨ ਡੀ ਜਿਹੜਾ ਸਾਡੇ ਕੋਲ ਕਰੈਕਟ ਆਨਸਰ ਆ ਗਿਆ। 55ਵਾਂ ਕੁਐਸਚਨ ਆ ਸਾਡੇ ਕੋਲ 55th ਕੁਐਸਚਨ ਆ ਰਾਜੇ, ਕਹਿੰਦੇ ਸਿਗਮਾ ਆਫ n = 0 to infinity 2 आयटा/3n। ਐਕਚੁਅਲੀ ਅਸੀਂ ਇੱਕ ਕੁਐਸਚਨ ਕੀਤਾ ਸੀ ਜਿਸ ਦੇ ਵਿੱਚ ਸਾਡੇ ਕੋਲ 3 आयटा/2n ਸੀਗਾ। ਆਪਸ਼ਨਾਂ ਵੀ ਉਸ 'ਚ ਡਿਫਰੈਂਟ ਸੀ, ਤਾਂ ਇੱਕ ਅਲੱਗ ਕੁਐਸਚਨ ਹੈ, ਠੀਕ ਹੈ ਜੀ। ਲੇਕਿਨ ਇਸ 'ਚ ਜਿਹੜਾ ਕੰਸੈਪਟ ਆ ਉਹ ਸੇਮ ਯੂਜ਼ ਹੁੰਦਾ ਹੈ। ਕੰਸੈਪਟ ਕੀ ਯੂਜ਼ ਹੁੰਦਾ ਕਿ ਸਾਨੂੰ ਪਤਾ ਹੈ ਸਭ ਤੋਂ ਪਹਿਲਾਂ ਸਿਗਮਾ ਸਾਨੂੰ ਕੀ ਕਹਿੰਦਾ, n ਦੀ ਵੈਲਿਊ ਜਿਹੜੀ ਹੈ 0 ਤੋਂ ਲੈ ਕੇ ਇਨਫਿਨਿਟੀ ਤੱਕ ਭਰੋ, ਸਿਗਮਾ ਕਹਿੰਦਾ ਪਲੱਸ ਕਰੋ। ਅਤੇ ਜਦੋਂ ਅਸੀਂ n ਦੀ ਵੈਲਿਊ 0 ਪੁੱਟ ਕੀਤੀ ਤਾਂ ਸਾਡੇ ਕੋਲ ਆ ਜਾਊ 2 आयटा/0 2 आयटा/3 ਪਲੱਸ 2 आयटा/3 ਪਲੱਸ 2 आयटा/3 ਪਲੱਸ 2 आयटा/3 ਪਲੱਸ ਅਪ ਟੂ ਸੋ ਐਨ ਇਨਫਾਈਨਾਈਟ ਟਰਮਸ ਤੱਕ ਅਸੀਂ ਇਹਨੂੰ ਲੈ ਕੇ ਜਾਣਾ। ਹੁਣ ਅਸੀਂ ਵੈਲਿਊ ਜਿਹੜੀ ਹੈ ਭਰ ਦਾਂਗੇ ਤਾਂ ਇੱਥੇ ਸਾਡੇ ਕੋਲ ਕੀ ਆ ਜਾਊਗਾ ਰਾਜੇ 1 ਆ ਜਾਊਗਾ। ਤਾਂ ਇਹ ਆਪਣੇ ਕੋਲ ਕਿਹੜੀ ਸੀਰੀਜ਼ ਬਣ ਗਈ, JP ਸੀਰੀਜ਼ ਬਣ ਗਈ। ਤਾਂ ਸਮ ਆਫ ਇਨਫਾਈਨਾਈਟ ਟਰਮ ਜਿਸ ਦੇ ਵਿੱਚ A ਦੀ ਵੈਲਿਊ ਆਪਣੇ ਕੋਲ 1 ਹੈ ਅਤੇ ਰੇਸ਼ੋ ਜਿਹੜੀ ਹੈ ਕਾਮਨ ਰੇਸ਼ੋ ਆਪਣੇ ਕੋਲ ਕਿੰਨੀ ਹੈ 2 आयटा/3 ਦੇ ਰੱਖੀ ਹੈ। ਤਾਂ ਇੱਥੇ ਆ ਜਾਊਗਾ ਆਪਣੇ ਕੋਲ A/1 - r ਆਪਣੇ ਕੋਲ ਕਿੰਨਾ 2 आयटा/3। ਤਾਂ ਇਹ ਆ ਗਿਆ ਰਾਜੇ 3/3 - 2 आयटा। ਹੁਣ ਚੈੱਕ ਕਰੋ ਕਿ ਤੁਹਾਨੂੰ ਆਪਸ਼ਨ ਦੇ ਵਿੱਚ 3/3 - 2 आयटा ਦੇ ਰੱਖਿਆ ਨਹੀਂ, ਤਾਂ ਇਹਦਾ ਮਤਲਬ ਸਾਨੂੰ ਇਸ ਨੂੰ ਸਟੈਂਡਰਡ ਫਾਰਮ ਦੇ ਵਿੱਚ ਬਣਾਉਣਾ ਪੈਣਾ ਹੈ। ਸਟੈਂਡਰਡ ਫਾਰਮ 'ਚ ਬਣਾਉਣ ਲਈ ਅਸੀਂ ਰੈਸ਼ਨਲਾਈਜ਼ ਕਰਾਂਗੇ, ਆਪਣੇ ਕੋਲ ਆਨਸਰ ਕਿੰਨਾ ਆ ਜਾਊਗਾ, ਆਨਸਰ ਆ ਜਾਊਗਾ 9 + 6 आयटा / 9 + 4, ਜਿਸ ਨੂੰ ਅਸੀਂ ਲਿਖ ਸਕਦੇ ਹਾਂ 9 + 6 आयटा / 13। ਤਾਂ ਆਪਸ਼ਨ ਚੈੱਕ ਕਰੋ ਆਪਣੀ B ਜਿਹੜੀ ਆ ਉਹ ਕਰੈਕਟ ਆਪਸ਼ਨ ਹੈ। ਨੈਕਸਟ ਆ ਸਾਡੇ ਕੋਲ ਜੇ ਮੋਡੂਲਸ ਫਾਈਂਡ ਆਊਟ ਕਰਨਾ ਹੈ। ਮੋਡੂਲਸ ਫਾਈਂਡ ਆਊਟ ਕਰਨ ਲਈ ਸਾਨੂੰ ਪਤਾ ਹੈ 1 + 2 आयटा ਦਾ ਮੋਡ ਅਲੱਗ-ਅਲੱਗ ਕਰਕੇ ਵੀ ਲਿਖ ਸਕਦੇ ਹਾਂ / 1 - आयटा ਦਾ ਹੋਲ ਸਕੇਅਰ ਦਾ ਮੋਡ 1 ਆਊਗਾ ਇੱਥੇ। ਤਾਂ ਇਹਦਾ ਮੋਡ ਜਿਹੜਾ ਅਸੀਂ ਕਰ ਦਾਂਗੇ। ਮੋਡੂਲਸ ਦਾ ਇਹੀ ਕੰਸੈਪਟ ਹੈ ਕਿ ਉੱਪਰ ਵੀ ਮੋਡ ਕਰ ਸਕਦੇ ਹਾਂ। Z1/Z2 ਦਾ ਮੋਡੂਲਸ ਸਾਨੂੰ ਪਤਾ ਹੈ ਬਰਾਬਰ ਹੁੰਦਾ Z1 ਮੋਡ ਦੇ ਅਤੇ Z2 ਮੋਡ ਦੇ। ਵੱਖ-ਵੱਖ ਕਰਕੇ ਵੀ ਮੋਡੂਲਸ ਜਿਹੜਾ ਅਸੀਂ ਨਿਊਮੀਨੇਟਰ ਡਿਨੋਮੀਨੇਟਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਨੈਕਸਟ ਹੈ ਸਾਡੇ ਕੋਲ ਰਾਜੇ ਕਿ ਇਹਨੂੰ ਅਸੀਂ ਸੋਲਵ ਕਿਸ ਤਰ੍ਹਾਂ ਕਰਨਾ ਹੈ। ਹੁਣ ਉੱਪਰ ਆ ਗਿਆ 1 + 2 आयटा ਦਾ ਮੋਡ, ਨੀਚੇ ਜਦੋਂ ਅਸੀਂ ਇਹਨੂੰ 1 - आयटा ਸਕੇਅਰ ਨੂੰ ਜਿਹੜਾ ਓਪਨ ਕਰਾਂਗੇ ਤਾਂ ਸਾਡੇ ਕੋਲ ਆ ਜੂ 1² + आयटा ਸਕੇਅਰ - 2 आयटा। ਆਹ ਦੋਨੇ ਕੈਂਸਲ ਆਊਟ ਹੋ ਜਾਣ ਅਤੇ ਆਨਸਰ ਆ ਜੂ ਆਪਣੇ ਕੋਲ -2 आयटा। ਇੱਥੇ ਹੁਣ ਅਸੀਂ ਕੀ ਕਰਾਂਗੇ ਤਾਂ A² + A² + B² - 2AB। ਤਾਂ आयटा ਸਕੇਅਰ ਅਤੇ 1 ਕੈਂਸਲ ਆਊਟ ਹੋ ਗਏ ਕਿਉਂਕਿ आयटा ਸਕੇਅਰ ਦੀ ਵੈਲਿਊ ਸਾਡੇ ਕੋਲ -1 ਹੁੰਦੀ ਹੈ ਨਾ। ਤਾਂ ਆਨਸਰ ਕਿੰਨਾ ਆ ਗਿਆ -2 आयटा। ਹੁਣ ਜੇ ਇੱਥੇ ਅਸੀਂ ਇਸ ਜਗ੍ਹਾ 'ਤੇ -2 आयटा ਭਰਾਂਗੇ ਤਾਂ 1 - -2 आयटा ਦਾ ਮੋਡ। ਤਾਂ ਮਾਈਨਸ ਆਪਣੇ ਕੋਲ ਕੀ ਹੋ ਗਿਆ ਇੱਥੇ ਪਲੱਸ ਹੋ ਗਿਆ, ਤਾਂ ਅੰਦਰ ਆ ਗਿਆ 1 + 2 आयटा। ਅਤੇ ਉੱਪਰ ਵੀ ਸਾਡੇ ਕੋਲ ਕੀ ਦੇ ਰੱਖਿਆ 1 + 2 आयटा। ਇਹਨੂੰ ਵੀ ਜਦੋਂ ਓਪਨ ਕਰਾਂਗੇ ਨਿਊਮੀਨੇਟਰ ਨੂੰ ਤਾਂ ਅਤੇ ਡਿਨੋਮੀਨੇਟਰ ਨਾਲ ਕੀ ਹੋ ਜੂ
कैंसल आउट हो जू तो आंसर कितना आ गया अपने को ऑप्शन ए। 57वां क्वेश्चन है साडे कोल, कहंदे फाइंड द मल्टीप्लीकेटिव इनवर्स ऑफ 7 + 24 आइटा। मल्टीप्लीकेटिव इनवर्स पता करना है। मल्टीप्लीकेटिव इनवर्स पता करने लिए सानू पता है मल्टीप्लीकेटिव इनवर्स ऑफ Z साडे कोल बराबर हुंदा है 1/Z दे। इस तरह जब जे आप Z नू 7 + 24 आइटा मनीए तो अपने कोल मल्टीप्लीकेटिव इनवर्स ऑफ 7 + 24 आइटा की होवेगा, वो होवेगा 1/7 + 24 आइटा। हुण तुसीं ऑप्शनस चैक करो, ऑप्शनस दे विच किते भी आह 1/7 + 24 आइटा नहीं लिखिया होया। सपोज जिहड़ी साडे कोल एक ऑप्शन मान लो ई ऑप्शन बना दित्ती जावे जिसनूं असीं कह दित्ता जावे 7 + 24 आइटा हैगा। तर जे तुसीं जदों इहनूं स्टैंडर्ड फॉर्म दे विच असीं बना लांगे तो साडे कोल स्टैंडर्ड फॉर्म दे विच बनाउण तो बाद एक आंसर आवेगा। ठीक है जी, सपोज वो आंसर भी जिहड़ा साडे कोल ऑप्शनस 'च दे रखिया गा। ठीक है, हुण तुसीं जिहड़ी ऑप्शन वो चूज़ करोगे भी जिहड़ी स्टैंडर्ड फॉर्म वाली है, या फिर वो ऑप्शन चूज़ करोगे जिहड़ी जस्ट मल्टीप्लीकेटिव इनवर्स फाइंड आउट करन तो बाद आई है। तर जे ई ऑप्शन उस टाइम ते गलत हो जाऊगी क्योंकि सानू जिहड़ा है प्रैफरेंस स्टैंडर्ड फॉर्म नूं ही देनी है। ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਹੁਣ ਇਹਦੀ ਸਟੈਂਡਰਡ ਫਾਰਮ ਨੂੰ ਫਾਈਂਡ ਆਊਟ ਕਰਾਂਗੇ, ਨਾ ਕਿ ਇੱਥੇ ਹੀ ਆਨਸਰ ਛੱਡ ਦਾਂਗੇ। ਵੈਸੇ ਵੀ ਸਾਡੀ ਆਪਸ਼ਨਸ ਦੇ ਵਿੱਚ ਸਟੈਂਡਰਡ ਫਾਰਮ ਹੀ ਦੇ ਰੱਖੀ ਹੈ, ਆਇਟਾ ਸਭ ਦੇ ਵਿੱਚ ਨਿਊਮੀਨੇਟਰ ਦੇ ਵਿੱਚ ਲਿਖਿਆ ਹੋਇਆ ਹੈ। ਤਾਂ ਤੁਸੀਂ ਆਪਸ਼ਨਸ ਨੂੰ ਵੀ ਧਿਆਨ ਨਾਲ ਦੇਖਣਾ ਹੈ। 7 - 24 आइटा डिवाइडेड बाय 7 - 24 आइटा, तो ऊपर आ गया 7 - 24 आइटा, नीचे आ गया 49 प्लस 24 का स्केयर। 24 का स्केयर साढ़े कोल कितना आ गया, वो आ गया 576 आ गया ना। तो इनू असी लिख सकते हैं 7 - 24 आइटा डिवाइडेड बाय 625 दे। हुण असी देखांगे ऑप्शनस वाल, तो ऑप्शन देखो 7 - 24 आइटा डिवाइडेड बाय 625, तो बी ऑप्शन जी साढ़े को करैक्ट ऑप्शन आ गई 57वें क्वेश्चन की। नैक्सट है साढ़े को 77वां क्वेश्चन। एक्चुअल दे विच की होया कि 58 तो लैके 77 मतलब 76 तक ਜਿਹੜੇ ਸਾਡੇ क्वेश्चन ने रजे 77वां भी ਜਿਹੜਾ रिपीट हो गए साढ़े को क्वेश्चनस 58 तो लैके 77 तक। तो 19 क्वेश्चन ਇਹੋ ਜਿਹੇ ਨੇ ਜਿਹੜੇ ਸਾਡੇ ਕੋਲ रिपीट होए ने। तो तुसी 19 क्वेश्चन ਜਿਹੜੇ 58 तो लैके 77 तक ਜਿਹੜੇ क्वेश्चन ने 19 क्वेश्चन साढ़े को रिपीट हो गए। तो इन्हां 19 क्वेश्चन ਨੂੰ ਛੱਡ ਕੇ ਤੁਸੀਂ ਜਿਹੜਾ 81 ਮਾਰਕਸ ਦੇ ਵਿੱਚੋਂ ਆਪਣਾ ਟੋਟਲ फाइंड आउट करके मैनू दस देना। ये 19 क्वेश्चन ਨੂੰ ਛੱਡ दो क्योंकि ये रिपीट हो गए, इस लिए मेरे को 25 तो 30 क्वेश्चन ਜਿਹੜੇ बच गए। क्योंकि की होया ਜਦੋਂ मैं असाइनमेंट ਦੇ ਵਿੱਚੋਂ क्वेश्चन ਨੂੰ कॉपी पेस्ट ਕੀਤਾ ਤਾਂ ਉਹ 2 बार कॉपी पेस्ट हो गया एक्चुअल ਦੇ ਵਿੱਚ। तो मैं इस चीज़ वाल ध्यान नहीं दिता क्योंकि क्वेश्चन बहुत ज़्यादा सी रजे। प्रॉब्लम यह आ गई कि क्वेश्चन बहुत ज़्यादा, लेकिन अगर मैं घट क्वेश्चन का टैसट लवां, अगर मैं लवां 40 क्वेश्चन का टैसट या 50 क्वेश्चन का टैसट, तो ਉਹਦੇ ਨਾਲ ਨਾ ਤੁਹਾਨੂੰ ਤੁਹਾਡੀ ਸਿਟਿੰਗ ਨਹੀਂ ਪਤਾ ਲੱਗਣੀ। ਮੇਰਾ ਜਿਹੜਾ ਹੈ ਇਹ 100 क्वेश्चन या 150 क्वेश्चन ਦਾ ਟੈਸਟ ਲੈਣ ਦਾ ਸਿਰਫ ਇੱਕ ਕਾਰਨ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਤੁਸੀਂ 150 ਕੁਐਸਚਨ ਕਰਨੇ ਨੇ। ਤਾਂ ਤੁਹਾਨੂੰ ਜਿਹੜਾ ਹੈ 100 ਕੁਐਸਚਨ ਕਰਕੇ ਆਪਣੀ ਸਿਟਿੰਗ ਬਾਰੇ ਪਤਾ ਲੱਗ ਜੇ ਵੀ ਅਸੀਂ ਕਿੰਨਾ ਟਾਈਮ ਜਿਹੜਾ ਬੈਠ ਸਕਦੇ ਹਾਂ। ਕੁਝ ਬੱਚੇ ਇਹੋ ਜਿਹੇ ਨੇ ਜਿਹੜੇ ਬੈਠ ਨਹੀਂ ਸਕਦੇ 150 ਮਿੰਟ ਜਾਂ 100 ਮਿੰਟ, ਕਿਉਂਕਿ ਸਾਨੂੰ ਜਿਹੜਾ ਹੈ ਇੰਨੀ ਸਿਟਿੰਗ ਨਹੀਂ ਹੁੰਦੀ ਸਾਡੀ ਬੈਠਣ ਦੀ। ਤਾਂ ਮੈਂ ਇਹੀ ਚਾਹੁੰਦਾ ਕਿ ਤੁਸੀਂ ਕੁਐਸਚਨਸ ਨੂੰ 100 ਕੁਐਸਚਨਸ ਨੂੰ ਇੱਕ ਵਾਰ ਬੈਠ ਗਏ ਤਾਂ ਕਰ ਸਕੋ ਪੂਰੇ ਟਾਈਮ ਦੇ ਵਿੱਚ, ਇੱਦਾਂ ਦੀ ਤੁਹਾਡੀ ਜਿਹੜੀ ਪ੍ਰੈਕਟਿਸ ਹੋ ਜੇ। ਇਸੇ ਕਰਕੇ 100 ਕੁਐਸਚਨ ਦਾ ਟੈਸਟ ਲਿੱਤਾ ਸੀ, 150 ਕੁਐਸਚਨ ਦਾ ਟੈਸਟ ਲਿੱਤਾ ਸੀ। ਲੇਕਿਨ ਆ ਜਿਹੜੀ ਰਿਪੀਟ ਵਾਲੀ ਗਲਤੀ ਹੈ ਇਸ ਨੂੰ ਮੈਂ ਚੇਂਜ ਕਰਕੇ, ਕਿਉਂਕਿ ਹੁਣ ਇਹ ਸਾਡਾ ਇੱਕ ਵਾਰ ਟੈਸਟ ਨਹੀਂ ਹੋਣਾ, ਦੁਬਾਰਾ ਵੀ ਹੋਣਾ ਹੈ। ਜਦੋਂ ਸਾਡਾ ਸਿਲੇਬਸ ਕੰਪਲੀਟ ਹੋ ਗਿਆ ਤਾਂ ਦੁਬਾਰਾ ਉਸ ਤੋਂ ਬਾਅਦ ਟੈਸਟ ਸੀਰੀਜ਼ ਹੀ ਚੱਲਣੀ ਹੈ। ਤਾਂ ਕੋਸ਼ਿਸ਼ ਕਰੂੰਗਾ ਕਿ ਜਿੰਨੇ ਨਵੇਂ ਕੁਐਸਚਨ ਲੱਭ ਸਕਾਂ। ਆਲਰੇਡੀ ਮੇਰੇ ਕੋਲ 30 ਕੁਐਸਚਨ ਹੋਰ ਪਏ ਨੇ ਕਿਉਂਕਿ ਆਹ ਕੁਐਸਚਨ ਰਿਪੀਟ ਹੋ ਗਏ। ਤਾਂ ਉਸ ਟਾਈਮ ਮੈਨੂੰ ਵੀ ਲੱਗਿਆ ਕਿ 25-30 ਕੁਐਸਚਨ ਕਿੱਦਾਂ ਬਚ ਗਏ, ਉਦੋਂ ਮੈਂ ਧਿਆਨ ਨਹੀਂ ਦਿੱਤਾ। ਤਾਂ ਰਜੇ ਇਸ ਚੀਜ਼ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਕਿ 78th ਕੁਐਸਚਨ ਸਾਡੇ ਕੋਲ ਹੈਗਾ ਗਾ। ਕਹਿੰਦੇ ਵੀ if argument of z is less than 0 then argument of -z minus argument of z is equal to। ਇਹੋ ਜਿਹੇ ਕੁਐਸਚਨ ਬਹੁਤ ਆਉਂਦੇ ਨੇ। ਆਰਗੂਮੈਂਟ ਆਫ z ਮਾਈਨਸ ਆਰਗੂਮੈਂਟ ਆਫ z ਬਾਰ ਵਾਲਾ ਇੱਕ ਕੁਐਸਚਨ ਅਸੀਂ ਕੀਤਾ ਸੀ ਜਿਸ 'ਚ ਜਰਨਲ ਵੈਲਿਊ ਫਾਈਂਡ ਆਊਟ ਕੀਤੀ ਸੀ। ਇੱਕ 78th ਕੁਐਸਚਨ ਆ ਗਿਆ ਸਾਡੇ ਕੋਲ, ਕਹਿੰਦੇ ਵੀ ਆਰਗੂਮੈਂਟ ਆਫ z ਜਿਹੜਾ ਉਹ ਲੈਸ ਦੈਨ 0 ਹੈ। बड़ा ही इंपॉर्टेंट क्वेश्चन है। मैनू इदा क्यों लग रहा है भी ये क्वेश्चन पेपर च आऊगा क्योंकि ये क्वेश्चन ना थोड़ा डायग्रामेटिकली भी रिप्रजेंटेशन हैगी इसकी। मैं तुहानूं दस देना किस तरह। ये साडे कोल 78th क्वेश्चन है। सपोज इस दे विच सानूं कहा गया, कहंदे भी तुहाडे कोल आर्गूमेंट ऑफ Z जिहड़ा वो लैस दैन 0 है। ਤੁਹਾਨੂੰ शायद पता होना है कि जिन्होंने बच्चों ने लैक्चरस किए ने मेरे नाल, असी आर्गूमेंट ऑफ Z नूं ना सपोज करते हुंदे सीगे। आर्गूमेंट ऑफ Z नूं असी सपोज करते सीगे थीटा दे इक्वल। तो उस तो बाद असी जिहड़ी वैल्यूज़ ने आर्गूमेंट ऑफ Z बार, आर्गूमेंट ऑफ -z बार, इन्हां नूं जिहड़ा
ਜਿਹੜਾ ਫਾਈਂਡ ਆਊਟ ਕਰਦੇ ਹੁੰਦੇ ਸੀ। ਲੇਕਿਨ ਇਸ ਕੇਸ ਦੇ ਵਿੱਚ ਰਾਜੇ ਧਿਆਨ ਦੇਣ ਵਾਲੀ ਗੱਲ ਹੈ ਕਿ ਆਰਗੂਮੈਂਟ ਆਫ ਜਿਹੜਾ Z ਆ ਉਹਨੂੰ 0 ਤੋਂ ਛੋਟਾ ਕਿਹਾ ਗਿਆ ਕਿ ਉਹਦੀ ਵੈਲਿਊ ਜਿਹੜੀ ਹੈ 0 ਤੋਂ ਘੱਟ ਹੋਣੀ ਚਾਹੀਦੀ ਹੈ, ਨੈਗੇਟਿਵ ਹੋਣੀ ਚਾਹੀਦੀ ਹੈ। ਤਾਂ ਇੱਥੇ ਜਿਹੜਾ ਹੈ ਅਸੀਂ ਆਰਗੂਮੈਂਟ ਆਫ Z ਸਪੋਜ਼ ਕਰਾਂਗੇ, ਆਰਗੂਮੈਂਟ ਆਫ ਜਿਹੜਾ Z ਸਪੋਜ਼ ਕਰਾਂਗੇ ਉਹ ਸਪੋਜ਼ ਕਰਾਂਗੇ ਮਾਈਨਸ ਥੀਟਾ, ਅਤੇ ਥੀਟਾ ਜਿਹੜਾ ਹੋਊਗਾ ਉਹ ਆਪਣੇ ਕੋਲ ਗ੍ਰੇਟਰ ਦੈਨ 0 ਹੋਊਗਾ। ਗ੍ਰੇਟਰ ਦੈਨ 0 ਦਾ ਮਤਲਬ ਹੁਣ ਮੰਨ ਲਓ ਥੀਟਾ ਤੁਸੀਂ -120 ਡਿਗਰੀ ਲੈ ਲਓ ਮੰਨ ਲਓ, ਅਤੇ ਆਰਗੂਮੈਂਟ ਆਫ Z ਜਿਹੜਾ ਬਰਾਬਰ ਹੈ ਮਾਈਨਸ ਥੀਟਾ ਦੇ, ਉਹ ਕਿੰਨਾ ਹੋ ਜੂ, ਉਹ ਹੋ ਜੂ ਮਾਈਨਸ ਇੰਟੂ ਮਾਈਨਸ 120 ਡਿਗਰੀ, ਕਿੰਨਾ ਆ ਗਿਆ 120 ਡਿਗਰੀ। ਜਦ ਕਿ ਸਾਨੂੰ ਕੰਡੀਸ਼ਨ ਕੀ ਲਾਈ ਹੈ, ਆਰਗੂਮੈਂਟ ਆਫ Z ਲੈਸ ਦੈਨ 0 ਹੋਣਾ ਚਾਹੀਦਾ, ਮਤਲਬ ਨੈਗੇਟਿਵ 'ਚ ਹੋਣਾ ਚਾਹੀਦਾ। ਇਸੇ ਕਰਕੇ ਜਿਹੜੀ ਥੀਟਾ ਦੀ ਵੈਲਿਊ ਹੈ ਤੁਸੀਂ ਉਹ ਤਾਂ ਪੋਜ਼ੀਟਿਵ ਹੋਊਗੀ, ਲੇਕਿਨ ਆਰਗੂਮੈਂਟ ਆਫ Z ਜਿਹੜਾ ਹੈ ਉਹ ਆਪਣੇ ਕੋਲ ਕੀ ਹੋਊਗਾ, ਨੈਗੇਟਿਵ ਹੋਊਗਾ, ਲੈਸ ਦੈਨ 0 ਹੋਊਗਾ। ਤਾਂ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਹੈ ਉਹ ਇਹ ਹੈ ਕਿ ਆਰਗੂਮੈਂਟ ਆਫ Z ਦੀ ਜਿਹੜੀ ਵੈਲਿਊ ਹੈ ਉਹ ਅਸੀਂ ਕੀ ਸਪੋਜ਼ ਕਰਾਂਗੇ, ਇੱਥੇ ਲਿਖ ਦਿੰਦਾ ਮੈਂ, ਲੈਟ ਆਰਗੂਮੈਂਟ ਆਫ Z ਇਜ਼ ਇਕਲ ਟੂ ਮਾਈਨਸ ਥੀਟਾ। ਲੇਕਿਨ ਅਸੀਂ ਜਰਨਲ ਦੇ ਵਿੱਚ ਕੀ ਸਪੋਜ਼ ਕਰ ਦਿੰਦੇ ਸੀ, ਜੋ ਅਸੀਂ ਲੈਕਚਰ 'ਚ ਪੜ੍ਹਿਆ ਉਹ ਕਰ ਦਿੰਦੇ ਸੀ ਪਲੱਸ ਥੀਟਾ, ਲੇਕਿਨ ਇੱਥੇ ਕੰਡੀਸ਼ਨ ਦੇ ਦਿੱਤੀ ਗਈ ਹੈ ਵੀ ਨੈਗੇਟਿਵ ਹੋਣਾ ਚਾਹੀਦਾ, ਇਸੇ ਕਰਕੇ ਅਸੀਂ ਮਾਈਨਸ ਥੀਟਾ ਇਹਨੂੰ ਸਪੋਜ਼ ਕਰਕੇ ਚੱਲੇ ਹਾਂ। ਹੁਣ ਇਹਨੂੰ ਨੈਗੇਟਿਵ ਸਪੋਜ਼ ਕਰਨ ਦੇ ਨਾਲ ਦੇਖੋ ਕੀ ਫ਼ਰਕ ਪੈ ਗਿਆ। ਤੁਹਾਨੂੰ ਪਤਾ ਹੈ ਕਿ ਜੇ ਅਗਰ ਗੱਲ ਕਰੀਏ ਨੈਗੇਟਿਵ ਹੋਣ ਦੀ, ਇਹਨੂੰ ਮੈਂ ਦੁਬਾਰਾ ਬਣਾ ਲੈਣਾ ਕੋਆਰਡੀਨੇਟ ਐਕਸਿਸ ਨੂੰ, ਜੇ ਅਗਰ ਗੱਲ ਕਰੀਏ ਨੈਗੇਟਿਵ ਹੋਣ ਦੀ ਰਾਜੇ ਕਿ ਆਰਗੂਮੈਂਟ ਆਫ Z ਜਿਹੜਾ ਆਪਣੇ ਕੋਲ ਉਹ ਮਾਈਨਸ ਥੀਟਾ ਹੋ ਗਿਆ, ਉਹਦੇ ਨਾਲ ਕੀ ਫ਼ਰਕ ਪੈ ਗਿਆ ਤਾਂ ਦੇਖਦੇ ਹਾਂ। ਅਸੀਂ ਜਦੋਂ ਪਹਿਲਾਂ ਦੇ ਕੇਸ, ਮੈਂ ਕੰਪੈਰੀਜ਼ਨ ਕਰਕੇ ਚੱਲ ਰਿਹਾ ਤਾਂ ਕਿ ਤੁਹਾਨੂੰ ਸਮਝਣਾ ਈਜ਼ੀ ਹੋ ਜੇ। ਅਗਰ ਅਸੀਂ ਗੱਲ ਕਰੀਏ ਇਨ ਜਰਨਲ ਮੀਨਸ ਜਦੋਂ ਅਸੀਂ ਲੈਕਚਰ 'ਚ ਪੜ੍ਹਿਆ ਸੀ ਤਾਂ ਅਸੀਂ ਇੱਥੇ ਥੀਟਾ ਸਪੋਜ਼ ਕੀਤਾ ਸੀ, ਇੱਥੇ ਅਸੀਂ ਸਪੋਜ਼ ਕੀਤਾ ਸੀ ਥੀਟਾ, ਇੱਥੇ ਸਪੋਜ਼ ਕੀਤਾ ਸੀ Z, ਇੱਥੇ ਸਪੋਜ਼ ਕੀਤਾ ਸੀ Z ਬਾਰ। ਅਸੀਂ ਕਿਹਾ ਸੀ ਜਿਹੜਾ Z ਬਾਰ ਹੈ ਉਹ Z ਦੀ ਇਮੇਜ ਹੈ ਵਿਦ ਰਿਸਪੈਕਟ ਟੂ X ਐਕਸਿਸ। ਹੁਣ ਇੱਥੇ ਜਿਹੜਾ Z ਬਾਰ ਸੀਗਾ, ਜਿਹੜਾ ਇੱਥੇ Z ਬਾਰ ਸੀਗਾ ਉਸ ਦੇ ਕੋਆਰਡੀਨੇਟਸ ਕੀ ਸੀਗੇ ਸਾਡੇ ਕੋਲ, Z ਬਾਰ ਦੇ ਕੋਆਰਡੀਨੇਟ ਸੀਗੇ x ਮਾਈਨਸ ਆਈਟਾ y, ਅਤੇ ਕਿਹੜੇ ਕੁਆਡਰੈਂਟ 'ਚ ਲਾਈ ਕਰਦਾ ਸੀਗਾ, ਉਹ ਫੋਰਥ ਕੁਆਡਰੈਂਟ 'ਚ ਲਾਈ ਕਰਦਾ ਸੀਗਾ, ਠੀਕ ਹੈ ਜੀ। ਅਤੇ Z ਬਾਰ ਦਾ ਆਰਗੂਮੈਂਟ ਕੀ ਹੁੰਦਾ ਸੀ ਆਪਣੇ ਕੋਲ, ਮਾਈਨਸ ਥੀਟਾ। ਅਸੀਂ ਕਿਹਾ ਸੀ ਫੋਰਥ ਕੁਆਡਰੈਂਟ ਦੇ ਵਿੱਚ ਜਿਹੜਾ ਆਰਗੂਮੈਂਟ ਆ ਉਹਦੀ ਵੈਲਿਊ ਕੀ ਹੁੰਦੀ ਹੈ, ਮਾਈਨਸ ਥੀਟਾ ਹੁੰਦੀ ਹੈ। ਤਾਂ ਰਾਜੇ ਇਹਦਾ ਮਤਲਬ ਆਪਾਂ ਅਗਰ ਇਸ 78th ਕੁਐਸਚਨ ਦੇ ਹੁਣ ਅਕੋਰਡਿੰਗ ਚੱਲੀਏ ਤਾਂ ਸਾਡਾ ਆਰਗੂਮੈਂਟ ਆਫ Z ਜਿਹੜਾ ਹੈ ਉਹ ਮਾਈਨਸ ਥੀਟਾ ਗਾ। ਲੇਕਿਨ ਅਗਰ ਅਸੀਂ ਨਾਰਮਲ ਜਦੋਂ ਅਸੀਂ ਲੈਕਚਰ ਪੜ੍ਹਿਆ ਸੀ ਉਦੋਂ ਅਸੀਂ ਕੀਤਾ ਸੀ ਕਿ ਆਰਗੂਮੈਂਟ ਆਫ Z ਬਾਰ ਜਿਹੜਾ ਉਹ ਕਿੰਨਾ ਹੈ, ਮਾਈਨਸ ਥੀਟਾ। ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹਨਾਂ ਦੋਨਾਂ ਦੇ ਵਿੱਚ, ਅਸੀਂ 78th ਕੁਐਸਚਨ ਦੇ ਅਕੋਰਡਿੰਗ ਚੱਲਣਾ ਹੈ। ਉਸ ਦੇ ਵਿੱਚ ਜੋ ਕੰਡੀਸ਼ਨਸ ਦਿੱਤੀਆਂ ਨੇ ਉਹਨਾਂ ਦਾ ਯੂਜ਼ ਕਰਕੇ ਜਿਹੜੀ ਹੈ ਅਸੀਂ ਉਹਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਆਰਗੂਮੈਂਟ ਪਲੇਨ 'ਚ ਕਰ ਲੈਣੀ ਹੈ। ਤਾਂ ਸਾਨੂੰ ਕਿਹਾ ਗਿਆ ਵੀ ਆਰਗੂਮੈਂਟ ਆਫ Z ਹੈ ਜਿਹੜਾ ਉਹ ਮਾਈਨਸ ਥੀਟਾ। ਇਹਦਾ ਮਤਲਬ ਜਿਹੜਾ ਆ ਸਾਡਾ P ਪੁਆਇੰਟ ਹੈ ਇਹ ਆਪਣੇ ਕੋਲ Z ਹੈ, ਨਾ ਕਿ Z ਬਾਰ ਅਕੋਰਡਿੰਗ ਟੂ 78th ਕੁਐਸਚਨ। ਤਾਂ ਇੱਥੇ ਜਦੋਂ Z ਆ ਗਿਆ ਹੁਣ ਸਾਰੀ ਕਹਾਣੀ ਚੇਂਜ ਹੋ ਗਈ ਹੈ। ਕਹਾਣੀ ਕਿਵੇਂ ਚੇਂਜ ਹੋ ਗਈ, ਜਦੋਂ ਅਸੀਂ ਮਾਈਨਸ Z ਬਾਰ ਦੀ ਰਿਪਰਜੈਂਟੇਸ਼ਨ ਕਰਦੇ ਹੁੰਦੇ ਸੀਗੇ, ਹੁਣ ਜਰਨਲ ਕੇਸ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਲੈਕਚਰ 'ਚ ਪੜ੍ਹਿਆ ਸੀ ਤਾਂ ਅਸੀਂ ਇਹਨੂੰ ਲਿਖ ਦਿੰਦੇ ਸੀ -x, ਅਤੇ -x, ਕਿਹੜੇ ਕੁਆਡਰੈਂਟ ਦੇ, ਅਸੀਂ ਇਹਨੂੰ ਲਿਖ ਦਿੰਦੇ ਸੀ -x, ਅਤੇ -x, ਸਾਡਾ ਕਿਹੜੇ ਕੁਆਡਰੈਂਟ 'ਚ ਚਲਾ ਗਿਆ, ਉਹ ਚਲਾ ਗਿਆ ਆਪਣਾ ਥਰਡ ਕੁਆਡਰੈਂਟ ਦੇ ਵਿੱਚ। ਪਰ ਅਸੀਂ ਗੱਲ ਕਰੀਏ, ਇਹ ਅਸੀਂ ਗੱਲ ਕਰ ਰਹੇ ਸੀ ਇਨ ਜਰਨਲ। ਜਦੋਂ ਅਸੀਂ ਲੈਕਚਰ ਪੜ੍ਹਿਆ ਸੀ ਵੀਡੀਓ ਦੇ ਵਿੱਚ ਪੜ੍ਹਾਇਆ ਸੀ ਤਾਂ ਮੈਂ ਕਿਹਾ ਸੀ -Z ਜਿਹੜਾ ਹੈ ਜਿਹਦੇ ਕੋਆਰਡੀਨੇਟਸ ਨੇ -x, -y, ਉਹ ਲਾਈ ਕਰਦਾ ਥਰਡ ਕੁਆਡਰੈਂਟ ਦੇ ਵਿੱਚ, ਹੈ ਨਾ, -Z। ਅਤੇ ਅਸੀਂ ਇਹ ਵੀ ਕਿਹਾ ਸੀਗਾ ਕਿ -Z ਜਿਹੜਾ ਹੈ ਉਹ ਹੈ ਇਮੇਜ ਹੈ Z ਬਾਰ ਦੀ। ਹੁਣ ਰਾਜੇ ਇੱਥੇ ਜਿਹੜਾ ਕੰਸੈਪਟ ਚੇਂਜ ਹੋ ਚੁੱਕਿਆ, ਸਾਰਾ ਕੰਸੈਪਟ ਚੇਂਜ ਹੋ ਚੁੱਕਿਆ, ਕਿਉਂਕਿ ਇਹ ਕੰਡੀਸ਼ਨ ਕਰਕੇ ਜਿਹੜਾ ਹੈ ਸੇਮ ਨਹੀਂ ਰਿਹਾ। ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ -Z ਹੈ, ਜੋ Z ਹੈ ਉਹ ਇਮੇਜ ਹੈ ਕਿਸ ਦੀ, Z ਦੀ, ਕਿਹਦੇ ਰਿਸਪੈਕਟ ਟੂ, ਵਿਦ ਰਿਸਪੈਕਟ ਟੂ ਕਿਹਦੇ ਪੜ੍ਹਦੇ ਹੁੰਦੇ ਸੀ, -Z ਦੀ ਇਮੇਜ ਅਸੀਂ ਪੜ੍ਹਦੇ ਹੁੰਦੇ ਸੀ ਵਿਦ ਰਿਸਪੈਕਟ ਟੂ ਓਰੀਜਨ ਦੇ। ਅਸੀਂ ਕਿਹਾ ਸੀ ਕਿ -Z ਇਜ਼ ਇਮੇਜ ਆਫ Z ਵਿਦ ਰਿਸਪੈਕਟ ਟੂ ਕੀ ਹੈ, ਓਰੀਜਨ ਦੇ। ਇਹ ਕੰਡੀਸ਼ਨ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਸੇ ਵੀ ਹਾਲਤ ਦੇ ਵਿੱਚ ਕਿ -Z ਜਿਹੜਾ ਹੈ ਉਹ Z ਦੀ ਇਮੇਜ ਹੈ ਵਿਦ ਰਿਸਪੈਕਟ ਟੂ ਓਰੀਜਨ। ਜਦੋਂ ਅਸੀਂ -Z ਨੂੰ ਥਰਡ ਕੁਆਡਰੈਂਟ 'ਚ ਲਿੱਤਾ ਤਾਂ ਕੀ ਜਿਹੜਾ ਹੈ -Z ਦੀ ਇਮੇਜ ਬਣ ਰਿਹਾ ਵਿਦ ਰਿਸਪੈਕਟ ਟੂ ਓਰੀਜਨ, ਇਹ ਤਾਂ y ਐਕਸਿਸ ਦੇ ਬਣ ਰਿਹਾ। ਤਾਂ ਸਾਡੀ ਆਹ ਕੰਡੀਸ਼ਨ ਤਾਂ ਇੱਥੇ ਫੁੱਲਫਿਲ ਹੀ ਨਹੀਂ ਹੋ ਰਹੀ, ਅਤੇ ਇਹਦੇ ਕਰਕੇ ਰਾਜੇ ਸਾਨੂੰ -Z ਜਿਹੜਾ ਹੈ ਉਹ ਸੈਕਿੰਡ ਕੁਆਡਰੈਂਟ ਦੇ ਵਿੱਚ ਲੈਣਾ ਪੈਣਾ, ਕਿਉਂਕਿ ਜਦੋਂ ਅਸੀਂ ਸੈਕਿੰਡ ਕੁਆਡਰੈਂਟ ਦੇ ਵਿੱਚ ਲਵਾਂਗੇ -Z ਨੂੰ ਤਾਂ ਉਸ ਕੇਸ ਦੇ ਵਿੱਚ ਜਿਹੜਾ Z ਹੈ ਉਹ ਫੁੱਲਫਿਲ ਕਰ -Z ਹੈ ਜੋ ਫੁੱਲਫਿਲ ਕਰ ਪਾਊਗਾ ਇਸ ਕੰਡੀਸ਼ਨ ਨੂੰ। ਹੁਣ ਦੇਖੋ ਜਦੋਂ ਸੈਕਿੰਡ ਕੁਆਡਰੈਂਟ ਦੇ ਵਿੱਚ ਆ ਗਿਆ -Z
ਤਾਂ -z ਇਮੇਜ ਹੈ z ਦੀ ਵਿਦ ਰਿਸਪੈਕਟ ਟੂ ਓਰੀਜਨ। ਇਹ ਕੰਡੀਸ਼ਨ ਸੈਟੀਸਫਾਈ ਹੋ ਗਈ ਨਾ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਸਾਨੂੰ ਕੁਐਸਚਨ ਦੇ ਵਿੱਚ ਕੀ ਦੇ ਰੱਖਿਆ, ਕੁਐਸਚਨ ਦੇ ਵਿੱਚ ਜਿਹੜਾ ਦੇ ਰੱਖਿਆ ਉਸ ਦੇ ਅਕੋਰਡਿੰਗ ਹੀ ਚੱਲਣਾ ਹੈ, ਨਾ ਕਿ ਅਸੀਂ ਜਰਨਲ ਚੀਜ਼ਾਂ ਨੂੰ ਜਿਹੜਾ ਅਪਲਾਈ ਕਰਨ ਲੱਗ ਗਿਆ ਨਾ ਧੱਕੇ ਨਾਲ। ਤਾਂ ਆਰਗੂਮੈਂਟ ਆਫ z ਲੈਸ ਦੈਨ 0 ਨੇ ਸਾਰੀ ਕਹਾਣੀ ਨੂੰ ਬਦਲ ਦਿੱਤਾ। ਜਿਹੜੇ ਸਟੂਡੈਂਟ ਨੂੰ ਇਹ ਡਾਇਗਰਾਮ ਸਮਝ ਵਿੱਚ ਆ ਗਈ ਉਹਦੇ ਲਈ ਤਾਂ ਇਹ ਬਹੁਤ ਈਜ਼ੀ ਹੈ ਇਸ ਨੂੰ ਜਿਹੜਾ ਹੈ ਲਿਖਣਾ, ਕਿਉਂਕਿ ਡਾਇਗਰਾਮ ਦੇ ਅਕੋਰਡਿੰਗ ਹੀ ਜਿਹੜਾ ਸਾਡਾ ਸਾਰਾ ਕੰਸੈਪਟ ਕਲੀਅਰ ਹੁੰਦਾ ਹੈ। ਇਸ ਤੋਂ ਬਿਨਾਂ ਰਾਜੀ ਸਾਨੂੰ ਪਤਾ ਹੀ ਨਹੀਂ ਚੱਲਣਾ ਵੀ ਅਸੀਂ ਆਰਗੂਮੈਂਟ ਆਫ -z ਦੀ ਵੈਲਿਊ ਕੀ ਲੈਣੀ ਹੈ, ਕਿਉਂਕਿ ਆਰਗੂਮੈਂਟ ਆਫ z ਦੀ ਵੈਲਿਊ ਅਸੀਂ ਸਪੋਜ਼ ਕਰਕੇ ਚੱਲਦੇ ਹੁੰਦੇ ਹਾਂ, ਤਾਂ ਉਹਦੇ ਵਿੱਚ ਤਾਂ ਕੋਈ ਦਿੱਕਤ ਨਹੀਂ, ਲੇਕਿਨ ਉਹਨੂੰ ਸਪੋਜ਼ ਕਰਕੇ ਉਹਦੇ ਅਕੋਰਡਿੰਗ ਨੈਕਸਟ ਜਿਹੜੀ ਵੈਲਿਊਜ਼ ਨੇ ਉਹ ਬਣਦੀਆਂ ਨੇ। ਹੁਣ ਆਰਗੂਮੈਂਟ ਆਫ -z ਦੀ ਵੈਲਿਊ ਕੀ ਹੋਊਗੀ, ਤਾਂ ਸੈਕਿੰਡ ਕੁਆਡਰੈਂਟ ਦੇ ਵਿੱਚ ਸਾਨੂੰ ਪਤਾ ਆਰਗੂਮੈਂਟ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਵੈਲਿਊ ਹੁੰਦੀ ਹੈ ਪਾਈ ਮਾਈਨਸ ਥੀਟਾ ਦੇ ਇਕੁਅਲ। ਅਤੇ ਹੁਣ ਅਸੀਂ ਫਾਈਂਡ ਕੀ ਕਰਨਾ ਸੀ, ਅਸੀਂ ਫਾਈਂਡ ਆਊਟ ਕਰਨਾ ਸੀ ਆਰਗੂਮੈਂਟ ਆਫ -z ਮਾਈਨਸ ਆਰਗੂਮੈਂਟ ਆਫ z ਨੂੰ। ਆਰਗੂਮੈਂਟ ਆਫ -z ਦੀ ਵੈਲਿਊ ਹੈ ਸਾਡੇ ਕੋਲ ਪਾਈ ਮਾਈਨਸ ਥੀਟਾ, ਅਤੇ ਆਰਗੂਮੈਂਟ ਆਫ z ਦੀ ਵੈਲਿਊ ਹੈ ਆਪਣੇ ਕੋਲ ਮਾਈਨਸ ਥੀਟਾ। ਇਹ ਦੋਨੇ ਕੀ ਹੋ ਗਏ ਆਪਣੇ ਕੋਲ ਮਾਈਨਸ ਥੀਟਾ ਪਲਸ ਥੀਟਾ ਹੋ ਗਏ, ਅਤੇ ਕੈਂਸਲ ਆਊਟ ਹੋ ਗਏ, ਸਾਡੇ ਕੋਲ ਆਨਸਰ ਕੀ ਬਚਿਆ ਪਾਈ ਆ ਗਿਆ। ਤਾਂ ਇਹਨਾਂ ਦੋਨਾਂ ਦਾ ਡਿਫਰੈਂਸ ਜਿਹੜਾ ਸਾਡੇ ਕੋਲ ਬਰਾਬਰ ਹੈ ਪਾਈ ਦੇ, ਇਹ ਆਪਣੀ ਕਰੈਕਟ ਆਨਸਰ ਹੈ। ਤਾਂ ਇਸ ਤਰ੍ਹਾਂ ਕੁਐਸਚਨ ਦੀ ਸਟੇਟਮੈਂਟ ਦੇ ਅਕੋਰਡਿੰਗ ਅਸੀਂ ਚੱਲਣਾ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲ 79th ਕੁਐਸਚਨ। 79th ਕੁਐਸਚਨ ਜਿਹੜਾ ਸਾਡੇ ਕੋਲ ਰਾਜੇ ਬਹੁਤ ਹੀ ਈਜ਼ੀ ਹੈ, ਇਹਦੇ ਲਈ ਤਾਂ ਪੈਨ ਵੀ ਚੱਕਣ ਦੀ ਜ਼ਰੂਰਤ ਨਹੀਂ। ਮੈਂ ਸਾਰੀ ਵੈਲਿਊਜ਼ ਤੁਹਾਨੂੰ ਕਰਵਾਈਆਂ ਸੀਗੀਆਂ ਕਿ ਈ ਦੀ ਜ਼ੈਡ ਦਾ ਜਿਹੜਾ ਮੈਗਨੀਟਿਊਡ ਆ ਕਾਹਦੇ ਬਰਾਬਰ ਹੈ, ਆਰਗੂਮੈਂਟ ਆਫ ਈ ਦੀ ਜ਼ੈਡ ਕਾਹਦੇ ਬਰਾਬਰ ਹੈ, ਰੀਅਲ ਪਾਰਟ ਆਫ ਈ ਦੀ ਜ਼ੈਡ ਕਾਹਦੇ ਬਰਾਬਰ ਹੈ, ਇਮੈਜਨਰੀ ਪਾਰਟ ਆਫ ਈ ਦੀ ਜ਼ੈਡ ਕਾਹਦੇ ਬਰਾਬਰ ਹੈ। ਤਾਂ ਇਹ ਸਾਰੀ ਵੈਲਿਊਜ਼ ਜਿਹੜੀਆਂ ਨੇ ਪਤਾ ਹੋਣੀਆਂ ਚਾਹੀਦੀਆਂ ਨੇ। ਹੁਣ ਇੱਥੇ ਦਾ ਕੀ ਹੈ, ਸਾਡੇ ਕੋਲ ਡਾਇਰੈਕਟ ਪੁੱਛਿਆ ਗਿਆ ਤਾਂ ਸਾਨੂੰ ਡਾਇਰੈਕਟ ਆਨਸਰ ਲਿਖਤਾ ਈ ਦੀ ਐਕਸ। ਪਰ ਪ੍ਰੋਬਲਮ ਇਹ ਹੈ ਕਿ ਜਦੋਂ ਇਹਦੀ ਵਰਤੋਂ ਕਿਸੇ ਕੁਐਸਚਨ ਦੇ ਵਿੱਚ ਹੁੰਦੀ ਹੈ ਨਾ, ਉੱਥੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਰਾਜੇ। ਸਪੋਜ਼ ਤੁਹਾਨੂੰ ਕੋਈ ਕੁਐਸਚਨ ਸੋਲਵ ਕਰ ਰਹੇ ਹੋ, ਕੁਐਸਚਨ ਸੋਲਵ ਕਰਕੇ ਤੁਸੀਂ ਤੀਜੇ ਸਟੈਪ 'ਤੇ ਪਹੁੰਚੇ। ਤੀਜੇ ਸਟੈਪ 'ਤੇ ਤੁਸੀਂ ਕੀ ਕਰਨਾ, ਈ ਦੀ ਪਾਵਰ ਜ਼ੈਡ ਦੀ ਵੈਲਿਊ ਭਰਨੀ ਹੈ ਅਤੇ ਨਾਲ ਕੁਛ ਹੋਰ ਮਲਟੀਪਲਾਈ ਹੈ। ਹੁਣ ਤੁਸੀਂ ਪਹਿਲਾਂ ਤਾਂ ਇਹਦੀ ਵੈਲਿਊ ਫਾਈਂਡ ਆਊਟ ਕਰੋਗੇ, ਫਿਰ ਉਹਨੂੰ ਮਲਟੀਪਲਾਈ ਕਰੋਗੇ। ਤਾਂ ਇਦੋਂ ਚੰਗਾ ਜੇ ਤੁਹਾਨੂੰ ਇਹਦੀ ਵੈਲਿਊ ਹੀ ਯਾਦ ਹੈ ਜੋ ਕਿ ਈ ਦੀ ਪਾਵਰ ਐਕਸ ਹੈ, ਤਾਂ ਤੁਹਾਡਾ ਟਾਈਮ ਬਚਦਾ ਹੈ। ਤਾਂ ਇਸ ਲਈ ਕੁਝ ਵੈਲਿਊ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਤੁਸੀਂ ਅਗਰ ਡਾਇਰੈਕਟ ਯਾਦ ਰੱਖ ਲਓ ਤਾਂ ਤੁਹਾਡੇ ਲਈ ਈਜ਼ੀ ਹੋ ਜਾਂਦਾ। ਇਹ ਮੈਂ ਕਰਵਾਇਆ ਹੈ ਵੀ ਈ ਦੀ ਪਾਵਰ ਐਕਸ ਕਿਸ ਤਰ੍ਹਾਂ ਈ ਦੀ ਪਾਵਰ ਜ਼ੈਡ ਦਾ ਮੈਗਨੀਟਿਊਡ ਹੁੰਦਾ ਹੈ, ਇਹ ਮੈਂ ਕਰਵਾਇਆ ਡਿਟੇਲ ਦੇ ਵਿੱਚ। ਨੈਕਸਟ ਹੈ ਜੀ ਸਾਡੇ ਕੋਲ 80th ਕੁਐਸਚਨ, 80ਵਾਂ ਸਵਾਲ ਜਿਹੜਾ ਸਾਡੇ ਕੋਲ ਹੈਗਾ, ਕਹਿੰਦੇ ਵੀ ਸਕੇਅਰ ਰੂਟ ਆਫ ਮਾਈਨਸ ਆਇਟਾ ਪਲਸ ਸਕੇਅਰ ਰੂਟ ਆਫ ਆਇਟਾ ਦੀ ਵੈਲਿਊ ਫਾਈਂਡ ਆਊਟ ਕਰੋ। ਬਹੁਤ ਈਜ਼ੀ ਕੁਐਸਚਨ ਹੈ ਸਾਡੇ ਕੋਲ 80ਵਾਂ। ਈਜ਼ੀ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਫਾਰਮੂਲੇ ਜਿਹੜੇ ਪ੍ਰੋਪਰਟੀਜ਼ ਜਿਹੜੀਆਂ ਨੇ ਵਾਰ-ਵਾਰ ਲਿਖ ਕੇ ਯਾਦ ਕੀਤੀਆਂ ਨੇ। ਰਾਜੇ ਜਦੋਂ ਵੀ ਇਸ ਤਰ੍ਹਾਂ ਦਾ ਸਵਾਲ ਆਉਂਦਾ ਤਾਂ ਅਸੀਂ ਜਿਹੜਾ ਹੈ 2-3 ਚੀਜ਼ਾਂ ਵੱਲ ਹੀ ਭੱਜਦੇ ਹਾਂ। ਪਹਿਲੀ ਭੱਜਦੇ ਹਾਂ ਪੋਲਰ ਫਾਰਮ ਵੱਲ, ਸੈਕਿੰਡ ਅਸੀਂ ਭੱਜਦੇ ਹਾਂ ਸਾਡੇ ਕੋਲ ਡੀ ਮੋਇਵਰਸ ਥਿਊਰਮ ਵੱਲ, ਜੋ ਅਸੀਂ ਪੋਲਰ ਫਾਰਮ 'ਚ ਕਨਵਰਟ ਕਰਕੇ ਹੀ ਅਪਲਾਈ ਕਰ ਸਕਦੇ ਹਾਂ। ਫਿਰ ਸਾਡੇ ਕੋਲ ਰਾਜੇ ਥਰਡ ਕੇਸ ਆ ਜਾਂਦਾ ਜਦੋਂ ਅਸੀਂ ਹੈ ਸਿਸ ਦੀ ਵਰਤੋਂ ਕਰਦੇ ਹਾਂ ਜਾਂ ਫਿਰ ਈ ਦੀ ਪਾਵਰ ਆਇਟਾ ਥੀਟਾ ਦੀ ਵਰਤੋਂ ਕਰਦੇ ਹਾਂ। ਅਗਰ ਗੱਲ ਕਰੀਏ ਅਸੀਂ ਸਿਸ ਫਾਰਮ ਦੀ ਜਾਂ ਫਿਰ ਈ ਦੀ ਪਾਵਰ ਆਇਟਾ ਥੀਟਾ ਫਾਰਮ ਦੀ, ਤਾਂ ਸਾਨੂੰ ਪਤਾ ਹੈ ਸਿਸ ਥੀਟਾ ਸਾਡੇ ਕੋਲ ਬਰਾਬਰ ਹੁੰਦਾ ਹੈ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਦੇ। ਹੁਣ ਇੱਥੋਂ ਅਸੀਂ ਜੇ ਕਾਸ ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਜਗ੍ਹਾ 'ਤੇ ਸਿਸ ਥੀਟਾ ਲਿਖ ਸਕਦੇ ਹਾਂ। ਅਤੇ ਅਸੀਂ ਸਿਸ ਦੇ ਸਾਰੀਆਂ ਵੈਲਿਊਜ਼ ਵੀ ਫਾਈਂਡ ਆਊਟ ਕੀਤੀਆਂ ਸੀ, ਜਿਸ 'ਚ ਅਸੀਂ ਫਾਈਂਡ ਆਊਟ ਕੀਤਾ ਸੀ ਸਿਸ 0, ਸਿਸ π/2, ਸਿਸ ਪਾਈ, ਸਿਸ ਮਾਈਨਸ π/2। ਇਹ ਸਾਰੀਆਂ ਵੈਲਿਊਜ਼ ਅਸੀਂ ਫਾਈਂਡ ਆਊਟ ਕੀਤੀਆਂ ਸੀਗੀਆਂ। ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਸਿਸ ਨੂੰ ਜਿਹੜਾ ਕਨਵਰਟ ਕਰ ਲੈਣਾ, ਉਹਨੂੰ ਪੋਲਰ ਫਾਰਮ 'ਚ ਕਨਵਰਟ ਕਰ ਲੈਣਾ। ਪੋਲਰ ਫਾਰਮ 'ਚ ਕਿਉਂ ਕਨਵਰਟ ਕਰ ਲੈਣਾ, ਹੁਣ ਸਾਡੇ ਕੋਲ ਇਹ ਹੈਗਾ ਗਾ ਮਾਈਨਸ ਆਇਟਾ ਦੀ ਪਾਵਰ 1/2 ਪਲਸ ਆਇਟਾ ਦੀ ਪਾਵਰ 1/2। ਇਹ ਵੈਲਿਊ ਪਾਵਰ ਜਿਹੜੀ ਹੈ ਫਰੈਕਸ਼ਨ ਦੇ ਵਿੱਚ ਹੈ, ਅਤੇ ਜਦੋਂ ਵੀ ਫਰੈਕਸ਼ਨ 'ਚ ਪਾਵਰ ਆ ਜਾਂਦੀ ਹੈ ਤਾਂ ਅਸੀਂ ਉਸ ਨੂੰ ਸੋਲਵ ਕਰਨ ਲਈ ਯੂਜ਼ ਕਰਦੇ ਹਾਂ ਡੀ ਮੋਇਵਰਸ ਥਿਊਰਮ ਦੀ, ਹੈ ਨਾ। ਡੀ ਮੋਇਵਰਸ ਥਿਊਰਮ ਦੀ ਵਰਤੋਂ ਕਰਨ ਲਈ ਸਾਨੂੰ ਜਿਹੜਾ ਹੈ ਸਭ ਤੋਂ ਪਹਿਲਾਂ ਪੋਲਰ ਫਾਰਮ ਬਣਾਉਣੀ ਪੈਣੀ ਹੈ ਉਸਦੀ। ਤਾਂ ਇਹਦੀ ਪੋਲਰ ਫਾਰਮ ਕਿਸ ਤਰ੍ਹਾਂ ਬਣਾਵਾਂਗੇ, ਸਿਸ ਦੀ ਫਾਰਮ 'ਚ। ਸਾਨੂੰ ਪਤਾ ਹੈ ਰਾਜੇ ਸਿਸ ਮਾਈਨਸ π/2 ਜਿਹੜਾ ਹੈ ਉਹ ਬਰਾਬਰ ਹੁੰਦਾ ਹੈ ਮਾਈਨਸ ਆਇਟਾ ਦੇ, ਅਤੇ ਸਿਸ π/2 ਸਾਡੇ ਕੋਲ ਬਰਾਬਰ ਹੁੰਦਾ ਹੈ ਆਇਟਾ ਦੇ। ਦੋਨੇ ਵੈਲਿਊਜ਼ ਇੱਥੇ ਸਬਸਟੀਟਿਊਟ ਕਰ ਦਾਂਗੇ। ਵੈਲਿਊ ਸਬਸਟੀਟਿਊਟ ਕਰਨ ਤੋਂ ਬਾਅਦ ਸਾਡੇ ਕੋਲ ਆ ਗਿਆ ਰਾਜੇ ਆਨਸਰ ਕਿ ਸਕੇਅਰ ਰੂਟ ਆਫ ਮਾਈਨਸ ਆਇਟਾ, ਜਿਸ ਨੂੰ ਅਸੀਂ ਕੀ ਲਿਖ ਸਕਦੇ ਹਾਂ, ਸਿਸ ਮਾਈਨਸ π/2 ਦੀ ਪਾਵਰ 1/2 ਪਲਸ ਸਿਸ π/2 ਦੀ ਪਾਵਰ 1/2। ਠੀਕ ਹੈ ਜੀ। ਇੱਥੇ ਆਪਣੇ ਕੋਲ ਸਿਸ ਮਾਈਨਸ π/2 ਹੈ, ਇੱਥੇ ਆਪਣੇ ਕੋਲ ਸਿਸ ਪਲਸ π/2 ਆ। ਹੁਣ ਇੱਥੇ ਡੀ ਮੋਇਵਰਸ ਥਿਊਰਮ ਅਪਲਾਈ ਕਰ ਦਾਂਗੇ। ਡੀ ਮੋਇਵਰਸ ਥਿਊਰਮ ਦੇ ਅਕੋਰਡਿੰਗ ਪਾਵਰ ਜਿਹੜੀ ਹੈ ਉਹ ਕੀ ਮਲਟੀਪਲਾਈ ਹੋ ਜਾਏਗੀ ਆਪਣੇ ਐਂਗਲ ਦੇ ਨਾਲ। ਤਾਂ ਆਪਣੇ ਕੋਲ ਆ ਗਿਆ ਰਾਜੇ ਮਾਈਨਸ π/4
सिस माइनस पाई बाय 4 प्लस सिस पाई बाय 4। ਹੁਣ ਇੱਥੇ ਰਾਜੇ ਸਿਸ ਦਾ ਇੱਕ ਫਾਰਮੂਲਾ ਅਸੀਂ ਪੜ੍ਹਿਆ ਸੀ, ਸਿਸ ਥੀਟਾ ਪਲਸ ਸਿਸ ਮਾਈਨਸ ਥੀਟਾ ਸਾਡੇ ਕੋਲ ਬਰਾਬਰ ਹੁੰਦਾ ਹੈ 2 cos ਥੀਟਾ ਦੇ, ਅਤੇ ਅਸੀਂ ਕੀਤਾ ਸੀ ਸਿਸ ਥੀਟਾ ਮਾਈਨਸ ਸਿਸ ਮਾਈਨਸ ਥੀਟਾ ਉਹ ਬਰਾਬਰ ਸਾਡੇ ਕੋਲ ਹੁੰਦਾ ਹੈ 2 ਆਇਟਾ ਸਾਈਨ ਥੀਟਾ ਦੇ। ਤਾਂ ਦੇਖੋ ਤੁਸੀਂ ਫਾਰਮੂਲੇ ਯਾਦ ਨੇ ਤਾਂ ਆਨਸਰ ਕਿੰਨੀ ਜਲਦੀ ਸਾਡੇ ਕੋਲ ਸ਼ਾਰਟਕਟ ਦੇ ਰੂਪ ਦੇ ਵਿੱਚ ਆ ਜਾਂਦਾ ਹੈ। ਇਹ ਫਾਰਮੂਲੇ ਵੀ ਤਾਂ ਹੀ ਯਾਦ ਹੋਣਗੇ ਰਾਜੇ ਜੇ ਤੁਸੀਂ ਇਹਨਾਂ ਨੂੰ ਸੋਲਵ ਕਰਕੇ ਦੇਖੋ ਕੁਐਸਚਨਸ ਨੂੰ। ਇਹ ਫਾਰਮੂਲੇ ਕਿਸ ਤਰ੍ਹਾਂ ਬਣੇ ਨੇ ਉਹ ਵੀ ਬੜਾ ਈਜ਼ੀ ਹੈ। ਤੁਸੀਂ ਇਹਨੂੰ ਜਿਹੜਾ ਹੈ e ਦੀ ਪਾਵਰ ਆਇਟਾ ਥੀਟਾ ਲਿਖ ਸਕਦੇ ਹੋ ਪਲਸ e ਦੀ ਪਾਵਰ ਮਾਈਨਸ ਆਇਟਾ ਥੀਟਾ ਲਿਖ ਸਕਦੇ ਹੋ। ਉਸ ਤੋਂ ਬਾਅਦ ਜੇ ਸਾਨੂੰ ਪਤਾ ਹੈ e ਦੀ ਪਾਵਰ ਆਇਟਾ ਥੀਟਾ ਨੂੰ ਅਸੀਂ ਕੌਸ ਦੀ ਫਾਰਮ ਦੇ ਵਿੱਚ ਬਣਾ ਸਕਦੇ ਹਾਂ, ਤਾਂ ਤੁਸੀਂ ਪੋਲਰ ਫਾਰਮ ਦੀ ਯੂਜ਼ ਕਰਕੇ ਕਿਸੇ ਵੀ ਕੁਐਸਚਨ ਨੂੰ ਕਿਸੇ ਵੀ ਫਾਰਮੂਲੇ ਨੂੰ ਜਿਹੜਾ ਇਨਵੈਂਟ ਕਰ ਸਕਦੇ ਹੋ, ਬਣਾ ਸਕਦੇ ਹੋ, ਹੈ ਨਾ। ਪੇਪਰ ਦੇ ਵਿੱਚ ਅਗਰ ਭੁੱਲ ਜਾਵੋ ਕਿਸ ਤਰ੍ਹਾਂ ਕਰਨਾ ਤਾਂ e ਦੀ ਆਇਟਾ ਥੀਟਾ ਦੀ ਫਾਰਮ ਦੇ ਵਿੱਚ ਕਿਸੇ ਵੀ ਟਰਮ ਨੂੰ ਲਿਖ ਲਓਗੇ, ਤੁਹਾਡੇ ਕੋਲ ਬਹੁਤ ਬੜੀ ਆਸਾਨੀ ਦੇ ਨਾਲ ਆਨਸਰ ਆ ਜਾਏਗਾ। ਹੁਣ ਆਪਾਂ ਵਾਪਸ ਆਉਂਦੇ ਹਾਂ ਇਸ ਕੰਸੈਪਟ 'ਤੇ। ਤਾਂ ਆਪਾਂ ਨੂੰ ਪਤਾ ਹੈ ਸਿਸ ਮਾਈਨਸ ਥੀਟਾ ਪਲਸ ਸਿਸ ਥੀਟਾ ਸਾਡੇ ਕੋਲ ਬਰਾਬਰ ਹੁੰਦਾ ਹੈ 2 cos ਥੀਟਾ ਦੇ। ਤਾਂ ਆਪਣੇ ਕੋਲ ਆਪਣੇ ਕੋਲ ਕਿੰਨਾ ਆ ਗਿਆ 2 cos ਪਾਈ ਬਾਏ 4 ਆ ਗਿਆ। cos ਪਾਈ ਬਾਏ 4 ਸਾਡੇ ਕੋਲ ਹੁੰਦਾ ਰਾਜੇ 1/√2 ਅਤੇ ਆਨਸਰ ਕਿੰਨਾ ਆ ਗਿਆ √2। ਆਪਸ਼ਨ ਕਿਹੜੀ ਆ ਗਈ ਬੀ ਆਪਸ਼ਨ, 80ਵੇਂ ਸਵਾਲ ਦਾ ਆਨਸਰ ਆ ਗਿਆ। ਨੈਕਸਟ ਸਵਾਲ ਹੈ ਸਾਡੇ ਕੋਲ 81 ਸਵਾਲ ਦੇ ਵਿੱਚ ਸਾਨੂੰ ਕਿਹਾ ਗਿਆ ਰਾਜੇ ਆਰਗੂਮੈਂਟ ਪਤਾ ਕਰਨਾ ਹੈ 1 ਮਾਈਨਸ ਆਇਟਾ √3 ਡਿਵਾਈਡਡ ਬਾਈ 1 ਪਲਸ ਆਇਟਾ √3 ਦਾ। ਇੱਥੇ ਜਿਹੜਾ ਹੈ ਰਾਜੇ ਦੋ ਮੈਥਡ ਨੇ ਇਸ ਨੂੰ ਕਰਨ ਦੇ। ਮੈਥਡ 1 ਜਿਹੜਾ ਹੈ ਉਸ 'ਚ ਸਾਨੂੰ ਆਰਗੂਮੈਂਟ ਆਫ Z1 ਅਪੋਨ Z2 ਜਿਸਨੂੰ ਅਸੀਂ ਆਰਗੂਮੈਂਟ ਆਫ Z1 ਕਿਉਂਕਿ ਸਾਨੂੰ ਜਿਹੜਾ ਰਾਜੇ ਪਤਾ ਹੈ ਆਰਗੂਮੈਂਟ ਦੇ ਫਾਰਮੂਲੇ ਅਸੀਂ ਪ੍ਰੋਪਰਟੀਜ਼ ਪੜ੍ਹੀਆਂ ਨੇ Z2 ਆ ਜਾਊਗਾ ਇੱਥੇ, ਇਹਦੇ ਬਰਾਬਰ ਲਿਖ ਸਕਦੇ ਹਾਂ। ਅਗਰ ਆਪਣੇ ਕੋਲ ਆਰਗੂਮੈਂਟ ਆਫ Z1 ਇੰਟੂ Z2 ਹੈ ਤਾਂ ਅਸੀਂ ਆਰਗੂਮੈਂਟ ਆਫ Z1 ਪਲਸ ਆਰਗੂਮੈਂਟ ਆਫ Z2 ਲਿਖ ਸਕਦੇ ਹਾਂ। ਤਾਂ ਇਸ ਪਹਿਲੇ ਫਾਰਮੂਲੇ ਦੀ ਵਰਤੋਂ ਕਰਕੇ ਤੁਸੀਂ ਸਭ ਤੋਂ ਪਹਿਲਾਂ ਇਸ ਉੱਪਰ ਵਾਲੀ ਟਰਮ ਦਾ ਆਰਗੂਮੈਂਟ ਫਾਈਂਡ ਆਊਟ ਕਰੋਗੇ, ਫਿਰ ਨੀਚੇ ਵਾਲੀ ਟਰਮ ਦਾ ਆਰਗੂਮੈਂਟ ਫਾਈਂਡ ਆਊਟ ਕਰੋਗੇ ਨਾ ਆਹ ਫਾਰਮੂਲੇ ਦੇ ਅਕੋਰਡਿੰਗ, ਫਿਰ ਉਹਨਾਂ ਨੂੰ ਮਾਈਨਸ ਕਰ ਦੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਊਗਾ। ਤਾਂ ਇਹਦੇ ਵਿੱਚ ਤੁਸੀਂ 2 ਵਾਰ ਆਰਗੂਮੈਂਟ ਫਾਈਂਡ ਆਊਟ ਕਰ ਰਹੇ ਹੋ। ਇਹ ਤਾਂ ਮੈਥਡ 1 ਹੈ। ਮੈਥਡ 2 ਹੈ ਜਿਹੜਾ ਮੈਥਡ 2 ਕਹਿੰਦਾ ਵੀ ਥੋੜ੍ਹੀ ਜਿਹੀ ਜਿਹੜੀ ਕਿਊਬ ਰੂਟ ਆਫ ਯੂਨਿਟੀ ਦੀ ਪ੍ਰੋਪਰਟੀਆਂ ਅਗਰ ਪੜ੍ਹੀਆਂ ਹੁੰਦੀਆਂ ਤਾਂ ਸਾਨੂੰ ਜਿਹੜਾ ਇੱਥੇ ਆਨਸਰ ਮਿਲ ਜਾਣਾ ਸੀਗਾ ਬਿਨਾਂ ਜ਼ਿਆਦਾ ਮਿਹਨਤ ਕੀਤੇ, ਬਿਨਾਂ ਜ਼ਿਆਦਾ ਉਸ ਨੂੰ ਸੋਲਵ ਕਰਿਆ, ਕਿਉਂਕਿ ਸਾਨੂੰ ਉੱਥੇ ਟਾਈਮ ਦੀ ਵੀ ਬਚਾਉਣਾ ਹੈ। ਹੁਣ ਅਗਰ ਤੁਸੀਂ ਦੇਖੋ ਕਿ ਜਿਹੜਾ ਸਾਨੂੰ Z ਦੇ ਰੱਖਿਆ ਉਹਦੀ ਵੈਲਿਊ ਦੇ ਰੱਖੀ 1 ਮਾਈਨਸ ਆਇਟਾ ਸਕੇਅਰ ਰੂਟ ਡਿਵਾਈਡਡ ਬਾਈ 1 ਪਲਸ ਆਇਟਾ ਸਕੇਅਰ ਰੂਟ ਆਫ 3 ਦੇ। ਜਦੋਂ ਵੀ ਇਸ ਤਰ੍ਹਾਂ ਦੀ ਸ਼ਕਲ ਨਜ਼ਰ ਆਵੇ 1 ਮਾਈਨਸ ਆਇਟਾ ਸਕੇਅਰ ਰੂਟ 3 ਅਪੋਨ 2 ਹੈ ਨਾ 1 ਮਾਈਨਸ ਆਇਟਾ ਸਕੇਅਰ ਰੂਟ 3 ਮਾਈਨਸ 1 ਇਸ ਤਰ੍ਹਾਂ ਦੀ ਸ਼ਕਲ ਨਜ਼ਰ ਆਵੇ ਤਾਂ ਤੁਹਾਡੇ ਦਿਮਾਗ 'ਚ ਓਮੇਗਾ ਸਕੇਅਰ ਘੁੰਮਣਾ ਚਾਹੀਦਾ ਹੈ, ਕਿਉਂਕਿ ਸਾਨੂੰ ਜਿਹੜਾ ਪਤਾ ਹੈ ਓਮੇਗਾ ਦੀ ਵੈਲਿਊ ਹੁੰਦੀ ਹੈ -1 ਮਾਈਨਸ ਆਇਟਾ ਸਕੇਅਰ ਰੂਟ 3/2 ਅਤੇ ਓਮੇਗਾ ਸਕੇਅਰ ਦੀ ਵੈਲਿਊ ਹੁੰਦੀ ਸਾਡੇ ਕੋਲ -1 ਇੱਥੇ ਪਲੱਸ ਆਊਗਾ ਰਾਜੇ, ਇੱਥੇ ਮਾਈਨਸ ਆਊਗਾ -1 ਮਾਈਨਸ ਆਇਟਾ ਸਕੇਅਰ ਰੂਟ 3/2। ਤਾਂ ਇਹ ਸਾਡੇ ਦਿਮਾਗ ਦੇ ਵਿੱਚ ਜਿਹੜਾ ਵੈਲਿਊ ਆਉਣੀਆਂ ਚਾਹੀਦੀਆਂ ਉਸੇ ਟਾਈਮ ਦੇ ਉੱਪਰ ਜਦੋਂ ਅਸੀਂ ਕੁਝ ਇਹੋ ਜਿਹੀ ਸ਼ਕਲ ਦੇਖੀਏ। ਹੁਣ ਸਾਡੇ ਕੋਲ ਇੱਥੇ ਅਗਰ ਓਮੇਗਾ ਅਤੇ ਓਮੇਗਾ ਸਕੇਅਰ ਵਰਗੀ ਸ਼ਕਲ ਬਣਾਉਣੀ ਹੈ Z ਦੀ ਤਾਂ ਸਾਨੂੰ ਕੀ ਕਰਨਾ ਪੈਣਾ, ਸਭ ਤੋਂ ਪਹਿਲਾਂ ਤਾਂ ਜਿਹੜਾ 1 ਹੈ ਇਹਦੇ ਨਾਲ ਮਾਈਨਸ ਲਗਾਉਣਾ ਪੈਣਾ ਹੈ, ਠੀਕ ਹੈ, ਨਿਊਮੀਨੇਟਰ ਦੇ ਵਿੱਚ ਵੀ ਡਿਨੋਮੀਨੇਟਰ ਦੇ ਵਿੱਚ ਵੀ। ਦੂਸਰੀ ਗੱਲ ਇਹਨਾਂ ਦੇ ਥੱਲੇ ਜਿਹੜਾ 2 ਨਹੀਂ ਹੈਗਾ ਨਿਊਮੀਨੇਟਰ ਦੇ ਵਿੱਚ ਉਹ ਵੀ, ਤਾਂ ਅਸੀਂ ਕੀ ਕਰਾਂਗੇ ਨਿਊਮੀਨੇਟਰ ਨੂੰ ਮਲਟੀਪਲਾਈ ਕਰ ਦਾਂਗੇ -1/2 ਨਾਲ ਅਤੇ ਡਿਨੋਮੀਨੇਟਰ ਨੂੰ ਵੀ ਮਲਟੀਪਲਾਈ ਕਰ ਦਾਂਗੇ -1/2 ਨਾਲ। ਤਾਂ ਕੀ ਹੋ ਜਾਊਗਾ ਉਹਦੇ ਨਾਲ ਦੇਖਦੇ ਹਾਂ। ਥੋੜ੍ਹੀ ਜਿਹੀ ਜਗ੍ਹਾ ਬਣਾ ਲਈਏ ਆਪਾਂ ਇੱਥੇ, ਤਾਂ ਸਾਡੇ ਕੋਲ ਆ ਜਾਊਗਾ ਰਾਜੇ -1 ਪਲੱਸ ਆਇਟਾ ਸਕੇਅਰ ਰੂਟ ਆਫ 3 ਡਿਵਾਈਡਡ ਬਾਈ 2। ਇਹ ਮੈਂ ਨਿਊਮੀਨੇਟਰ ਲਿਖਿਆ, ਇਹਨੂੰ ਸੋਲਵ ਕਰਕੇ डिवाइडेड बाय -1 माइनस आयटा स्केयर रूट ऑफ 3 इंटू आयटा तो लग ही गया नाल डिवाइडेड बाय की आजू 2 दे। ठीक है जी। हुण तुसीं देखो जिहड़ी न्यूमीनेटर है साडे कोल ओहदी शक्ल किहो जी नज़र आ रही है, वो अपने कोल ओमेगा ते नीचे आप की नज़र आ रहा ओमेगा स्केयर कैंसल आउट होकर की आ गया 1/ओमेगा। ये मैं वैल्यू की कड्डी है, ये Z फाइंड आउट किया, सिंपलीफिकेशन की है सिर्फ और सिर्फ Z की। जो सानू Z गिवन सीगा मैं इनू हजे सिंपलीफाई किया तो मेरे को आ गया 1/ओमेगा। हुण 1/ओमेगा नू की लिख सकते हैं, उन्होंने लिख सकते हैं ओमेगा स्केयर। किस तरह ये मैं नहीं दसूँगा, तुसीं प्रॉपर्टीज़ जाके पढ़नियाँ ने। तो Z अपने कोल किहदे बराबर आ गया, ओमेगा स्केयर के बराबर आ गया। हुण इत्थे रजे इन्होंने कहा फाइंड द आर्गूमेंट, इन्होंने प्रिंसीपल वैल्यू नहीं कहा, जरनल वैल्यू नहीं कहा, तो इत्थे असीं ऑप्शनस देखनियां ने।
ਅਸੀਂ ਦੇਖਣਾ ਵੀ ਆਪਸ਼ਨਸ 'ਚ ਪ੍ਰਿੰਸੀਪਲ ਵੈਲਿਊ ਦੇ ਰੱਖੀ ਹੈ ਕਿ ਜਰਨਲ ਵੈਲਿਊ ਦੇ ਰੱਖੀ ਹੈ। ਤੁਸੀਂ ਆਪਣੇ ਆਪ ਨਹੀਂ ਇੱਥੇ ਜਿਹੜਾ 81st ਕੁਐਸਚਨ ਹੈ ਇੱਥੇ ਜਿਹੜਾ ਸਾਡੀ ਮਰਜ਼ੀ ਨਹੀਂ ਚੱਲੂਗੀ, ਇੱਥੇ ਆਪਸ਼ਨਸ ਦੀ ਮਰਜ਼ੀ ਚੱਲੂਗੀ। ਜਿਸ ਅਕੋਰਡਿੰਗ ਆਪਸ਼ਨਸ ਦੇ ਰੱਖੀਆਂ ਨੇ ਉਸ ਅਕੋਰਡਿੰਗ ਚੱਲਣਾ ਹੈ। ਤਾਂ Z ਬਰਾਬਰ ਹੈ ਓਮੇਗਾ ਸਕੇਅਰ ਦੇ, ਤਾਂ ਆਰਗੂਮੈਂਟ ਆਫ Z ਯਾਨੀ ਕਿ ਆਰਗੂਮੈਂਟ ਆਫ ਓਮੇਗਾ ਸਕੇਅਰ ਸਾਡੇ ਕੋਲ ਕਿਸ ਦੇ ਬਰਾਬਰ ਹੋਊਗਾ। ਤਾਂ ਮੈਂ ਡਾਇਰੈਕਟ 3 ਵੈਲਿਊ ਯਾਦ ਕਰਨ ਲਈ ਕਿਹਾ ਸੀ ਅਤੇ ਮੈਂ ਤੁਹਾਨੂੰ ਸੋਲਵ ਵੀ ਕਰਾਈਆਂ ਸੀ ਕਿ ਸਾਡੇ ਕੋਲ ਜਿਹੜਾ ਆਰਗੂਮੈਂਟ ਹੁੰਦਾ ਹੈ 1 ਦਾ ਉਹ ਤਾਂ ਹੁੰਦਾ ਹੈ 0 ਅਤੇ ਆਰਗੂਮੈਂਟ ਆਫ ਓਮੇਗਾ ਸਾਡੇ ਕੋਲ ਹੁੰਦਾ ਹੈ 120 ਡਿਗਰੀ ਅਤੇ ਆਰਗੂਮੈਂਟ ਆਫ ਓਮੇਗਾ ਸਕੇਅਰ ਅਜੇ ਉਹ ਹੁੰਦਾ ਸਾਡੇ ਕੋਲ -120 ਡਿਗਰੀ। ਅਗਰ ਪ੍ਰਿੰਸੀਪਲ ਵੈਲਿਊ ਦੀ ਗੱਲ ਕਰੀਏ, ਇਹ ਸਾਰੀਆਂ ਪ੍ਰਿੰਸੀਪਲ ਵੈਲਿਊਜ਼ ਨੇ। ਹੁਣ ਅਸੀਂ ਆਰਗੂਮੈਂਟ ਆਫ ਓਮੇਗਾ ਸਕੇਅਰ ਦੀ ਪ੍ਰਿੰਸੀਪਲ ਵੈਲਿਊ ਫਾਈਂਡ ਆਊਟ ਕਰ ਲਈ, ਉਹ ਆ ਗਈ ਸਾਡੇ ਕੋਲ -120 ਡਿਗਰੀ। ਤਾਂ -120 ਡਿਗਰੀ ਸਾਡੇ ਕੋਲ ਕਿਸੇ ਆਪਸ਼ਨ 'ਚ ਵੀ ਦੇ ਰੱਖਿਆ, 120 ਪਲੱਸ ਦਾ ਦੇ ਰੱਖਿਆ, ਮਾਈਨਸ ਦਾ ਨਹੀਂ। ਤਾਂ ਇਹਦਾ ਮਤਲਬ ਪ੍ਰਿੰਸੀਪਲ ਵੈਲਿਊ ਆਫ ਆਰਗੂਮੈਂਟ ਆਫ Z ਜਾਂ ਫਿਰ ਓਮੇਗਾ ਸਕੇਅਰ ਸਾਨੂੰ ਆਪਸ਼ਨਸ 'ਚ ਦੇ ਹੀ ਨਹੀਂ ਰੱਖੀ। ਇਹਦਾ ਮਤਲਬ ਅਸੀਂ ਫਾਈਂਡ ਆਊਟ ਕੀ ਕਰਾਂਗੇ ਹੁਣ, ਜਰਨਲ ਵੈਲਿਊ। ਜਰਨਲ ਵੈਲਿਊ ਬਰਾਬਰ ਹੁੰਦੀ ਹੈ ਪ੍ਰਿੰਸੀਪਲ ਵੈਲਿਊ +-2n ਪਾਈ ਦੇ। ਅਗਰ n ਦੀ ਵੈਲਿਊ ਰਜੇ ਸਪੋਜ਼ ਅਸੀਂ 1 ਪੁੱਟ ਕਰ ਲਈਏ ਤਾਂ ਪ੍ਰਿੰਸੀਪਲ ਵੈਲਿਊ ਆ ਗਈ -120 +2 ਪਾਈ ਅਤੇ ਸਾਡੇ ਕੋਲ ਦੂਜੀ ਆਪਸ਼ਨ ਕੀ ਹੈ -2 ਪਾਈ, ਦੋ ਵੈਲਿਊ ਆ ਗਈਆਂ। ਤਾਂ ਜਦੋਂ 120 ਦੇ ਵਿੱਚੋਂ 360 ਐਡ ਕੀਤੇ ਅਤੇ 120 ਦੇ ਵਿੱਚੋਂ 360 ਮਾਈਨਸ ਕੀਤੇ ਤਾਂ ਸਾਡੇ ਕੋਲ ਕਿੰਨਾ ਆਨਸਰ ਆਊਗਾ। ਜਦੋਂ ਅਸੀਂ ਐਡ ਕੀਤਾ 360 ਚੋਂ ਮਾਈਨਸ ਕੀਤਾ 120 ਨੂੰ 360 ਚੋਂ ਤਾਂ ਸਾਡੇ ਕੋਲ 240 ਡਿਗਰੀ ਆ ਗਿਆ। ਤਾਂ ਸੀ ਆਪਸ਼ਨ ਜਿਹੜੀ ਹੈ ਸਾਡੇ ਕੋਲ ਕਰੈਕਟ ਹੋ ਜੂਗੀ। ਅਤੇ ਜਦੋਂ ਅਸੀਂ ਮਾਈਨਸ ਕੀਤਾ ਮਾਈਨਸ ਸਾਡੇ ਕੋਲ ਕੀ ਹੋ ਗਿਆ ਪਲੱਸ, ਤਾਂ ਆਨਸਰ ਆ ਜੂ -480। ਤਾਂ ਸਾਨੂੰ -480 ਨਹੀਂ ਚਾਹੀਦਾ, ਸਾਨੂੰ ਤਾਂ ਇੱਕ ਹੀ ਆਪਸ਼ਨ ਚਾਹੀਦੀ ਹੈ ਜਿਹੜੀ ਕਿ 240 ਆ ਗਈ। ਤਾਂ ਇਸੇ ਤਰ੍ਹਾਂ ਤੁਸੀਂ ਆਪਸ਼ਨਸ ਦੇ ਅਕੋਰਡਿੰਗ ਸਮ ਦੇਖਣ ਨੂੰ ਸੌਖਾ ਲੱਗ ਰਿਹਾ ਸੀ ਵੀ ਆਰਗੂਮੈਂਟ ਹੀ ਫਾਈਂਡ ਆਊਟ ਕਰਨਾ ਹੈ, ਲੇਕਿਨ ਅਜੇ ਇੱਦਾਂ ਨਹੀਂ ਹੈ ਕਿ ਜਦੋਂ ਤੁਸੀਂ ਕੁਐਸਚਨ ਸੋਲਵ ਕਰੋਗੇ ਤਾਂ ਆਪਸ਼ਨਸ ਦਾ ਵੀ ਧਿਆਨ ਰੱਖਣਾ ਹੈ, ਸਟੇਟਮੈਂਟ ਦਾ ਵੀ ਧਿਆਨ ਰੱਖਣਾ ਹੈ। ਤਾਂ 81st ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆਪਣੇ ਕੋਲ ਕੀ ਹੈ, ਆਪਸ਼ਨ ਸੀ ਹੈਗਾ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 82ਵੇਂ ਕੁਐਸਚਨ 'ਚ ਸਾਨੂੰ ਆਰਗੂਮੈਂਟ ਆਫ Z ਪਲੱਸ ਆਰਗੂਮੈਂਟ ਆਫ Z ਬਾਰ ਦੀ ਜਰਨਲ ਵੈਲਿਊ ਕੱਢਣ ਲਈ ਕਿਹਾ ਗਿਆ। ਤਾਂ ਪ੍ਰਿੰਸੀਪਲ ਵੈਲਿਊ ਸਾਡੀ ਬਰਾਬਰ ਹੋਵੇਗੀ ਰਜੇ, ਉਹ ਬਰਾਬਰ ਹੋਵੇਗੀ ਆਰਗੂਮੈਂਟ ਆਫ Z ਦੀ ਜਿਹੜੀ ਵੈਲਿਊ ਹੈ ਉਸ ਨੂੰ ਅਸੀਂ ਥੀਟਾ ਸਪੋਜ਼ ਕਰਦੇ ਹੁੰਦੇ ਹਾਂ ਅਤੇ ਆਰਗੂਮੈਂਟ ਆਫ Z ਬਾਰ ਜੋ ਹੈ ਉਹ ਸਾਡੇ ਕੋਲ ਬਰਾਬਰ ਹੁੰਦਾ ਹੈ -θ ਦੇ। ਤਾਂ ਪ੍ਰਿੰਸੀਪਲ ਵੈਲਿਊ ਆਪਣੇ ਕੋਲ ਕਿੰਨੀ ਆ ਗਈ 0। ਜਰਨਲ ਵੈਲਿਊ ਆਪਣੇ ਕੋਲ ਬਰਾਬਰ ਹੁੰਦੀ ਰਹੇ ਜੇ ਪ੍ਰਿੰਸੀਪਲ ਵੈਲਿਊ +-2n ਪਾਈ ਦੇ। ਪ੍ਰਿੰਸੀਪਲ ਵੈਲਿਊ ਸਾਡੇ ਕੋਲ ਹੈ 0 ਅਤੇ ਆਨਸਰ ਸਾਡੇ ਕੋਲ ਕਿੰਨਾ ਆ ਗਿਆ 2n ਪਾਈ। ਨੈਕਸਟ ਆ ਸਾਡੇ ਕੋਲ 83rd ਕੁਐਸਚਨ, 83ਵਾਂ ਕੁਐਸਚਨ। ਉਹਦੇ ਵਿੱਚ ਰਜੇ ਸਾਨੂੰ ਕਹਿੰਦੇ ਆ ਇਫ ਓਮੇਗਾ ਇਜ਼ ਕੰਪਲੈਕਸ ਕਿਊਬ ਰੂਟ ਆਫ ਯੂਨਿਟੀ ਦੈਨ ਇਹਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ 1 + ਓਮੇਗਾ ਸਕੇਅਰ ਬਰਾਬਰ ਹੁੰਦਾ ਹੈ 0 ਦੇ। ਇੱਥੋਂ 1 + ਓਮੇਗਾ ਦੀ ਵੈਲਿਊ ਸਾਡੇ ਕੋਲ -ਓਮੇਗਾ ਸਕੇਅਰ ਆ ਜਾਂਦੀ ਹੈ ਅਤੇ 1 + ਓਮੇਗਾ ਸਕੇਅਰ ਦੀ ਵੈਲਿਊ ਸਾਡੇ ਕੋਲ -ਓਮੇਗਾ ਦੇ ਇਕੁਅਲ ਆ ਜਾਂਦੀ ਹੈ। ਇਹ ਤਿੰਨ ਰਿਜ਼ਲਟ ਨੇ ਜਿਹੜੇ ਸਾਨੂੰ ਪਤਾ ਹੋਣਾ ਚਾਹੀਦੇ ਨੇ, ਕਿਉਂਕਿ ਅਸੀਂ ਕਿਊਬ ਰੂਟ ਆਫ ਯੂਨਿਟੀ ਦੀ ਪ੍ਰੋਪਰਟੀਜ਼ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਡਿਸਕਸ ਕੀਤਾ ਸੀ ਰਜੇ। ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਕੁਐਸਚਨ ਦੀ। ਸਭ ਤੋਂ ਪਹਿਲਾਂ ਸਾਨੂੰ ਜਿਹੜੀ ਆਹ ਟਰਮ ਹੈ ਇਸ ਨੂੰ ਜਿਹੜਾ ਸਿੰਪਲੀਫਾਈ ਕਰਕੇ ਲਿਖਾਂਗੇ ਤਾਂ ਸਾਡੇ ਕੋਲ 1 - ਓਮੇਗਾ + ਓਮੇਗਾ ਸਕੇਅਰ ਦੀ ਪਾਵਰ 6 ਹੈ। ਉਸ ਨੂੰ ਅਸੀਂ ਫਾਈਂਡ ਆਊਟ ਕਿਵੇਂ ਕਰ ਸਕਦੇ ਹਾਂ, ਅਸੀਂ ਕੀ ਕਰਾਂਗੇ 1 + ਓਮੇਗਾ ਸਕੇਅਰ ਨੂੰ ਇਕੱਠੇ ਲਿਖ ਲਾਂਗੇ, ਕਿਉਂਕਿ ਰਜੇ ਸਾਡੇ ਕੋਲ 1 - ਓਮੇਗਾ ਇਸ ਤਰ੍ਹਾਂ ਦਾ ਕੋਈ ਵੀ ਫਾਰਮੂਲਾ ਨਹੀਂ ਹੈ, ਲੇਕਿਨ ਸਾਡੇ ਕੋਲ 1 + ਓਮੇਗਾ ਸਕੇਅਰ ਦੀ ਵੈਲਿਊ ਸਾਨੂੰ ਪਤਾ ਹੈ ਬਰਾਬਰ ਹੁੰਦੀ ਹੈ -ਓਮੇਗਾ ਦੇ। ਇਸ ਕਰਕੇ ਅਸੀਂ ਉਹਨੂੰ ਕੀ ਕਰ ਲਿਆ ਇਕੱਠੇ ਲਿਖ ਲਿਆ। 1 + ਓਮੇਗਾ ਸਕੇਅਰ ਦੀ ਜਗ੍ਹਾ ਮੈਂ ਲਿਖੂੰ -ਓਮੇਗਾ ਅਤੇ ਨਾਲ ਸਾਡੇ -ਓਮੇਗਾ ਆਲਰੇਡੀ ਗਿਵਨ ਹੈ ਅਤੇ ਪਾਵਰ ਕਿੰਨੀ ਆ ਗਈ 6। ਇਹ ਅਗਰ ਹੈ ਜੇ -2 ਦੀ ਪਾਵਰ 6 ਅਤੇ ਓਮੇਗਾ ਦੀ ਪਾਵਰ 6 ਅਤੇ ਮੈਂ ਇਹਨੂੰ ਲਿਖ ਸਕਦਾ ਹਾਂ 2 ਦੀ ਪਾਵਰ 6 ਕਿਉਂਕਿ ਮਾਈਨਸ ਜਿਹੜਾ ਹੈ ਉਹ ਕੀ ਹੋ ਜਾਏਗਾ ਪਲੱਸ ਕਨਵਰਟ ਹੋ ਜਾਏਗਾ। ਨੈਕਸਟ ਹੈ ਸਾਡੇ ਕੋਲ 1 + ਓਮੇਗਾ - ਓਮੇਗਾ ਸਕੇਅਰ ਦੀ ਪਾਵਰ ਕਿੰਨੀ ਦੇ ਰੱਖੀ ਹੈ 6 ਦੇ ਰੱਖੀ ਹੈ। ਹੁਣ ਇਸ ਕੇਸ ਦੇ ਵਿੱਚ ਰਜੇ ਸਾਡੇ ਕੋਲ 1 + ਓਮੇਗਾ ਦਾ ਜਿਹੜਾ ਫਾਰਮੂਲਾ ਹੈਗਾ, ਲੇਕਿਨ 1 - ਓਮੇਗਾ ਸਕੇਅਰ ਦਾ ਫਾਰਮੂਲਾ ਨਹੀਂ ਹੈ, ਨਾ ਹੀ ਸਾਡੇ ਕੋਲ ਓਮੇਗਾ - ਓਮੇਗਾ ਸਕੇਅਰ ਦਾ ਕੋਈ ਫਾਰਮੂਲਾ ਹੈ। ਤਾਂ ਅਸੀਂ ਕੀ ਕਰਾਂਗੇ 1 + ਓਮੇਗਾ ਸਕੇਅਰ 1 + ਓਮੇਗਾ ਦੀ ਜਗ੍ਹਾ 'ਤੇ ਕੀ ਲਿਖਾਂਗੇ -ਓਮੇਗਾ ਸਕੇਅਰ। ਤਾਂ ਸਾਡੇ ਕੋਲ ਕਿੰਨਾ ਆ ਜੂ ਰਜੇ -2 ਓਮੇਗਾ ਸਕੇਅਰ ਦੀ ਪਾਵਰ 6 ਆ ਜੂ, ਜਿਸ ਨੂੰ ਅਸੀਂ 2 ਦੀ ਪਾਵਰ 6 ਅਤੇ ਓਮੇਗਾ ਦੀ ਪਾਵਰ 12 ਲਿਖ ਸਕਦੇ ਹਾਂ। ਹੁਣ ਅਸੀਂ ਕੀ ਕਰਨਾ ਦੋਨਾਂ ਨੂੰ ਐਡ ਕਰਨਾ ਹੈ, ਤਾਂ ਐਡ ਕਰਕੇ ਸਾਡੇ ਕੋਲ ਆ ਜੂ 2 ਦੀ ਪਾਵਰ 6 ਓਮੇਗਾ ਦੀ ਪਾਵਰ 6 + 2 ਦੀ ਪਾਵਰ 6 ਓਮੇਗਾ ਦੀ ਪਾਵਰ 12। ਓਮੇਗਾ ਦੀ ਪਾਵਰ 6 ਸਾਨੂੰ ਪਤਾ ਹੈ ਰਜੇ ਓਮੇਗਾ n ਬਰਾਬਰ ਹੁੰਦਾ ਹੈ ਓਮੇਗਾ r ਦੇ। r ਆਪਣੇ ਕੋਲ ਰਿਮਾਈਂਡਰ ਹੈ ਜਦੋਂ n ਨੂੰ ਅਸੀਂ ਡਿਵਾਈਡ ਕਰਦੇ ਹਾਂ 3 ਦੇ ਨਾਲ। ਜਦੋਂ ਅਸੀਂ ਓਮੇਗਾ 6 ਦੀ ਵੈਲਿਊ ਫਾਈਂਡ ਆਊਟ ਕਰਾਂਗੇ ਤਾਂ ਉਹਦੀ ਵੈਲਿਊ ਬਰਾਬਰ ਹੁੰਦੀ ਹੈ ਓਮੇਗਾ 0 ਦੇ, ਜਿਸ ਨੂੰ ਅਸੀਂ 1 ਲਿਖ ਸਕਦੇ ਹਾਂ।
ओमेगा 12 की गल करिए तो वही वैल्यू भी बराबर होंगी है ओमेगा 0 के, जिस की वैल्यू असी 1 लिख सकते हैं। तो इत्थे भी साडे कोल कितना आ जाऊगा, इत्थे असी की करांगे साडे कोल 2 की पावर 6 नूं कॉमन ले लांगे है ना। 2 की पावर 6 जो कॉमन ले लिया, अंदर की बचा ओमेगा की 6 प्लस ओमेगा की 12 बचा। हुण की करांगे रजे, ऐड कर देंगे इन्हों, क्योंकि ओमेगा की पावर 6 कितना अपने कोल वो भी 1 है, तो ओमेगा की पावर 12 कितना वो भी 1 है। तो 1 + 1 कितना गया 2, तो 2 की 6 × 2 की पावर 1, तो की बन गया अपने को 2 की पावर 7 बन गया, जिसनों असी कितना लिख सकते हैं 128। तो ऑप्शन की अपनी डी करैक्ट है 83वें क्वेश्चन वास्ते। 84th क्वेश्चन रजी बहुत ही सिंपल है, ये आप किया सीगा ई दी पावर Z का कंसैप्ट। ई दी पावर Z जिहड़ा है उहदी जिहड़ी पीरीयड हुंदा वो हुंदा अपने कोल 2π दे इक्वल। ये असी किया सीगा ट्रांसडेंटल फंक्शनस दे विच जदों असीं ई दी पावर Z का कंसैप्ट पढ़िया सीगा उस केस दे विच। नैक्सट है साडे कोल 85वां क्वेश्चन। हुण देखो रजे अपने कोल ये क्वेश्चन इहो ਜਿਹੇ ने जिहड़े डायरैक्ट पूछे जाते हैं। असीं कहा सी कि रियल पार्ट ऑफ log Z, रियल पार्ट ऑफ log Z की वैल्यू, रियल पार्ट ऑफ log Z है ना, log EZ, तो असीं कहा सी इमैजनरी पार्ट ऑफ log EZ, तो असीं फाइंड आउट किया सी log EZ का आर्गूमेंट। ये सारी वैल्यूज़ असीं कहा सी याद रखनियां ने, ये सारी वैल्यूज़ जे याद रहनगियां तो डायरैक्ट तुसीं इत्थे आंसर दस सकते हो। हुण इत्थे इन्होंने रियल पार्ट भी पूछा है, इमैजनरी पार्ट भी पूछा है। ये रियल पार्ट इमैजनरी पार्ट की जगह तो log आयटा का आर्गूमेंट भी पूछ सकते सी, ये पूछ सकते सी भी log आयटा का मॉडलस की हुंदा है वो भी पूछ सकते सी। तो ये सारिया वैल्यूज़ देख लो घुम घुमा के बहुत यूज होंदियां ने, तो इन्हों जो डायरैक्ट याद रखना। तो असीं देखते हैं सब तो पहला साडे कोल ये जिहड़ियां वैल्यूज़ ने इन्हां की ने। तो सब तो पहला जो असी ट्रांसडेंटल फंक्शन log लिए किया सी, तो असी फाइंड आउट किया सी प्रिंसीपल वैल्यू ऑफ log EZ नूं, तो वो बराबर सी साडे कोल log EZ का मॉडलस प्लस आयटा प्रिंसीपल वैल्यू ऑफ आर्गूमेंट ऑफ Z के बराबर सी। अगर तुसीं ध्यान नाल देखो तो जिहड़ा log EZ मॉडलस ऑफ Z वाला पार्ट है, ये अपने कोल की सी रियल पार्ट ऑफ log EZ, ये रियल पार्ट सी साडे कोल। ते जिहड़ा आयटा दे नाल लग्या होया सी जिसनों असीं प्रिंसीपल वैल्यू ऑफ आर्गूमेंट ऑफ Z कहने आ, वो अपने कोल की सीगा इमैजनरी पार्ट ऑफ log EZ सी साडे कोल। इत्थों असीं जिहड़ा रजे log EZ की जगह ते हुण असीं फाइंड आउट करना log आयटा नूं, तो log आयटा साडे कोल बराबर होएगा log आयटा दा मॉडलस प्लस आयटा प्रिंसीपल वैल्यू ऑफ आयटा। यही साडे कोल जिहड़ा फार्मूला दिता सीगा जदों असीं ट्रांसडेंटल फंक्शन दे विच log नूं पढ़िया सी। हुण रजे ये अपने कोल की है रियल पार्ट, ये अपने कोल की है इमैजनरी पार्ट, तो सानू रियल ते दोने इमैजनरी फाइंड आउट करने लई कहा। अगे तो जदों तुहानूं रियल पार्ट फाइंड आउट करने लई कहा जाए तो तुसीं log Z मॉडलस फाइंड आउट करना है, तो जो तुहानूं इमैजनरी पार्ट कहा जाए तो तुसीं फाइंड आउट करना है प्रिंसीपल वैल्यू ऑफ Z नूं, या फिर जो अपने कोल कंपलैक्स नंबर दे रखा होगा उन्होंने। तो हुण इत्थों साडे कोल रजे log आयटा की जिहड़ी वैल्यू है मॉडलस की वो कितनी आ जूगी, वो आ जूगी log 1 के इक्वल, जिसनों असीं की कहांगे 0। तो अगर गल करिए प्रिंसीपल वैल्यू ऑफ आयटा की, तो वह पता है सानूं π/2 के इक्वल होंदी है। तो साडा आंसर क्या आ गया 0,π/2 आ गया। ऑप्शन साडे कोल की आ गया, ए आ गया 85 का आंसर। नैक्सट है साडे कोल 86th क्वेश्चन। 86th क्वेश्चन जे उन्होंने ही आउंदा होऊगा जिन्हें प्रॉपर्टीज़ नूं जिहड़ा है ध्यान नाल पढ़िया होगा। 86th क्वेश्चन च कहते हैं विच वन इज़ करैक्ट, सिस 0 डिग्री -1 के इक्वल होंदा है, सिस पाई 1 के इक्वल होंदा है, या फिर सिस -π/2 माइनस आयटा के इक्वल होंदा है, तो या फिर इन्हां विच्चों कोई भी सही नहीं है। तो रजे सिस 0 डिग्री साडे कोल बराबर होंदा है 1 दे, तो सिस जिहड़ा साडे कोल पाई होंदा है वो काहदे बराबर होंदा है, वो बराबर होंदा है -1 दे। तो जिहड़ा सिस -π/2 है रजे वो काहदे इक्वल होंदा है, वो इक्वल होंदा है माइनस आयटा दे। तो अपने कोल सी ऑप्शन जिहड़ी है करैक्ट है। इत्थे जे प्रॉपर्टीज़ पढ़ियां ने तो 1 मिनट दे विच आंसर आ जाएगा। नैक्सट है रजे साडे कोल 87th क्वेश्चन। कहते विच वन इज़ द फॉल्स स्टेटमेंट। इहो ਜਿਹੇ क्वेश्चनों विच असीं बहुत उलझ जाते हैं। इहो ਜਿਹੇ क्वेश्चन पेपर च आउंदे भी ने, हो सकता तुहानूं आ भी जावे इस बार जिहड़ा मास्टर कार्टर होवेगा। मास्टर कार्टर के एग्जाम के ज़्यादातर नॉट वाले क्वेश्चन तुसीं देखे होने भी नॉट डिफाइंड, नॉट ट्रू या फिर फाल्स है ना। फाल्स की जगह तो नॉट ट्रू यूज़ करते हैं, क्योंकि साडा माइंड जिहड़ा और नॉट शब्द नूं कई बार देखदा ही नहीं, ट्रू नूं देख लैंदा है। तो असीं उत्थे ट्रू टिक करे होने तो साडा आंसर गलत हो जाता है।
गल करते हैं इत्थे कहते सिस थीटा 1 इंटू सिस थीटा 2 इज इक्वल टू सिस थीटा 1 प्लस थीटा 2 दे है। तो पहली स्टेटमेंट तो जी सही है क्योंकि सानू पता है ये बराबर होंदा है। सैकेंड स्टेटमेंट है कहते सिस माइनस थीटा बराबर होंदा है 1/6 थीटा दे, ये भी सही स्टेटमेंट है जी, जबकि जिहड़ा है अपना आंसर फॉल्स स्टेटमेंट लभना है। सी ऑप्शन की दे रखी है कहते सिस थीटा प्लस सिस माइनस थीटा बराबर होंदा 2 cos थीटा दे, ये स्टेटमेंट भी सही दे रखी है। तो अपने को करैक्ट आंसर की आ गया, वो आ गया ऑप्शन डी, नन ऑफ दीज। भी सारिया स्टेटमेंट ट्रू ने, इन्हां विचों कोई भी जी है फाल्स नहीं है। नैक्सट आ गया जी अपने को 88th क्वेश्चन। तो बहुत सारे क्वेश्चन इहो ਜਿਹੇ ਨੇ जिन्हां विच सिस हो गया, पोलर फॉर्म हो गया, डी मोइवरेज थ्योरम हो गया, बहुत भर के यूज़ होंदा है। तो राजे इन्हां सारिਆਂ ਨੂੰ ਜਿਹੜਾ प्रैक्टिस करो जिन्ना हो सके उन्ना। 88वां क्वेश्चन सानू कहते हैं जैड दे रखा पोलर फॉर्म के आर कॉस थीटा प्लस आयटा साइन थीटा, तो असी फाइंड आउट करना है जैड डिवाइडेड बाय जैड बार प्लस जैड बार डिवाइडेड बाय जैड नूं, ये फाइंड आउट करना असी। हुण जैड जिहड़ा साडे कोल वो वैल्यू दे रखी है, तो जैड बार रजे किन्ना हुंदा है, वो हुंदा अपने कोल नैगेटिव कंजूगेट किंदा अपने को वाई नूं की करते हैं आपां नैगेटिव बना लेंगे, जो भी अपना इमेजिनरी पार्ट हुंदा है वह साइन चेंज कर देने आयटा का। लेकिन 88th क्वेश्चन नूं करन दे दो मैथड ने, एक तो की है तुसी जैड की वैल्यू फाइंड आउट कर ली है जो गिवन है, फिर तुसी जैड बार फाइंड आउट करो। जब तुसी जैड बार फाइंड आउट कर लोगे उस तो बाद तुसी इन्हां नूं जिहड़ा वैल्यूज़ नूं जैड ते जैड बार नूं सबस्टिट्यूट कर दो, सबस्टिट्यूट करके डिवाइड कर लो, दोनों साइड ते डिवाइड कर लो, फिर उन्होंने ऐड कर दो। एक तो यही मैथड है जिहड़ा तुसी खुद करके देखियो भी तुहानूं कितना टाइम लगता है। दूजा मैथड की है रजे, असी जिहड़ा है इनू सिंपलीफाई कर दिंदे आ इन द फॉर्म ऑफ सिस थीटा। जैड बन सानूं पता है आर कॉस थीटा प्लस आयटा साइन थीटा दे इक्वल दे रखा है ना, तो असी इनू की लिख सकते हैं ए दी पावर आयटा थीटा लिख सकते हैं, इनू असी की लिख सकते हैं सिस थीटा भी लिख सकते हैं। मेरे दिमाग के सिस थीटा कित्थों आया, मेरे दिमाग में सिस थीटा आया ऑप्शनस नूं देख के। मैनू पता है कि 2 cos थीटा भी सिस थीटा जिहड़ा हुंदा गा, इत्थे अगर मान लो 2 आयटा साइन थीटा दिता हुंदा फिर तो मैनू पक्का ही श्योरिटी हो जाती भी सिस थीटा की वरतों हो रही है, क्योंकि रजे सानू पता है सिस थीटा प्लस सिस माइनस थीटा बराबर होंदा है टू cos थीटा दे, तो आपां नूं पता है सिस थीटा माइनस सिस माइनस थीटा बराबर होंदा है 2 आयटा साइन थीटा दे। तो इसलिए क्या मैं अगर इत्थे ने डी ऑप्शन च 2 आयटा दिता हुंदा ना फिर तो मैं फिर तो पक्का ही श्योरिटी सी भी आंसर जिहड़ा वो सिस की वरतों के नाल आऊगा। तो इस तरह ऑप्शनस देख लेनी है, स्टेटमेंट देख लेनी है, थोड़े माइंड दे विच कुछ ना कुछ जिहड़ा क्लू आ जाऊगा भी इहनूं किस तरह मैं थोड़े स्टैप्स दे विच सॉल्व कर सकदा। तो हुण आ जाने वापस क्वेश्चन ते, असी जैड की जगह ते की सबस्टिट्यूट करांगे सिस थीटा, तो जड़ा जैड बार है रजे ਉਹਦੀ जगह ਤੇ की सबस्टिट्यूट करांगे सिस माइनस थीटा। देख रहे हो वध रहे ना असीं उस चीज़ वाल। उस तो बाद अजे आपां की करांगे जिहड़ा सानू स्टेटमेंट दे रखी है जिहड़ी फाइंड आउट करनी है उस च वैल्यू सबस्टिट्यूट कर देंगे जैड ते जैड बार दी। सिस थीटा डिवाइडेड बाय सिस माइनस थीटा, अगर तुसीं सिस की फॉर्म च ना लिखते इनू सिंपली आर कॉस थीटा प्लस आयटा साइन थीटा की फॉर्म च लिखते तो उन्होंने जे अगर डिवाइड करते फिर प्लस करते काफ़ी मुश्किल हो जानी सी रजे, इनू इदां सॉल्व कर ही नहीं पाना सी। इस करके इनू जिहड़ा है सिस की फॉर्म दे विच मैं बना लिता फिर डिवाइड कर देंगे आपां सिस थीटा दे नाल। हुण अगर तुसी सारी प्रॉपर्टीज़ नू पढ़िया ध्यान दे नाल तां तुहानूं इस चीज़ का भी पता होना है कि रजे सिस थीटा अपॉन सिस थीटा 1 अपॉन सिस थीटा 2 असीं इहनूं लिखा सी सिस थीटा 1 माइनस थीटा 2 दे इक्वल। अगर तुसीं प्रॉपर्टीज़ नूं ध्यान नाल लिखिया पढ़िया गा सिस थीटा 1 इंटू सिस थीटा 2 नूं लिखिया सी सिस थीटा 1 प्लस थीटा 2 दे इक्वल। ये दो प्रॉपर्टीज़ ही आपां कीतियां सीगियां डिवाइड ते मल्टीप्लीकेशन दियां। हुण अपने कोल थीटा अपॉन माइनस थीटा है, सिस थीटा अपॉन माइनस थीटा है, इत्थे अपने कोल सिस माइनस थीटा अपॉन थीटा है। तो असीं डिवाइड वाली प्रॉपर्टी जिहड़ी है उहदी वरतों करके इत्थे जिहड़ी है सिस डिवाइड वाली वरतों करके असीं की करांगे हल करांगे। तो साडे कोल की आ जाऊगा राजे, इत्थे अपने कोल आ गया सिस थीटा माइनस माइनस थीटा, ठीक है जी, प्लस सिस माइनस थीटा दे इक्वल। तो अपने को आ गया जी सिस इत्थे प्लस हो गया तो आ बन गया अपने को थीटा प्लस थीटा, तो आ गया 2 थीटा प्लस सिस, ये आ गया अपने को -2 थीटा। लो जी अपने को आंसर जिहड़ा की आ चुका है, बहुत ईजी कंसैप्ट सीगा साडे कोल। हुण अपने को आंसर आ गया 2 सिस 2 थीटा, ठीक है जी, 2 cos
टू थीटा, क्योंकि सानू पता है सिस थीटा प्लस सिस माइनस थीटा बराबर होंदा है टू कॉस थीटा दे। जिन्ना एंगल इधर है उन्ना ही एंगल इधर होना चाहिए। इत्थे टू थीटा इत्थे भी टू थीटा ही लिखा, इस करके मैं जिहड़ा टू कॉस टू थीटा लिखा, तो आंसर अपना की आ गया बी ऑप्शन आ गया। तो इस तरह बड़े ही सिंपल वे दे नाल रजे असी जिहड़ा है प्रॉपर्टीज़ का यूज़ करके किसी भी क्वेश्चन नूं कर सकते हैं। नैक्सट है साढ़े को 89th क्वेश्चन। 89th क्वेश्चन सानू कहा गया कि असी वैल्यू फाइंड आउट करनी है लॉग आयटा दी। हुण तक असी बहुत सारे क्वेश्चन दे विच रजे लॉग आयटा की जिहड़ी वैल्यू है उन्होंने फाइंड आउट कर चुके हैं। लॉग आयटा की वैल्यू साढ़े को बराबर है लॉग आयटा का मॉड प्लस आयटा इंटू प्रिंसीपल वैल्यू ऑफ आयटा। तो ये सॉल्व करके साढ़े को आंसर आ जाता आयटा पाई बाय टू। तो बहुत सारिया रकम जिहड़ियां ने देखो डिफरेंट कंसैप्ट दे विच यूज़ होंदियां ने। बहुत सारे क्वेश्चन जिहड़े ने जिहड़े रिपीट होंदे ने यूज़ होंदे ने अलग क्वेश्चनस दे विच। हुण अगर इत्थे असीं लॉग आयटा की वैल्यू फाइंड आउट करांगे, पहला प्रिंसीपल वैल्यू सानू पता होनी चाहिए है, फिर लॉग आयटा का मॉडुलस पता होना चाहिए, फिर सानू पता लगता भी लॉग आयटा की वैल्यू आयटा पाई बाय टू है। तो जे असीं डायरैक्ट ही याद कर लेंदे, सानू प्रैक्टिस ही इन्नी हो जाए, असीं काम ही इन्ना करिए कि सानू डायरैक्ट याद हो गई वैल्यूज़। तो रजे इत्थे साडे कोल एक स्टैप दे विच असीं लिख सकते हैं कि लॉग इंटू आयटा पाई बाय टू आ गया साडे कोल। हुण असीं फाइंड आउट करनी है लॉग की वैल्यू आयटा पाई बाय टू की, है ना। लॉग आयटा पाई बाय टू की वैल्यू फाइंड आउट करनी है। तो ये लिए भी असीं सेम प्रोसैस यूज़ करांगे। की होगा साडे कोल लॉग मॉडुलस ऑफ आयटा पाई बाय टू प्लस प्रिंसीपल वैल्यू ऑफ आयटा पाई बाय टू। हुण इत्थे लॉग आयटा पाई बाय टू का मॉड पता करना है, तो वह मॉडुलस की आजू अपने को लॉग स्केयर रूट ऑफ पाई बाय टू का होल स्केयर, क्योंकि रियल पार्ट तो ये जीरो ही है, प्लस प्रिंसीपल वैल्यू की आजूगी अपने को आयटा पाई बाय टू की। तो रजे आयटा दे नाल जो भी रकम लगी होवे, आयटा पाई बाय टू होवे, आयटा थ्री होवे, थ्री आयटा होवे, फोर आयटा होवे, तो हमेशा जो वाई एक्सिस के उपर जो भी टर्म लाई करोगी वह प्रिंसीपल वैल्यू आयटा पाई बाय उसकी प्रिंसीपल वैल्यू साढ़े कोल की होगी पाई बाय टू ही होएगी। इत्थे साढ़े कोल बाहर आयटा लग्या है, तो प्रिंसीपल वैल्यू ऑफ आयटा पाई बाय टू साढ़े कोल कितनी आ गई पाई बाय टू ही आऊगी। नैक्सट साढ़े कोल जे हुण वैल्यू असीं फाइंड आउट करनी है लॉग स्केयर रूट ऑफ पाई बाय टू। तो स्केयर रूट नाल स्केयर कैंसल हो गया, तो अपने कोल की आ गया लॉग पाई बाय टू। इधर अपने कोल की आ गया आयटा पाई बाय टू। तो आंसर कितना आ गया अपने कोल जे आयटा पाई बाय टू प्लस लॉग पाई बाय टू, क्योंकि मैं इनू अगे लिख लिया, इनू मैं पिछे लिख लिया, एक ही गल है ना। तो आंसर की आ गया अपने को ऑप्शन सी ऑप्शन के नाल मैच करन दी मैंने लिखा। नैक्सट आ रहा जी साढ़े को 90 क्वेश्चन। 90वां क्वेश्चन च कहते हैं भी साइन एक्स प्लस आयटा कॉस एक्स की पावर एन किहदे बराबर है। हुण इत्थे असीं की गलती करांगे, मिसटेक साडी की होगी। मिसटेक होगी कि असी बिना देखे असीं डी मायोवरस थ्योरम लगा देंगे, तो आंसर लिख देंगे साइन एन एक्स प्लस आयटा कॉस एन एक्स, फिर असी इसनूं सिस एन एक्स भी लिख देंगे। असी की करांगे सिस ते फिर इत्थे कर देंगे नन ऑफ दीस। तो इदां दी जिहड़ी गलती है वो नहीं करनी रजे, क्योंकि सानू पता होना चाहिए डी मायोवरस थ्योरम जिहड़ी है वो कित्थे लगदी है। डी मायोवरस थ्योरम वास्ते सही कंडीशनस लिखियां सी। सब तो पहली कंडीशन ये लिखी सीगी कि साडे कोल जिहड़ा आयटा है वो साइन दे नाल होना चाहिए। दूजी कंडीशन लिखी सीगी कि जिहड़ा एंगल साइन दा है उही एंगल कॉस दा होना चाहिए, एंगल दे विच फर्क नहीं होना चाहिए। तो इस केस दे विच साडी जिहड़ी फस्ट कंडीशन है ये फुलफिल नहीं हो रही। क्यों? क्योंकि आयटा कॉस दे नाल लग्या होया। तो इस केस दे विच असीं की करांगे जे सानू पता है साइन 90 माइनस थीटा बराबर हुंदा है कॉस थीटा दा, कॉस थीटा दे फस्ट क्वाड्रेंट दे विच। सैकेंड सानू पता है कॉस 90 माइनस थीटा बराबर हुंदा है साइन थीटा दे। ये भी दोने फस्ट क्वाड्रेंट च ने, तो साइन भी पॉजिटिव है कॉस भी पॉजिटिव है। इस जिहड़े रिजल्ट की प्रॉपर्टी की वरतों करके असीं साइन एक्स प्लस आयटा कॉस एक्स की पावर एन नूं जिहड़ा है चेंज कर लांगे डी मायोवरस थ्योरम की रिक्वायरमेंट के अकॉर्डिंग। ठीक है जी, असीं रिक्वायरमेंट बना रहे हैं डी मायोवरस थ्योरम की, फिर एन नूं एंगल नाल मल्टीप्लाई कर देंगे, सिंपल। हुण देखो जी सब तो पहला असीं की करांगे साइन की जगह ते की लिखांगे, उस दी जगह ते लिखांगे कॉस पाई बाय टू माइनस एक्स प्लस आयटा कॉस की जगह ते की लिखांगे साइन पाई बाय टू माइनस एक्स। तो इन्हां दी होल पावर कितनी है एन दे रखी है। मैं इत्थों जिहड़ा है चेंज करके यह लिख दिता।
ਨੈਕਸਟ ਹੈ ਸਾਡੇ ਕੋਲ ਹੁਣ ਕੀ ਕਰਾਂਗੇ ਅਸੀਂ ਐਂਗਲ ਚੈੱਕ ਕਰਾਂਗੇ ਦੋਨਾਂ ਦੇ ਐਂਗਲ ਸੇਮ ਨੇ ਦੋਨਾਂ ਦੇ ਐਂਗਲ ਸੇਮ ਨੇ ਇਹ ਵੀ π/2 - x ਹੈ ਇਹ ਵੀ π/2 - x ਹੈ ਤੇ ਦੇਖਾਂਗੇ ਸਾਈਨ ਦੇ ਨਾਲ ਆਇਟਾ ਲੱਗਿਆ ਹਾਂਜੀ ਲੱਗਿਆ ਹੋਇਆ ਤਾਂ ਹੁਣ ਇੱਥੇ ਆਪਾਂ ਕੀ ਅਪਲਾਈ ਕਰ ਸਕਦੇ ਹਾਂ ਡੀ ਮਾਈਵਰਸ ਥਿਓਰਮ ਅਪਲਾਈ ਕਰ ਸਕਦੇ ਹਾਂ ਤਾਂ ਆਪਣੇ ਕੋਲ ਕਿੰਨਾ ਆ ਜੂ n π/2 - x ਪਲੱਸ ਆਇਟਾ ਸਾਈਨ n π/2 - x ਆ ਗਿਆ ਜੀ। ਹੁਣ ਨੈਕਸਟ ਸਾਡੇ ਕੋਲ ਕਿੰਨਾ ਰਾਜੇ ਅਸੀਂ ਇਹਨੂੰ ਕੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਇਹਨੂੰ ਲਿਖ ਸਕਦੇ ਹਾਂ ਸਿਸ ਫਾਰਮ ਦੇ ਵਿੱਚ ਸਿਸ ਫਾਰਮ ਦੇ ਵਿੱਚ ਲਿਖਣ ਲਈ ਸਾਡੇ ਕੋਲ ਕੀ ਆ ਜੂ ਸਿਸ n π/2 - x ਆ ਗਿਆ ਤਾਂ ਚੈੱਕ ਕਰੋ ਕਿਹੜੀ ਆਪਣੀ ਆਪਸ਼ਨ ਮੈਚ ਹੋ ਰਹੀ ਹੈ ਇਹ ਆਪਣੀ ਮੈਚ ਹੋ ਰਹੀ ਹੈ ਜੀ ਆਪਸ਼ਨ ਨੰਬਰ ਬੀ ਤਾਂ ਬੀ ਆਪਸ਼ਨ ਕੀ ਹੈ ਕਰੈਕਟ। ਤਾਂ ਇਸੇ ਤਰ੍ਹਾਂ ਤੁਸੀਂ ਜਿਹੜਾ ਹੈ ਪ੍ਰੋਪਰਟੀਜ਼ ਨੂੰ ਯਾਦ ਰੱਖਣਾ ਕੀ ਉਹਦੇ ਵਿੱਚ ਗਲਤੀਆਂ ਨੇ ਉਹਨਾਂ ਨੂੰ ਵੀ ਜਿਹੜਾ ਯਾਦ ਰੱਖਣਾ ਰਾਜੇ ਤਾਂ ਜਿਹਦੇ ਨਾਲ ਸਾਡਾ ਕੁਐਸਚਨ ਜਿਹੜਾ ਗਲਤ ਨਹੀਂ ਹੋਵੇਗਾ। ਨੈਕਸਟ ਹੈ ਸਾਡੇ ਕੋਲ 91th ਕੁਐਸਚਨ ਇਹ ਵੀ ਮੈਨੂੰ ਲੱਗਦਾ ਰਾਜੇ ਰਿਪੀਟ ਹੀ ਹੋਇਆ ਲੇਕਿਨ ਤੁਸੀਂ ਇਹਨੂੰ ਕਾਊਂਟ ਕਰ ਹੀ ਲਿਓ ਕਿਉਂਕਿ ਅਸੀਂ ਆਲਰੇਡੀ ਹੁਣ ਕਹਿ ਦਿੱਤਾ ਕਿ 81 ਦੇ ਵਿੱਚੋਂ ਮਾਰਕਸ ਦੱਸਣੇ ਨੇ ਤਾਂ ਇਹ ਵੀ ਮੈਨੂੰ ਲੱਗਦਾ ਰਿਪੀਟ ਹੀ ਹੋਇਆ ਕੁਐਸਚਨ ਇਸ ਦੇ ਵਿੱਚ ਤੁਸੀਂ ਸਮ ਆਫ ਇਨਫਾਈਨਾਈਟ ਟਰਮ ਦਾ ਜਿਹੜਾ ਫਾਰਮੂਲਾ ਯੂਜ਼ ਕਰਕੇ ਫਾਈਂਡ ਆਊਟ ਕਰ ਲਓਗੇ ਤਾਂ ਮੇਰੇ ਅਕੋਰਡਿੰਗ ਜਿਹੜਾ ਆਨਸਰ ਆਵੇਗਾ ਉਹ ਆਵੇਗਾ ਆਪਣੇ ਕੋਲ 9 + 6 ਆਇਟਾ ਬਾਈ 13 ਤਾਂ ਤੁਸੀਂ ਇਹਨੂੰ ਚੈੱਕ ਕਰ ਲਿਓ ਸੇਮ ਰਿਪੀਟ ਹੋ ਰਿਹਾ ਕੁਐਸਚਨ। ਨੈਕਸਟ ਹੈ ਸਾਡੇ ਕੋਲ 92 ਕੁਐਸਚਨ ਜਿਹੜਾ ਸਾਨੂੰ ਦੇ ਰੱਖਿਆ ਕਹਿੰਦੇ log e ਆਇਟਾ ਦੀ ਵੈਲਿਊ ਫਾਈਂਡ ਆਊਟ ਕਰੋ ਪ੍ਰਿੰਸੀਪਲ ਵੈਲਿਊ ਕਿਹਾ ਉਹਨਾਂ ਨੇ ਤਾਂ ਪ੍ਰਿੰਸੀਪਲ ਵੈਲਿਊ ਸਾਨੂੰ ਡਾਇਰੈਕਟ ਯਾਦ ਹੈ log e ਦੀ ਆਇਟਾ ਦੀ ਪ੍ਰਿੰਸੀਪਲ ਵੈਲਿਊ ਕੀ ਹੁੰਦੀ ਹੈ ਉਹ ਹੁੰਦੀ ਹੈ ਆਇਟਾ π/2 ਤਾਂ ਦੇਖੋ ਕਿੰਨੇ ਮਤਲਬ ਈਜ਼ੀ ਕੁਐਸਚਨਸ ਨੇ ਕਿੰਨਾ ਯੂਜ਼ਫੁਲ ਮਤਲਬ ਕਹਿ ਸਕਦੇ ਹਾਂ ਵੀ ਇਹ ਕੰਸੈਪਟ ਯੂਜ਼ ਹੁੰਦਾ log ਆਇਟਾ ਦਾ ਕਿੰਨੇ ਕੁਐਸਚਨ ਦੇ ਵਿੱਚ। ਨੈਕਸਟ ਸਾਡੇ ਕੋਲ ਰਾਜੇ 93rd ਕੁਐਸਚਨ 93rd ਕੁਐਸਚਨ 'ਚ ਕਹਿੰਦੇ ਆ ਦਾ ਪ੍ਰਿੰਸੀਪਲ ਵੈਲਿਊ ਆਫ ਐਂਪਲੀਟਿਊਡ ਆਫ 1 + ਆਇਟਾ ਆਰਗੂਮੈਂਟ ਪਤਾ ਕਰਨਾ ਜੀ ਉਹਦੀ ਪ੍ਰਿੰਸੀਪਲ ਵੈਲਿਊ ਪਤਾ ਕਰਨੀ ਹੈ 1 + ਆਇਟਾ ਦੀ ਤਾਂ 1 + ਆਇਟਾ ਸਾਨੂੰ ਪਤਾ ਹੈ ਕਿਹੜੇ ਕੁਆਡਰੈਂਟ 'ਚ ਲਾਈ ਕਰਦਾ 1,1 ਇਹ ਲਾਈ ਕਰਦਾ ਫਸਟ ਕੁਆਡਰੈਂਟ 'ਚ ਤਾਂ ਫਸਟ ਕੁਆਡਰੈਂਟ ਦੇ ਵਿੱਚ ਆਰਗੂਮੈਂਟ ਬਰਾਬਰ ਹੁੰਦਾ tan ਇਨਵਰਸ y/x ਦੇ ਮੋਡ ਦੇ ਤਾਂ ਇਹ ਆਪਣੇ ਕੋਲ ਆ ਗਿਆ tan ਇਨਵਰਸ 1/1 ਤਾਂ ਆਪਣੇ ਕੋਲ ਆ ਗਿਆ π/4 ਆ ਗਿਆ ਤਾਂ ਆਨਸਰ ਕੀ ਆ ਗਿਆ ਆਪਣਾ ਆਪਸ਼ਨ ਬੀ ਆ ਗਿਆ। 94th ਕੁਐਸਚਨ ਜਿਹੜਾ ਹੈ ਉਹ ਇੰਟਰਸਟਿੰਗ ਕੁਐਸਚਨ ਹੈ 94th ਕੁਐਸਚਨ ਦੇ ਵਿੱਚ ਰਾਜੇ ਇਹ ਕਿਹਾ ਗਿਆ ਕਿ ਸਾਡੇ ਕੋਲ a1 + ਆਇਟਾ b1 * a2 + ਆਇਟਾ b2 ਅਪ ਟੂ ਸੋ an + ਆਇਟਾ bn ਬਰਾਬਰ ਦੇ ਰੱਖਿਆ a + ਆਇਟਾ b ਦੇ ਤੇ ਅਸੀਂ ਫਾਈਂਡ ਆਊਟ ਕਰਨਾ a1² + b1² + a2² + b2² ਅਪ ਟੂ ਸੋ an² + bn² ਦੀ ਵੈਲਿਊ ਕਿੰਨੀ ਹੋਵੇਗੀ 1 ਹੋਵੇਗੀ a² + b² ਹੋਵੇਗੀ a² - b² ਹੋਵੇਗੀ ਜਾਂ ਫਿਰ ਹੋਵੇਗੀ ਨਨ ਆਫ ਦੀਸ। ਤਾਂ ਸਭ ਤੋਂ ਪਹਿਲਾਂ ਰਾਜੇ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਕੰਸੈਪਟ ਆਉਣਾ ਚਾਹੀਦਾ ਉਹ ਇਹ ਹੈ ਵੀ ਤੁਸੀਂ ਸਟੇਟਮੈਂਟ ਨੂੰ ਧਿਆਨ ਨਾਲ ਦੇਖ ਕੇ ਸਮਝ ਪਾਓ ਵੀ ਕੀ ਇੱਥੇ ਲੱਗਣਾ ਹੈ ਕਿ ਕਿਹੜਾ ਇੱਥੇ ਪ੍ਰੋਪਰਟੀ ਜਿਹੜੀ ਯੂਜ਼ ਹੋਣੀ ਹੈ। ਹੁਣ ਤੁਸੀਂ ਦੇਖੋ ਇੱਥੇ ਆਇਟਾ ਹੈ ਆਪਣੇ ਨਾਲ ਜਿਹੜਾ ਆਪਾਂ ਨੂੰ ਗਿਵਨਸ ਦੇ ਰੱਖਿਆ ਜਿਹ 'ਚ ਫਾਈਂਡ ਆਊਟ ਕਰਨਾ ਸੀ ਵੈਲਿਊ ਉਹ 'ਚ ਆਇਟਾ ਮਿਸਿੰਗ ਹੈ ਅਤੇ ਨਾਲੇ ਇੱਥੇ ਪਾਵਰ 1 ਹੈ a1 ਦੀ ਅਤੇ ਇੱਥੇ ਪਾਵਰ ਆਪਾਂ ਨੂੰ ਕਿੰਨੀ ਦੇ ਰੱਖੀ ਹੈ 2 ਦੇ ਰੱਖੀ ਹੈ। ਇਹ ਦੋ ਗੱਲਾਂ ਸਾਡੇ ਦਿਮਾਗ 'ਚ ਆਉਂਦੀਆਂ ਨੇ ਅਤੇ ਤੁਸੀਂ ਇਹ ਦੇਖੋ ਵੀ ਤੁਸੀਂ ਆਇਟਾ ਨੂੰ ਐਲੀਮੀਨੇਟ ਕਿਵੇਂ ਕਰ ਸਕਦੇ ਹੋ ਕੋਈ ਐਲੀਮੀਨੇਟ ਹੀ ਕੀਤਾ ਨਾ ਖਤਮ ਹੋਇਆ ਵਾ ਅਤੇ ਪਾਵਰਾਂ ਨੂੰ ਸਕੇਅਰ ਕਿਵੇਂ ਕਰ ਸਕਦੇ ਹੋ। ਮੈਂ ਇੱਕ ਉਦਾਹਰਨ ਦਿੰਦਾ ਸਾਡੇ ਕੋਲ z ਬਰਾਬਰ ਹੈ x + ਆਇਟਾ y ਦੇ ਅਤੇ ਜਦੋਂ ਅਸੀਂ ਇਹਦਾ ਮੋਡ ਫਾਈਂਡ ਆਊਟ ਕਰਦੇ ਸੀ ਤਾਂ x + ਆਇਟਾ y ਦਾ ਮੋਡ ਸਾਡੇ ਕੋਲ ਬਰਾਬਰ ਹੋ ਜਾਂਦਾ ਸੀ √(x² + y² ਦੇ ਤਾਂ ਤੁਸੀਂ ਦੇਖੋਗੇ ਇੱਕ ਤਾਂ ਅਸੀਂ ਮੋਡ ਐਲੀਮੀਨੇਟ ਕਰਤਾ ਖਤਮ ਕਰਤਾ ਇੱਕ ਇਹਦੀਆਂ ਪਾਵਰਾਂ ਜਿਹੜੀਆਂ ਨੇ ਉਹ 1 ਤੋਂ 2 ਹੋ ਗਈਆਂ ਸਕੇਅਰ ਹੋ ਗਿਆ ਉਹਨਾਂ ਪਾਵਰ ਸਕੇਅਰ ਨਹੀਂ ਪਾਵਰ ਜਿਹੜੀ ਆ 2 ਬਣ ਗਈ x ਦੀ ਪਾਵਰ ਪਹਿਲਾਂ 1 ਸੀ ਹੁਣ x ਦੀ ਪਾਵਰ 2 ਹੋ ਗਈ। ਤਾਂ ਆਪਣੇ ਕੋਲ ਮੋਡੂਲਸ ਫੰਕਸ਼ਨ ਇਹੋ ਜਿਹਾ ਕੰਸੈਪਟ ਹੈ ਜਿਹਦੇ ਨਾਲ ਅਸੀਂ ਇਹ ਦੋਨੇ ਚੀਜ਼ਾਂ ਕਰ ਪਾਏ ਜੋ ਅਸੀਂ ਓਬਜ਼ਰਵ ਕੀਤੀਆਂ ਸਟੇਟਮੈਂਟ ਦੇ ਵਿੱਚ। ਤਾਂ ਅਸੀਂ ਕੀ ਕਰਾਂਗੇ ਰਾਜੇ a1 + ਆਇਟਾ b1 * a2 + ਆਇਟਾ b2 ਅਪ ਟੂ ਸੋ an + ਆਇਟਾ bn ਜੋ ਸਾਨੂੰ ਬਰਾਬਰ ਦੇ ਰੱਖਿਆ a + ਆਇਟਾ b ਦੇ ਇਹਦਾ ਮੋਡ ਕਰ ਦਾਂਗੇ। ਹੁਣ ਦੇਖੋ ਮੋਡੂਲਸ ਜਿਹੜਾ ਮੈਂ ਅਲੱਗ-ਅਲੱਗ ਕਿਵੇਂ ਲਿਖ ਲਿਆ ਸਾਨੂੰ ਪਤਾ ਜਦੋਂ z1 * z2 ਦਾ ਮੋਡੂਲਸ ਦੇ ਰੱਖਿਆ ਹੋਵੇ ਇੱਥੇ z2 ਹੈ ਤਾਂ ਬਰਾਬਰ ਹੁੰਦਾ z1 ਮੋਡ ਦੇ * z2 ਮੋਡ ਦੇ ਤਾਂ ਇਸ ਲਈ ਜਦੋਂ ਮੈਂ ਸਾਰੇ ਦਾ ਮੋਡ ਕੀਤਾ ਤਾਂ ਮੈਂ ਇਕੱਲੇ ਦਾ ਵੀ ਜਿਹੜਾ ਉਹ ਮੋਡ ਲਿਖ ਸਕਦਾ ਹਾਂ। ਹੁਣ ਅਸੀਂ ਫਾਈਂਡ ਆਊਟ ਕਰਾਂਗੇ a1 + ਆਇਟਾ b1 ਦਾ ਮੋਡ ਤਾਂ ਉਹ ਬਰਾਬਰ ਕਾਹਦੇ ਆ ਜਾਊਗਾ ਆਪਣੇ ਕੋਲ ਉਹ ਬਰਾਬਰ ਆ ਜਾਊਗਾ ਜੀ √(a1² + b1² ਅਤੇ a2 + ਆਇਟਾ b2 ਦਾ ਫਾਈਂਡ ਆਊਟ ਕਰਾਂਗੇ ਉਹ ਆ ਜਾਊ a2² + b2² ਇਸੇ ਕਰਦੇ √(an² + bn² ਅਤੇ ਬਰਾਬਰ ਆ ਜਾਊਗਾ ਜੀ ਆਪਣੇ ਕੋਲ √(a² + b² ਦੇ।
ਹੁਣ ਅੱਗੇ ਆਪਾਂ ਕੀ ਸੋਚਣਾ, ਅੱਗੇ ਸੋਚਣਾ ਵੀ ਸਾਨੂੰ ਫਾਈਂਡ ਆਊਟ ਕਰਨ ਲਈ ਕੀ ਕਿਹਾ ਗਿਆ। ਤਾਂ ਇੱਥੇ ਜਿਹੜੀ ਆਪਣੇ ਕੋਲ ਪਾਵਰ ਹੈ ਉਹ 1 ਹੈ, ਪਾਵਰ 1 ਹੈ ਨਾ, ਪਾਵਰ 1 ਹੈ। ਤਾਂ ਪਾਵਰ ਜਿਹੜੀ ਆ ਇੱਥੇ ਕਿੰਨੀ ਆਪਣੇ ਕੋਲ ਹਾਫ ਹੈ, ਤਾਂ ਹਾਫ ਨੂੰ 1 ਕਿਵੇਂ ਬਣਾਵਾਂਗੇ, ਉਹ ਕਰਾਂਗੇ ਜੀ ਆਪਾਂ ਸਕੇਅਰਿੰਗ ਬੋਥ ਸਾਈਡਸ ਦੇ ਨਾਲ। ਜਦੋਂ ਦੋਨਾਂ ਸਾਈਡ 'ਤੇ ਸਕੇਅਰ ਕਰਤਾ ਤਾਂ ਇੱਧਰੋਂ ਸਕੇਅਰ ਰੂਟ ਹਟ ਜੂ, ਮਲਟੀਪਲਾਈ ਦੇ ਵਿੱਚ ਨੇ ਤਾਂ ਸਾਰੇ ਉੱਪਰ ਹੀ ਸਕੇਅਰ ਹੋਊਗਾ, ਇੱਧਰੋਂ ਵੀ ਸਕੇਅਰ ਹਟ ਜੂ, ਤਾਂ ਆਪਣਾ ਆਨਸਰ ਕਿੰਨਾ ਆ ਜਾਊਗਾ, a ਸਕੇਅਰ ਪਲੱਸ b ਸਕੇਅਰ ਆ ਜਾਊਗਾ। 95 ਕੁਐਸਚਨ ਸਾਨੂੰ ਦੇ ਰੱਖਿਆ, ਕਹਿੰਦੇ ਦ ਲੋਕਸ ਆਫ ਅ ਪੁਆਇੰਟ z ਸੈਟਿਸਫਾਈ ਰੀਅਲ ਪਾਰਟ ਆਫ z ਸਕੇਅਰ ਇਜ਼ ਇਕੁਅਲ ਟੂ 0 ਇਜ਼ ਅ ਸਟ੍ਰੇਟ ਪੇਅਰ ਆਫ ਸਟ੍ਰੇਟ ਲਾਈਨ, ਜਾਂ ਫਿਰ ਇਹ ਸਰਕਲ ਹੈ, ਜਾਂ ਫਿਰ ਰੈਕਟੈਂਗੂਲਰ ਹਾਈਪਰਬੋਲਾ, ਤੇ ਜਾਂ ਫਿਰ ਨਨ ਆਫ ਦੀਜ਼ ਹੈ। ਤਾਂ ਅਸੀਂ ਦੱਸਣਾ ਰੀਅਲ ਪਾਰਟ ਆਫ z ਸਕੇਅਰ ਇਜ਼ ਇਕੁਅਲ ਟੂ 0 ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ। ਤਾਂ ਸੋਲੂਸ਼ਨ ਦੇ ਵਿੱਚ ਰਜੇ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਅਸੀਂ z ਨੂੰ ਸਪੋਜ਼ ਕਰਦੇ ਹਾਂ x ਪਲੱਸ ਆਈਟਾ y ਦੇ ਇਕੁਅਲ। ਤਾਂ ਉਸ ਤੋਂ ਬਾਅਦ ਜਿਹੜਾ z ਸਕੇਅਰ ਹੈ, ਕਿਉਂਕਿ ਅਸੀਂ z ਸਕੇਅਰ ਦਾ ਪਤਾ ਕਰਨਾ ਹੈ, ਤਾਂ ਉਹ ਬਰਾਬਰ ਆ ਜੂ x ਪਲੱਸ ਆਈਟਾ y ਇੰਟੂ x ਪਲੱਸ ਆਈਟਾ y ਦੇ, ਜਿਹਦੀ ਵੈਲਿਊ ਆਪਣੇ ਕੋਲ ਆ ਜੂ x ਸਕੇਅਰ ਮਾਈਨਸ y ਸਕੇਅਰ ਪਲੱਸ 2 ਆਈਟਾ x y। ਹੁਣ ਆਪਾਂ ਨੂੰ ਕਿਹਾ ਹੈ ਰੀਅਲ ਪਾਰਟ ਆਫ z ਸਕੇਅਰ ਜਿਹੜਾ ਹੈ ਉਹ 0 ਹੈ। ਤਾਂ ਰੀਅਲ ਪਾਰਟ ਆਫ z ਸਕੇਅਰ ਸਾਡੇ ਕੋਲ ਕਿੰਨਾ ਹੈ, ਇਸ ਇਕੁਏਸ਼ਨ ਦੇ ਅਕੋਰਡਿੰਗ ਸਾਡੇ ਕੋਲ ਰੀਅਲ ਪਾਰਟ ਆਫ z ਸਕੇਅਰ ਜੇ ਉਹ ਬਰਾਬਰ ਆ ਗਿਆ ਆਪਣੇ ਕੋਲ x ਸਕੇਅਰ ਮਾਈਨਸ y ਸਕੇਅਰ ਦੇ। ਇਹ ਆਪਣੇ ਕੋਲ ਰੀਅਲ ਪਾਰਟ ਹੈ, ਤੇ ਆਪਣੇ ਕੋਲ ਇਸ ਦੇ ਵਿੱਚੋਂ 2xy ਕੀ ਹੈ, ਇਮੈਜਨਰੀ ਪਾਰਟ, ਕਿਉਂਕਿ ਆਇਟਾ ਨਹੀਂ ਲੈਂਦੇ ਹੁੰਦੇ ਨਾ ਅਸੀਂ ਜਦੋਂ ਇਮੈਜਨਰੀ ਪਾਰਟ ਨੂੰ ਲਿਖਦੇ ਹਾਂ। ਤਾਂ ਰੀਅਲ ਪਾਰਟ ਕਿੰਨਾ ਆ ਗਿਆ, x ਸਕੇਅਰ ਮਾਈਨਸ y ਸਕੇਅਰ, ਤੇ ਰੀਅਲ ਪਾਰਟ ਦੇ ਕਿਹਦੇ ਕੋਲ ਦੇ ਰੱਖਿਆ, 0 ਦੇ। ਤਾਂ x ਸਕੇਅਰ ਮਾਈਨਸ y ਸਕੇਅਰ ਕਿੰਨਾ ਆ ਗਿਆ, 0। ਇੱਥੋਂ ਜੇ ਸਾਡੇ ਕੋਲ ਬਣ ਗਿਆ x ਮਾਈਨਸ y ਇੰਟੂ x ਪਲੱਸ y ਇਜ਼ ਇਕੁਅਲ ਟੂ 0 ਦੇ। ਇੱਥੋਂ ਅਸੀਂ ਕੀ ਕਵਾਂਗੇ, x ਮਾਈਨਸ y ਵੀ ਇਕੁਅਲ ਟੂ 0 ਦੇ ਹੋ ਸਕਦਾ ਹੈ, ਜਾਂ ਫਿਰ x ਪਲੱਸ y ਵੀ ਇਕੁਅਲ ਟੂ 0 ਦੇ ਹੋ ਸਕਦਾ ਹੈ। ਇਹ ਆਪਣੇ ਕੋਲ ਕੀ ਬਣ ਗਿਆ, ਪੇਅਰ ਆਫ ਸਟ੍ਰੇਟ ਲਾਈਨ ਬਣ ਗਿਆ ਨਾ। ਤਾਂ ਆਪਣੇ ਕੋਲ ਆਨਸਰ ਕੀ ਆ ਗਿਆ, ਆਪਸ਼ਨ A ਪੇਅਰ ਆਫ ਸਟ੍ਰੇਟ ਲਾਈਨ ਆ ਗਿਆ। ਨੈਕਸਟ ਆ ਸਾਡੇ ਕੋਲ ਜੇ 96th ਕੁਐਸਚਨ। 96th ਕੁਐਸਚਨ 'ਚ ਕਿਹਾ ਗਿਆ, ਕਹਿੰਦੇ ਦ ਪੋਲੀਨੋਮੀਅਲ x ਦੀ ਪਾਵਰ 3m ਪਲੱਸ x ਦੀ ਪਾਵਰ 3n ਪਲੱਸ 1 plus x ਦੀ ਪਾਵਰ 3k plus 2 is exactly divisible by x square plus x plus 1 if m n k are rational, m n k are integer, m n k are positive integer ਜਾਂ ਫਿਰ none of these। 96th ਕੁਐਸਚਨ ਸਾਡੇ ਕੋਲ ਰਜੇ ਬਹੁਤ ਹੀ ਜ਼ਿਆਦਾ ਡਿਫਰੈਂਟ ਜਿਹਾ ਕੁਐਸਚਨ ਹੈ। ਕਿਸ ਤਰ੍ਹਾਂ ਇਹਨੂੰ ਕਰਨਾ ਹੈ ਸੋਲਵ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਸਾਨੂੰ ਗਿਵਨ ਕੀ ਦੇ ਰੱਖਿਆ ਹੈ, x ਦੀ ਪਾਵਰ 3m प्लस x ਦੀ ਪਾਵਰ 3n प्लस 1 प्लस x ਦੀ ਪਾਵਰ 3k प्लस 2। ਇਹ ਟਰਮ ਸਾਡੀ ਪੋਲੀਨੋਮੀਅਲ ਜੋ ਹੈ ਐਗਜ਼ੈਕਟਲੀ ਡਿਵੀਜ਼ੀਬਲ ਹੈ x ਸਕੇਅਰ ਪਲੱਸ x ਪਲੱਸ 1 ਜੋ ਕੁਆਡਰੇਟਿਕ ਇਕੁਏਸ਼ਨ ਦਿੱਤੀ ਹੈ ਉਹਦੇ ਨਾਲ। ਜਿਹੜੀ ਕੰਡੀਸ਼ਨ ਸਾਨੂੰ ਦੇ ਰੱਖੀ ਹੈ ਐਗਜ਼ੈਕਟਲੀ ਡਿਵੀਜ਼ੀਬਲ ਵਾਲੀ, ਇਸ ਤੋਂ ਦੋ ਮਤਲਬ ਨਿਕਲਦੇ ਨੇ। ਜਿੱਦਾਂ ਉਹ ਚੱਲਦਾ ਹੁੰਦਾ ਸੀ ਨਾ ਨਾਟਕ ਜਾਂ ਮੁਸੱਦੀ ਲਾਲਾ ਕਿ ਦੋ ਬਾतें ਹੋ ਜਾਏਂਗੀ, ਉਸੇ ਤਰ੍ਹਾਂ ਦੋ ਬਾतें ਹੋ ਗਈ ਇਹਦੇ 'ਚ। ਪਹਿਲੀ ਬਾਤ ਕੀ ਹੈ, ਕਹਿੰਦੇ ਵੀ ਜਿਹੜਾ x ਸਕੇਅਰ ਪਲੱਸ x ਪਲੱਸ 1 ਹੈ ਇਹਦੇ ਫੈਕਟਰ ਕੀ ਬਣਦੇ ਨੇ, ਇਹਦੇ ਫੈਕਟਰ ਬਣਦੇ ਨੇ ਸਾਡੇ ਕੋਲ ਦੋ ਫੈਕਟਰ ਬਣਦੇ ਨੇ। ਤਾਂ ਤੁਹਾਨੂੰ ਜੇ ਯਾਦ ਹੋਊਗਾ ਜਦੋਂ ਅਸੀਂ ਪੜ੍ਹਿਆ ਸੀਗਾ ਇੱਕ ਕੁਐਸਚਨ ਪੜ੍ਹਿਆ ਸੀ ਕਿ ਵਾਟ ਆਰ ਦਾ ਫੈਕਟਰਸ ਆਫ x ਸਕੇਅਰ ਪਲੱਸ x ਪਲੱਸ 1। ਆਪਸ਼ਨ ਸੀਗੀਆਂ ਸਾਡੇ ਕੋਲ 1 ਓਮੇਗਾ ਸਕੇਅਰ, ਬੀ ਆਪਸ਼ਨ ਸੀ ਸਾਡੇ ਕੋਲ ਓਮੇਗਾ ਸਕੇਅਰ, ਸੀ ਆਪਸ਼ਨ ਸੀ 1 ਓਮੇਗਾ, ਅਤੇ ਡੀ ਆਪਸ਼ਨ ਸੀ ਨਨ ਆਫ ਦੀਸ। ਤਾਂ ਮੈਂ ਕੁਐਸਚਨ ਸ਼ਾਇਦ ਇਸ ਨੂੰ ਕੁਇਜ਼ ਦੇ ਵਿੱਚ ਵੀ ਪਾਇਆ ਸੀ। ਤਾਂ ਜੇ ਸਾਨੂੰ ਪਤਾ ਹੈ ਓਮੇਗਾ ਅਤੇ ਓਮੇਗਾ ਸਕੇਅਰ, ਜਦੋਂ ਅਸੀਂ ਕਿਊਬ ਰੂਟ ਆਫ ਯੂਨਿਟੀ ਡਿਸਕਸ ਕੀਤਾ ਸੀ ਉਦੋਂ ਵੀ ਮੈਂ ਦੱਸਿਆ ਸੀ ਲੈਕਚਰ 'ਚ ਕਿ ਓਮੇਗਾ ਅਤੇ ਓਮੇਗਾ ਸਕੇਅਰ ਜਿਹੜੇ ਨੇ ਉਹ ਕੁਆਡਰੇਟਿਕ ਇਕੁਏਸ਼ਨ ਦੇ ਸਾਡੇ ਕੋਲ ਫੈਕਟਰ ਨੇ। ਜਿਹੜੀ ਕੁਆਡਰੇਟਿਕ ਇਕੁਏਸ਼ਨ ਸਾਡੀ ਹੈਗੀ ਐਕਸ ਸਕੇਅਰ ਪਲੱਸ ਐਕਸ 1। ਤਾਂ ਇੱਥੇ ਆਪਣੇ ਕੋਲ ਐਕਸ ਦੇ ਫੈਕਟਰ ਕੀ ਆ ਗਏ, ਓਮੇਗਾ ਅਤੇ ਓਮੇਗਾ ਸਕੇਅਰ। ਤਾਂ ਹੁਣ ਜਿਹੜਾ ਓਮੇਗਾ ਅਤੇ ਓਮੇਗਾ ਸਕੇਅਰ ਹੈ ਨਾ, ਇਹ ਕੀ ਹੈ ਫੈਕਟਰ ਨੇ ਇਹਦੇ, ਅਤੇ ਸਾਨੂੰ ਕਿਹਾ ਗਿਆ ਵੀ ਆਹ ਡਿਵਾਈਡ ਕਰਦਾ ਐਕਸ ਸਕੇਅਰ ਪਲੱਸ ਐਕਸ ਪਲੱਸ 1 ਆ ਪੋਲੀਨੋਮੀਅਲ ਨੂੰ ਕੰਪਲੀਟਲੀ ਦਾ ਮਤਲਬ ਆ ਰਿਹਾ ਜੇ ਜਿਹੜੇ ਐਕਸ ਦੇ ਫੈਕਟਰ ਹੋਣਗੇ ਉਹ ਜਦੋਂ ਅਸੀਂ ਇਸ ਜਿਹੜੀ ਪੋਲੀਨੋਮੀਅਲ 'ਚ ਪੁੱਟ ਕਰਾਂਗੇ ਤਾਂ ਇਹਨੂੰ ਕੰਡੀਸ਼ਨ ਨੂੰ ਸੈਟਿਸਫਾਈ ਕਰੇਗਾ। ਕਹਿਣ ਦਾ ਮਤਲਬ ਹੈ ਅਸੀਂ ਐਕਸ ਦੀ ਜਗ੍ਹਾ 'ਤੇ ਓਮੇਗਾ ਵੀ ਪੁੱਟ ਕਰ ਸਕਦੇ ਹਾਂ, ਐਕਸ ਦੀ ਜਗ੍ਹਾ 'ਤੇ ਓਮੇਗਾ ਸਕੇਅਰ ਵੀ ਪੁੱਟ ਕਰ ਸਕਦੇ ਹਾਂ ਇਸ ਗਿਵਨ ਐਕਸਪ੍ਰੈਸ਼ਨ ਨੰਬਰ 1 ਦੇ ਵਿੱਚ।
ਇਹ ਕਹਿੰਦੀ ਹੈ ਪਹਿਲੀ ਕੰਡੀਸ਼ਨ। ਐਗਜ਼ੈਕਟਲੀ ਡਿਵੀਜ਼ੀਬਲ ਦਾ ਮਤਲਬ ਤਾਂ ਇਹੀ ਹੈ ਨਾ ਕਿ ਅਗਰ ਜਿਹੜੇ ਇੱਥੋਂ ਐਕਸ ਦੇ ਫੈਕਟਰ ਨਿਕਲੇ ਨੇ ਉਹਨਾਂ ਨੂੰ ਅਸੀਂ ਸਬਸਟੀਟਿਊਟ ਕਰ ਸਕਦੇ ਹਾਂ ਇਸ ਪੋਲੀਨੋਮੀਅਲ ਦੇ ਵਿੱਚ, ਕਿਉਂਕਿ ਉਹ ਕੰਪਲੀਟਲੀ ਡਿਵੀਜ਼ੀਬਲ ਕਰਦਾ, ਇਹਨੂੰ ਡਿਵਾਈਡ ਕਰਦਾ ਗਾ ਅਤੇ ਉਹਨੂੰ। ਇਹ ਸਾਡੀ ਸੀਗੀ ਫਸਟ ਸਾਡੇ ਕੋਲ ਹੈ ਨਾ ਕੰਡੀਸ਼ਨ। ਸੈਕਿੰਡ ਸਾਡੇ ਕੋਲ ਕੀ ਮਤਲਬ ਨਿਕਲਦਾ ਰਾਜੇ, ਕਹਿੰਦੇ ਜੇ ਆਪਾਂ ਫੈਕਟਰਸ ਨੂੰ ਸਬਸਟੀਟਿਊਟ ਕਰਾਂਗੇ, ਜਿਹੜੇ ਆਹ ਫੈਕਟਰਸ ਨੇ ਐਕਸ ਦੇ, ਇਹਨਾਂ ਨੂੰ ਜਦੋਂ ਸਬਸਟੀਟਿਊਟ ਕਰਾਂਗੇ ਇਸ ਪੋਲੀਨੋਮੀਅਲ ਦੇ ਵਿੱਚ x ਦੀ ਪਾਵਰ 3n + 1 ਪਲੱਸ x ਦੀ ਪਾਵਰ 3k + 2 ਦੇ ਵਿੱਚ, ਤਾਂ ਸਾਡੇ ਕੋਲ ਰਾਜੇ ਰਿਮਾਈਂਡਰ ਕਿੰਨਾ ਬਚਣਾ ਚਾਹੀਦਾ? 0 ਬਚਣਾ ਚਾਹੀਦਾ, 0 ਆਉਣਾ ਚਾਹੀਦਾ। ਜਦੋਂ ਅਸੀਂ ਇਹਨਾਂ ਦੋਨਾਂ ਨੂੰ ਇਹਦੇ ਵਿੱਚ ਸਬਸਟੀਟਿਊਟ ਕਰਾਂਗੇ ਤਾਂ ਰਿਮਾਈਂਡਰ ਕਿੰਨਾ ਆਉਣਾ ਚਾਹੀਦਾ? 0 ਆਉਣਾ ਚਾਹੀਦਾ। ਪਹਿਲੀ ਕੰਡੀਸ਼ਨ ਕਹਿੰਦੀ ਹੈ ਵੀ ਅਸੀਂ ਸਬਸਟੀਟਿਊਟ ਕਰ ਸਕਦੇ ਹਾਂ ਵੀ ਫੈਕਟਰ ਨੂੰ ਪੋਲੀਨੋਮੀਅਲ 'ਚ। ਦੂਸਰੀ ਕੰਡੀਸ਼ਨ ਕਹਿੰਦੀ ਹੈ ਜਦੋਂ ਤੁਸੀਂ ਸਬਸਟੀਟਿਊਟ ਕਰਤਾ ਰਿਮਾਈਂਡਰ ਕੀ ਆਉਣਾ ਚਾਹੀਦਾ? 0 ਆਉਣਾ ਚਾਹੀਦਾ। ਮਤਲਬ ਵੈਲਿਊ ਇਹਨਾਂ ਦੇ ਆਨਸਰ ਕਿੰਨਾ ਆਉਣਾ ਚਾਹੀਦਾ ਸਬਸਟੀਟਿਊਟ ਕਰਕੇ? x ਦੀ ਜਗ੍ਹਾ 'ਤੇ ਓਮੇਗਾ ਨੂੰ 0 ਆਉਣਾ ਚਾਹੀਦਾ। ਇਹ ਦੋਨੇ ਕੰਡੀਸ਼ਨਸ ਜਿਹੜੀਆਂ ਨੇ ਸਾਨੂੰ ਗਿਵਨ ਸੀਗੀਆਂ। ਹੁਣ ਅਸੀਂ ਕੀ ਕਰਾਂਗੇ? ਇਹਨੂੰ ਕਰਾਂਗੇ ਬਾਏ ਆਪਸ਼ਨ ਕਰਾਂਗੇ ਰਾਜੇ, ਬਾਏ ਆਪਸ਼ਨ ਕਹਿ ਲਓ, ਜਾਂ ਫਿਰ ਅਸੀਂ ਕਰਾਂਗੇ ਸਟੈਪਸ ਦੇ ਵਿੱਚ ਇਹਨੂੰ ਕੁਐਸਚਨ ਨੂੰ। ਤਾਂ ਪਹਿਲਾਂ ਗਿਵਨ ਕੰਡੀਸ਼ਨ ਬਾਰੇ ਸਮਝ ਆਉਣਾ ਜ਼ਰੂਰੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ? ਸਬਸਟੀਟਿਊਟ ਕਰਾਂਗੇ x ਦੀ ਜਗ੍ਹਾ 'ਤੇ ਓਮੇਗਾ। ਜਦੋਂ x ਦੀ ਜਗ੍ਹਾ 'ਤੇ ਓਮੇਗਾ ਸਬਸਟੀਟਿਊਟ ਕੀਤਾ ਤਾਂ ਸਾਡੇ ਕੋਲ ਆ ਜਾਊ ਓਮੇਗਾ ਦੀ ਪਾਵਰ 3m, ਓਮੇਗਾ ਦੀ ਪਾਵਰ 3n + 1 ਪਲੱਸ ਓਮੇਗਾ ਦੀ ਪਾਵਰ 3k + 2। ਮੈਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦਾ ਹਾਂ, ਓਮੇਗਾ ਦੀ ਪਾਵਰ 3m ਪਲੱਸ ਓਮੇਗਾ ਦੀ ਪਾਵਰ 3n × ਓਮੇਗਾ ਪਲੱਸ ਓਮੇਗਾ ਦੀ ਪਾਵਰ 3k × ਓਮੇਗਾ ਸਕੁਏਅਰ ਲਿਖ ਸਕਦਾ ਜੀ। ਹੁਣ ਰਾਜੇ ਸਾਨੂੰ ਪ੍ਰੋਪਰਟੀਜ਼ ਜਿਹੜੀਆਂ ਪੜ੍ਹੀਆਂ ਹੁੰਦੀਆਂ ਓਮੇਗਾ 1 + ਓਮੇਗਾ + ਓਮੇਗਾ ਸਕੁਏਅਰ = 0 ਦੇ, ਇਹ ਮੈਂ ਮੰਨ ਕੇ ਚੱਲਦਾ ਵੀ ਤੁਹਾਨੂੰ ਪ੍ਰੋਪਰਟੀ ਸਾਰੀਆਂ ਪੜ੍ਹੀਆਂ ਹੋਈਆਂ ਨੇ। ਇੱਥੇ ਇੱਕ ਨਵੀਂ ਚੀਜ਼ ਜਿਹੜੀ ਐਡ ਕਰਨ ਵਾਲੀ ਹੈ, ਨਵੀਂ ਪ੍ਰੋਪਰਟੀ ਕਹਿ ਲਓ ਐਡ ਕਰਨ ਵਾਲੀ, ਉਹ ਇਹ ਹੈ ਕਿ ਰਾਜੇ ਓਮੇਗਾ ਦੀ ਪਾਵਰ 3k, ਓਮੇਗਾ ਦੀ ਪਾਵਰ 3m ਅਤੇ ਓਮੇਗਾ ਦੀ ਪਾਵਰ 3n, ਇਹਨਾਂ ਸਾਰਿਆਂ ਦੀ, ਚਾਹੇ ਓਮੇਗਾ ਦੀ ਪਾਵਰ 3p ਹੋਵੇ, ਓਮੇਗਾ ਦੀ ਪਾਵਰ 3z ਹੋਵੇ, ਇਹਨਾਂ ਸਾਰੀਆਂ ਟਰਮਸ ਦੀ ਜਿਹੜਾ ਆਨਸਰ ਹੈ, ਵੈਲਿਊ ਹੈ, ਉਹ ਆਵੇਗੀ 1 ਆਵੇਗੀ। ਅਗਰ ਅਸੀਂ ਕਹੀਏ ਵੀ 1 ਆਵੇਗੀ ਕਦੋਂ? ਜਦੋਂ k, m ਅਤੇ n ਕੀ ਹੋਣ ਸਾਡੇ ਕੋਲ ਇੰਟੀਜਰਸ ਹੋਣ। ਇਹਨਾਂ ਵੈਲਿਊ ਅਸੀਂ ਇਹਨੂੰ 1 ਕਿਉਂ ਬਣਾਉਣਾ ਚਾਹੁੰਦੇ ਹਾਂ? ਕਿਉਂ 1 ਬਣਾਉਣਾ ਚਾਹੁੰਦੇ ਹਾਂ? ਉਹਦਾ ਕਾਰਨ ਹੈ ਕਿ ਆਹ ਟਰਮ ਅਤੇ ਆਹ ਟਰਮ ਅਗਰ 1 ਹੋ ਗਈ ਤਾਂ ਸਾਡੇ ਕੋਲ ਕੀ ਬਚੂਗਾ? ਸਾਡੇ ਕੋਲ ਬਚੂਗਾ 1 ਪਲੱਸ ਓਮੇਗਾ ਆਹ ਵਾਲਾ ਪਲੱਸ ਓਮੇਗਾ ਸਕੁਏਅਰ। ਅਤੇ ਜਦੋਂ ਸਾਡੇ ਕੋਲ ਆਹ ਬਚ ਗਿਆ ਤਾਂ ਇਹਦੀ ਵੈਲਿਊ ਕਿੰਨੀ ਆ ਜੋ 0, ਤਾਂ ਆਪਣੀ ਕੰਡੀਸ਼ਨ ਸੈਟਿਸਫਾਈਡ ਹੋ ਜੂਗੀ। ਤਾਂ ਆਡਾ ਦਾ ਮਤਲਬ ਇਹੀ ਸੀ ਨਾ ਕਿ ਜਦੋਂ ਅਸੀਂ ਆਹ ਗਿਵਨ ਪੋਲੀਨੋਮੀਅਲ ਦੇ ਵਿੱਚ ਇਸ ਕੁਆਡਰੇਟਿਕ ਇਕੁਏਸ਼ਨ ਦੇ ਫੈਕਟਰ ਸਬਸਟੀਟਿਊਟ ਕਰੀਏ ਤਾਂ ਉਹ ਐਗਜ਼ੈਕਟਲੀ ਡਿਵਾਈਡ ਹੋਣ। ਇਹੀ ਤਾਂ ਆਪਾਂ ਨੂੰ ਕਿਹਾ ਗਿਆ ਸੀ ਨਾ, ਇਹੀ ਤਾਂ ਕੰਡੀਸ਼ਨ ਲਾਈ ਸੀ। ਤਾਂ ਅਸੀਂ ਕਿਹਾ ਵੀ ਆਪਸ਼ਨ 'ਚੋਂ ਦੇਖ ਲਿਆ, ਪਹਿਲਾਂ ਅਸੀਂ ਰੈਸ਼ਨਲ ਨੰਬਰ ਭਰ ਕੇ ਦੇਖਿਆ, ਇੱਥੇ k ਨੂੰ, m ਨੂੰ ਅਤੇ n ਨੂੰ ਰੈਸ਼ਨਲ ਨੰਬਰ ਕੋਈ ਭਰ ਕੇ ਦੇਖੋ ਤਾਂ ਤੁਹਾਡੇ ਕੋਲ ਨੰਬਰ 1 ਨਹੀਂ ਆਊਗਾ। ਫਿਰ ਤੁਸੀਂ ਇੱਥੇ ਪੋਜ਼ੀਟਿਵ ਇੰਟੀਜਰ ਭਰ ਕੇ ਦੇਖ ਲਓ, ਪੋਜ਼ੀਟਿਵ ਇੰਟੀਜਰ ਭਰੋਗੇ ਤਾਂ ਤੁਹਾਡੇ ਕੋਲ 1 ਆ ਜਾਊਗਾ। ਫਿਰ ਤੁਸੀਂ ਨਨ ਆਫ ਦੀਸ ਤਾਂ ਆਪਸ਼ਨ ਚਲੋ ਬਾਅਦ ਦੀ ਗੱਲ ਹੈ। ਫਿਰ ਤੁਸੀਂ ਇੰਟੀਜਰਸ ਭਰ ਕੇ ਦੇਖੋਗੇ ਤਾਂ ਵੀ ਤੁਹਾਡੇ ਕੋਲ 1 ਆਊਗਾ। ਤਾਂ ਇਕੱਲੇ ਪੋਜ਼ੀਟਿਵ ਇੰਟੀਜਰਸ ਤੋਂ ਚੰਗਾ ਤਾਂ ਕਿ ਅਸੀਂ ਸਾਰੇ ਇੰਟੀਜਰਸ ਹੀ ਇਨਕਲੂਡ ਕਰ ਲਈਏ। ਹੁਣ ਤੁਸੀਂ ਕਹੋਗੇ ਸਰ ਜਦੋਂ ਅਸੀਂ ਨੈਗੇਟਿਵ ਵੈਲਿਊ ਸਬਸਟੀਟਿਊਟ ਕਰਾਂਗੇ, ਮੰਨ ਲਓ k ਦੀ ਜਗ੍ਹਾ 'ਤੇ -1 ਪੁੱਟ ਕਰਤਾ, ਆਪਣੇ ਕੋਲ ਮਾਈਨਸ ਓਮੇਗਾ ਜੂ, ਇਹ ਬਰਾਬਰ ਹੁੰਦਾ -0 ਦੇ, ਕਿਉਂਕਿ ਸਾਨੂੰ ਪਤਾ ਹੈ ਓਮੇਗਾ ਦੀ ਪਾਵਰ -n ਬਰਾਬਰ ਹੁੰਦੀ ਹੈ ਓਮੇਗਾ ਦੀ ਪਾਵਰ -r ਦੇ, ਅਤੇ r ਕੀ ਹੁੰਦਾ? ਰਿਮਾਈਂਡਰ ਜਦੋਂ n ਨੂੰ ਡਿਵਾਈਡ ਕੀਤਾ ਜਾਂਦਾ 3 ਦੇ ਨਾਲ। ਇਹ ਪ੍ਰੋਪਰਟੀ ਅਸੀਂ ਪੜ੍ਹੀ ਸੀਗੀ। ਤਾਂ ਰਾਜੇ ਤੁਸੀਂ ਕੋਈ ਵੀ ਇੱਥੇ ਇੰਟੀਜਰ ਦੀ ਵੈਲਿਊ ਸਬਸਟੀਟਿਊਟ ਕਰੋਗੇ k, m, n ਦੀ, ਤਾਂ ਤੁਹਾਡੇ ਕੋਲ ਆਨਸਰ 1 ਆਊਗਾ। 1 ਆਨਸਰ ਅਸੀਂ ਤਾਂ ਉਹਦੇ ਮਗਰ ਪਏ ਹਾਂ ਕਿਉਂਕਿ ਅਸੀਂ ਆਹ ਕੰਡੀਸ਼ਨ ਬਣਾਉਣੀ ਹੈ। ਜੇ ਆਹ ਕੰਡੀਸ਼ਨ ਬਣ ਗਈ ਤਾਂ ਆਪਣੇ ਕੋਲ ਆਨਸਰ 0 ਆ ਜੂ। ਜਿਹੜੇ ਆਨਸਰ 0 ਆਉਣ ਦੇ ਨਾਲ ਇਹ ਚੀਜ਼ ਪ੍ਰੂਫ ਹੋ ਗਈ ਵੀ ਭਾਈ ਜਿਹੜੇ ਇਹਦੇ ਫੈਕਟਰ ਨੇ x² + x + 1 ਦੇ ਜਿਹੜੇ ਫੈਕਟਰ ਨੇ, ਜਦੋਂ ਅਸੀਂ ਇਸ ਪੋਲੀਨੋਮੀਅਲ 'ਚ ਭਰਦੇ ਹਾਂ ਤਾਂ ਉਹ ਕੰਪਲੀਟਲੀ ਡਿਵਾਈਡ ਕਰਦੇ ਨੇ। ਇਹ ਗੱਲ ਕਹਿੰਦੀ ਹੈ ਸਾਡੇ ਕੋਲ MNK ਨੂੰ ਜਦੋਂ ਇੰਟੀਜਰ ਭਰਦੇ ਹਾਂ ਉਦੋਂ। ਤਾਂ ਇਸ ਚੀਜ਼ ਦਾ ਰਾਜੇ ਜਿਹੜਾ ਧਿਆਨ ਰੱਖਣਾ, ਇਸ ਚੀਜ਼ ਨੂੰ ਦੁਬਾਰਾ ਜਿਹੜਾ ਸੁਣਨਾ ਹੈ ਕਿ ਕਿਸ ਤਰ੍ਹਾਂ ਮੈਂ ਕੰਪਲੀਟ ਕੀਤਾ, ਤਾਂ ਸਾਡਾ ਆਨਸਰ ਆਊਗਾ ਇਹਦੇ ਵਿੱਚ B ਆਨਸਰ ਆਊਗਾ ਜਦੋਂ ਇੰਟੀਜਰ ਹੋਣਗੇ MNK। ਦੁਬਾਰਾ ਵੀਡੀਓ ਨੂੰ ਸੁਣ ਲਿਓ। ਜੇ ਅਗਰ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਪੁੱਛ ਲਿਓ ਰਾਜੇ ਕਿ ਕੋਈ ਡਾਊਟ ਹੈ ਤੁਹਾਨੂੰ। 97th ਕੁਐਸਚਨ ਦੇਖ ਲੈਂਦੇ ਹਾਂ। 97th ਕੁਐਸਚਨ ਜਿਹੜਾ ਰਾਜੇ ਉਹ ਸਾਡੇ ਕੋਲ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਕੁਐਸਚਨ ਹੈ ਕਿ ਸਟੈਪ ਬਾਏ ਸਟੈਪ ਅਸੀਂ ਚੀਜ਼ਾਂ ਨੂੰ ਜਿਵੇਂ ਕਰਦੇ ਜਾਵਾਂਗੇ ਸੋਲਵ ਹੁੰਦਾ ਜਾਵੇਗਾ। ਸਭ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਕਿ ਆਰਗੂਮੈਂਟ ਆਫ Z1 × Z2 0 ਦੇ ਰੱਖਿਆ। ਸਾਨੂੰ ਪਤਾ ਆਰਗੂਮੈਂਟ ਆਫ Z1 × Z2 ਨੂੰ ਅਸੀਂ ਲਿਖ ਸਕਦੇ ਹਾਂ ਆਰਗੂਮੈਂਟ ਆਫ Z1 ਪਲੱਸ ਆਰਗੂਮੈਂਟ ਆਫ Z2
जिस नूं बराबर लिखिया 0 दे। तो असी इत्थों कढ़ लिया भी आर्गूमेंट ऑफ Z1 जिहड़ा बराबर है वो बराबर है माइनस आर्गूमेंट ऑफ Z2 दे। कहने का मतलब है जो वैल्यू आर्गूमेंट ऑफ Z1 दी होवेगी उही Z2 दी होवेगी। फर्क की होवेगा, एक पॉजिटिव होवेगा तो एक नैगेटिव होवेगा। हुण जे असीं सपोज कर लैने इत्थे कि आर्गूमेंट ऑफ जिहड़ा Z1 है वो थीटा है तो आर्गूमेंट ऑफ Z2 जिहड़ा वो अपने कोल की आ जाएगा माइनस थीटा आ जाएगा। ਜਦੋਂ ਅਸੀਂ Z1 ਨੂੰ ਆਰਗੂਮੈਂਟ ਨੂੰ ਥੀਟਾ ਸਪੋਜ਼ ਕੀਤਾ ਤਾਂ ਆਰਗੂਮੈਂਟ ਆਫ Z2 ਜਿਹੜਾ ਸਾਡੇ ਕੋਲ ਮਾਈਨਸ ਥੀਟਾ ਆ ਜਾਵੇਗਾ। ਇਹ ਫਸਟ ਇਕੁਏਸ਼ਨ ਸੀ ਗਿਵਨ ਤੋਂ ਯੂਜ਼ ਕਰਕੇ ਬਣਾਇਆ ਹੋਇਆ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅਜੇ ਅਸੀਂ ਅਗਰ Z1 ਦੀ ਪੋਲਰ ਫਾਰਮ ਲਿਖਣ ਬੈਠ ਜਾਈਏ ਤਾਂ Z1 ਦੀ ਪੋਲਰ ਫਾਰਮ ਬਰਾਬਰ ਆਵੇਗੀ r cos ਥੀਟਾ ਪਲਸ ਆਇਟਾ ਸਾइन ਥੀਟਾ ਦੀ, ਹੈ ਨਾ। थीटा 1 लिख लो इत्थे, R1 लिख लो क्योंकि Z1 फाइंड आउट कर रहे हैं। R1 अपने कोल की रिप्रजेंट कर रहा है, R1 रिप्रजेंट कर रहा है मॉडलस ऑफ Z1 नूं जिस दी वैल्यू सानू 1 गिवन है। देखो सानू मॉडलस ऑफ Z1 कितना गिवन है 1। तो असी इत्थे गल कर रहे हैं थीटा 1 जो साडे कोल बराबर है आर्गूमेंट ऑफ Z1 दे जिस दी वैल्यू असी थीटा सपोज की सी। तो आ दोने वैल्यूज़ जिहड़ियां ने गिवन ने इन्हां दोनों नूं पुट करके असी सबसटीट्यूट कर देंगे तो Z1 की पोलर फॉर्म की आ जूगी R1 की जगह पर 1 पुट करता, थीटा 1 की जगह पर थीटा तो अपने कोल बन गया cos थीटा प्लस आयटा साइन थीटा बन गया Z1 की पोलर फॉर्म। Z2 की अगर गल करिए तो Z2 नूं असी किस तरह लिख सकते हैं रजे, वो लिख सकते हैं असी R2 cos थीटा 2 प्लस आयटा साइन थीटा 2 की फॉर्म दे विच। ठीक है जी। अपने कोल R2 की है इत्थे, R2 है साडे कोल रजे मॉडलस ऑफ Z2 जिहदी वैल्यू 1 गिवन है। Z2 दी मॉडलस की वैल्यू साडे कोल कितनी गिवन है 1 गिवन है। तो थीटा 2 की अपने कोल आर्गूमेंट ऑफ Z2 की वैल्यू जिसनों असी माइनस थीटा कढ़ लिया सीगा। तो आपां इत्थे की करांगे R2 की जगह पर 1 पुट करांगे तो थीटा 2 की जगह पर सबसटीट्यूट करांगे माइनस थीटा नूं। इत्थे भी थीटा 2 की जगह असी सबसटीट्यूट करांगे माइनस थीटा। तो साडे कोल Z2 कितना आ गया, इत्थे मैं लिख देना राजे सारा मिटा के साडे कोल Z2 कितना आ गया, वो आ गया अपने कोल cos थीटा क्योंकि cos माइनस थीटा cos थीटा के बराबर होंदा है तो माइनस बाहर आ जाऊगा साइन माइनस थीटा के विचों। तो अपने कोल ये आ गई थर्ड एक्सप्रैशन। हुण जे असीं देखिए रजे साडियां जिहड़ी ऑप्शनस ने उन्हें Z1 प्लस Z2 इज इक्वल टू 0। Z1 तो Z2 नूं असीं जदों जोड़दे हां तो 0 तो नहीं बन रहा गा, तो पहली ऑप्शन तो गलत है। दूजी ऑप्शन की है कि Z1 नूं अगर मल्टीप्लाई करिए Z2 दे कंजूगेट दे नाल तो 1 होना चाहिए। चलो जी असीं भी करके देख लेने। असीं Z2 का जिहड़ा कंजूगेट फाइंड आउट कर लिया, वो अपने कोल आजू cos थीटा प्लस आयटा साइन थीटा, इनू इक्वेशन नंबर 4 लिख लिया। तो असीं जदों Z1 नूं मल्टीप्लाई किया Z2 दे कंजूगेट दे नाल, जो मल्टीप्लाई करांगे रजे Z1 की मल्टीप्लाई करांगे Z2 दे कंजूगेट दे नाल तो साडे कोल आ जाऊगा ये अपने कोल Z1 है जो कि cos थीटा प्लस आयटा साइन थीटा है। ये अपने कोल की है Z2 है जो कि जिसकी वैल्यू की Z2 बार है सॉरी जिसकी वैल्यू cos थीटा प्लस आयटा साइन थीटा है। जो इनू मल्टीप्लाई करांगे रजे दोनों मल्टीप्लाई करांगे तो 1 तो नहीं आऊगा, नॉट इक्वल टू 1 आऊगा। तुसीं सॉल्व करके देख सकते हो। बी ऑप्शन भी जिहड़ी साडे कोल गलत होगी। तो जिहड़ी सी ऑप्शन है वो कहंदे भी साडे कोल Z1 बराबर होना चाहिए Z2 दे कंजूगेट दे। हुण साडे कोल Z1 की वैल्यू कितनी है cos थीटा प्लस आयटा साइन थीटा तो Z2 कंजूगेट की वैल्यू कितनी अपने कोल वो दे रखी है cos थीटा प्लस आयटा साइन थीटा। तो इक्वेशन सैकेंड तो फोर्थ तो असीं कह सकते हैं फ्रॉम सैकेंड एंड फोर्थ कि Z जिहड़ा 1 है बराबर है Z2 दे कंजूगेट दे। तो थर्ड सी ऑप्शन जिहड़ी अपने कोल करैक्ट आ गई। तो इस तरह थोनू जिहड़ियां किन्नी सारियां प्रॉपर्टीज़ जिहड़ियां पता होनी चाहिए चंगी तरह सोडे जिहड़ियां होनी चाहिए रजे टिप्स तो होनी चाहिए ताकि क्वेश्चन इस अगर कोई इदां दा आ जाए जिथे असीं ये ना समझ पाइए भी उत्थे अपलाई की करना तो बेसिक्स तो कम से कम अपलाई कर सकते हैं। बेसिक ही अपलाई की असीं फॉर्मूला असीं आ सारा बेसिक्स यूज़ किया सारा कंसैप्ट बेसिक्स का भी असीं की कुछ सीखिया है सारा आर्गूमेंट नाल रिलेटेड। तो सारा आर्गूमेंट का कंसैप्ट सीगा इसलिए रजे जो भी तुसीं करदे हो चंगी तरह उन्होंने पढ़िया करो थ्योरीज़ नूं चंगी तरह जिहड़ा रिवाइज करना है। नैक्सट है साडे कोल 98th क्वेश्चन। नैक्सट है साडे कोल 98th क्वेश्चन। 98th क्वेश्चन च सानू कहा गया भी p² माइनस p प्लस 1 अगर 0 के बराबर है तो p की पावर 3n की वैल्यू फाइंड आउट करो। सब तो पहला असीं रूट फाइंड आउट करांगे p² माइनस p प्लस 1 इज इक्वल टू 0 दे। काफ़ी इंटरस्टिंग जिहा क्वेश्चन है, इनू फाइंड आउट करांगे तो साडे कोल आ जू रजे 1 प्लस माइनस स्केयर रूट ऑफ 3 आयटा डिवाइडेड बाय 2। ये आ गया अपने रूट आ गए p दे स्मॉल
ਪੀ ਦੇ। ਉਸ ਤੋਂ ਬਾਅਦ ਰਾਜੇ ਸਾਨੂੰ ਕਿਹਾ ਗਿਆ ਕਿ ਫਾਈਂਡ ਕਰਨਾ ਪੀ ਦੀ ਪਾਵਰ 3n ਨੂੰ। ਹੁਣ ਜਿਹੜਾ ਰੂਟ ਫਾਈਂਡ ਆਊਟ ਕੀਤੇ ਨੇ ਇਹਦੀ ਵੈਲਿਊ ਮੈਂ ਪਹਿਲਾਂ ਪਲੱਸ ਵਾਲੀ ਵੈਲਿਊ ਫਿਰ ਮਾਈਨਸ ਵਾਲੀ ਵੈਲਿਊ ਸਬਸਟੀਟਿਊਟ ਕਰ ਦੂੰਗਾ। ਜਦੋਂ ਵੈਲਿਊ ਸਬਸਟੀਟਿਊਟ ਕਰ ਦੂੰਗਾ ਤਾਂ ਕਹਿਣ ਦਾ ਮਤਲਬ ਹੈ ਇਹਦੀ ਮੈਂ 3n ਪਾਵਰ ਪਤਾ ਕਰਨੀ ਹੈ ਨਾ। ਇਹੀ ਕੁਐਸਚਨ ਸਾਨੂੰ ਕਿਹਾ ਗਿਆ ਕਿ ਪੀ ਦੀ 3n ਪਾਵਰ ਪਤਾ ਕਰੋ। ਤਾਂ ਰਾਜੇ ਜਦੋਂ ਵੀ ਅਸੀਂ ਪਾਵਰ ਦਾ ਕੰਸੈਪਟ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇਹ ਆਉਂਦਾ ਵੀ ਜਿਹੜੀ ਆ n ਦੇ ਰੱਖੀ ਹੈ ਇਹ ਕੀ ਆਪਣੇ ਕੋਲ ਨਾ ਤਾਂ ਪਤਾ ਹੈ ਪੋਜ਼ੀਟਿਵ ਹੈ ਨੈਗੇਟਿਵ ਹੈ ਕੀ ਆਪਣੇ ਕੋਲ ਫ੍ਰੈਕਸ਼ਨ ਦੇ ਵਿੱਚ ਸਾਨੂੰ ਕੁਝ ਨਹੀਂ ਪਤਾ। ਤਾਂ ਅਸੀਂ ਕੀ ਕਰਦੇ ਹਾਂ ਇੱਥੇ ਡੀ ਮੋਇਵਰਸ ਥਿਊਰਮ ਯੂਜ਼ ਕਰ ਸਕਦੇ ਹਾਂ। ਡੀ ਮੋਇਵਰਸ ਥਿਊਰਮ ਯੂਜ਼ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦੀ ਹੈ ਪੋਲਰ ਫਾਰਮ ਚਾਹੀਦੀ ਹੈ। ਤਾਂ ਅਸੀਂ ਕੀ ਕਰਾਂਗੇ ਰਾਜੇ ਜਿਹੜੇ ਅਸੀਂ ਰੂਟ ਫਾਈਂਡ ਆਊਟ ਕੀਤੇ ਨੇ 1 + ਸਕੁਅਰ ਰੂਟ of 3 iota divided by 2 ਤੇ 1 - ਸਕੁਅਰ ਰੂਟ of 3 iota divided by 2 ਇਹਨਾਂ ਦੋਨਾਂ ਦੀ ਪੋਲਰ ਫਾਰਮ ਫਾਈਂਡ ਆਊਟ ਕਰ ਲਾਂਗੇ। ਜਦੋਂ ਤੁਸੀਂ ਪੋਲਰ ਫਾਰਮ ਫਾਈਂਡ ਆਊਟ ਕਰੋਗੇ ਮੈਂ ਡਾਇਰੈਕਟ ਲਿਖ ਰਿਹਾ ਕਿਉਂਕਿ ਪੋਲਰ ਫਾਰਮ ਰਾਜੇ ਤੁਹਾਨੂੰ ਸਾਰਿਆਂ ਨੂੰ ਫਾਈਂਡ ਆਊਟ ਕਰਨੀ ਆਉਂਦੀ ਹੈ। ਤਾਂ ਸਾਡੇ ਕੋਲ ਆ ਜਾਊਗਾ ਇਸ ਦੀ ਵੈਲਿਊ ਆ ਜਾਊਗੀ 60 ਡਿਗਰੀ cos ਕਹਿਣ ਦਾ ਮਤਲਬ cos 60 ਡਿਗਰੀ ਪਲੱਸ iota 60 ਡਿਗਰੀ ਆ ਜਾਊਗੀ ਵੈਲਿਊ। ਜਦੋਂ ਅਸੀਂ ਫਾਈਂਡ ਆਊਟ ਕਰਾਂਗੇ 1 + ਸਕੁਅਰ ਰੂਟ 3/2 ਦੇ ਰੂਟ ਫਾਈਂਡ ਆਊਟ ਕਰਾਂਗੇ ਤੇ ਸਾਡੇ ਕੋਲ 1 - ਸਕੁਅਰ ਰੂਟ of 3 iota by 2 ਇਹ ਆ ਜੂ ਆਪਣੇ ਕੋਲ 6 - 60 ਡਿਗਰੀ ਆ ਜਾਊਗਾ। ਹੁਣ ਜੇ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਪੁੱਟ ਕਰਾਂਗੇ P ਦੀ ਜਗ੍ਹਾ ਤੇ 60 ਡਿਗਰੀ ਨੂੰ ਹੈ ਨਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ 1 + ਸਕੁਅਰ ਰੂਟ of 3 iota by 2 ਨੂੰ। ਤੇ ਉਹਨੂੰ ਅਸੀਂ ਜਦੋਂ ਪੋਲਰ ਫਾਰਮ 'ਚ ਲਿਖ ਲਾਂਗੇ ਤਾਂ ਆਪਣੇ ਕੋਲ ਆ ਜੂ 60 ਡਿਗਰੀ ਜਾਂ ਫਿਰ cos 60 ਡਿਗਰੀ ਪਲੱਸ iota sin 60 ਡਿਗਰੀ ਵੀ ਲਿਖ ਸਕਦੇ ਹਾਂ। 6 ਦੀ ਫਾਰਮ 'ਚ ਇਸ ਕਰਕੇ ਲਿਖਦੇ ਹਾਂ ਕਿਉਂਕਿ ਸਾਨੂੰ ਲਿਖਣਾ ਈਜ਼ੀ ਹੁੰਦਾ ਹੈ। ਤੇ ਜਦੋਂ ਅਸੀਂ P ਦੀ ਪਾਵਰ 3n ਫਾਈਂਡ ਆਊਟ ਕਰਨਾ ਹੈ ਤਾਂ 6 ਦੀ ਪਾਵਰ ਕਿੰਨੀ ਕਰ ਦਾਂਗੇ 3n ਕਰ ਦਾਂਗੇ। ਹੁਣ ਆਪਾਂ ਕੀ ਕਰਾਂਗੇ ਨੈਕਸਟ ਰਾਜੇ ਆਪਾਂ ਕੀ ਕਰਾਂਗੇ ਮਲਟੀਪਲਾਈ ਕਰ ਦਾਂਗੇ ਅੰਦਰ ਇਸ ਨੂੰ। ਤਾਂ ਆਪਣੇ ਕੋਲ ਕੀ ਬਣ ਜੂ cos 180 ਡਿਗਰੀ n ਪਲੱਸ iota sin 180 ਡਿਗਰੀ n ਆ ਗਿਆ। ਇੱਥੇ ਸਾਡੇ ਕੋਲ ਰਾਜੇ ਦੋ ਕੇਸ ਬਣ ਗਏ ਇਸ ਜਿਹੜੀ ਵੈਲਿਊ ਆਉਣ ਦੇ ਨਾਲ। ਦੋ ਕੇਸ ਕੀ ਬਣ ਗਏ ਕਹਿੰਦੇ ਜਦੋਂ n ਆਪਣੇ ਕੋਲ ਔਡ ਹੈ, ਜਦੋਂ n ਦੀ ਵੈਲਿਊ ਔਡ ਭਰਾਂਗੇ ਤਾਂ ਜਿਹੜੇ ਆਹ p ਦੀ ਪਾਵਰ 3n ਹੈ ਇਹ ਆਪਣੇ ਕੋਲ ਕੀ ਬਣ ਜੂ p ਦੀ ਪਾਵਰ p ਦੀ ਪਾਵਰ 3n ਦੀ ਜਿਹੜੀ ਵੈਲਿਊ ਹੈ ਉਹ ਆਪਣੇ ਕੋਲ ਕੀ ਆਵੇਗੀ, ਮਤਲਬ ਕਹਿਣ ਦਾ ਮਤਲਬ ਇਸ ਦਾ ਆਨਸਰ ਕੀ ਆਵੇਗਾ ਉਹ ਆਵੇਗਾ ਆਪਣੇ ਕੋਲ -1 ਜਦੋਂ ਆਪਾਂ ਔਡ ਭਰਾਂਗੇ n ਨੂੰ ਇੱਥੇ ਪਾਵਰਸ ਦੇ ਐਂਗਲ ਦੇ ਵਿੱਚ। ਜਦੋਂ n ਨੂੰ ਅਸੀਂ ਈਵਨ ਸਬਸਟੀਟਿਊਟ ਕਰਾਂਗੇ ਉਦੋਂ ਸਾਡੇ ਕੋਲ p ਦੀ ਪਾਵਰ 3n ਹੈ ਜਿਹੜਾ ਉਹ ਆਪਣੇ ਕੋਲ ਕੀ ਆਵੇਗਾ ਉਹ ਆਵੇਗਾ +1 ਆਵੇਗਾ। ਤੁਸੀਂ ਕੀ ਕਰੋ ਇੱਥੇ ਈਵਨ ਵੈਲਿਊਜ਼ ਪੁੱਟ ਕਰਨੀਆਂ ਸ਼ੁਰੂ ਕਰ ਦਿਓ। ਜਦੋਂ ਤੁਸੀਂ ਈਵਨ ਵੈਲਿਊ ਪੁੱਟ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਕੀ ਆਵੇਗਾ +1 ਆਵੇਗਾ। ਜਦੋਂ ਤੁਸੀਂ ਇੱਥੇ ਔਡ ਵੈਲਿਊ ਸਬਸਟੀਟਿਊਟ ਕਰੋਗੇ ਐਂਗਲ ਦੇ ਵਿੱਚ n ਦੀ ਤਾਂ ਤੁਹਾਡੇ ਕੋਲ ਕੀ ਆਵੇਗਾ -1 ਆਵੇਗਾ। ਤਾਂ ਇੱਥੇ ਦੋ ਵੈਲਿਊਜ਼ ਆ ਰਹੀਆਂ ਨੇ ਤਾਂ ਆਪਾਂ ਦੇਖਾਂਗੇ ਆਪਸ਼ਨਸ ਦੇ ਵਿੱਚ ਸਾਨੂੰ ਦੋਨੇ ਵੈਲਿਊ ਅਲੱਗ-ਅਲੱਗ ਦੇ ਰੱਖੀਆਂ ਨੇ, ਇਸੇ ਕਰਕੇ ਆਪਣਾ ਡੀ ਆਨਸਰ ਜਿਹੜਾ ਆ ਗਿਆ ਕਰੈਕਟ ਆਵੇਗਾ 98 ਦੀ ਗੱਲ ਕਰੀਏ ਤਾਂ। ਨੈਕਸਟ ਹੈ ਜੀ ਸਾਡੇ ਕੋਲ 99th ਕੁਐਸਚਨ ਸਾਡੇ ਕੋਲ ਦੇ ਰੱਖਿਆ ਕਹਿੰਦੇ x² - 2x cos θ +1 0 ਦੇ ਬਰਾਬਰ ਦੇ ਰੱਖਿਆ ਤੇ ਫਾਈਂਡ ਕਰਨਾ x ਦੀ ਪਾਵਰ 2n - 2x ਦੀ ਪਾਵਰ n cos θ +1 ਨੂੰ। ਸੈਕਿੰਡ ਲਾਸਟ ਕੁਐਸਚਨ ਅੱਜ ਦਾ 99th ਕੁਐਸਚਨ ਇਹਦੇ ਵਿੱਚ ਸਾਨੂੰ ਕਹਿੰਦੇ ਆ ਵੀ x² - 2x cos θ +1 = 0 ਦੇ ਰੱਖਿਆ ਤੇ ਫਾਈਂਡ ਕਰਨੀ ਹੈ ਵੈਲਿਊ x ਦੀ ਪਾਵਰ 2n - 2x ਦੀ ਪਾਵਰ n cos n θ +1 ਦੀ। ਹੁਣ ਸਭ ਤੋਂ ਪਹਿਲਾਂ ਰਾਜੇ ਅਸੀਂ ਦੇਖੀਏ ਕਿ ਇਸ ਤਰ੍ਹਾਂ ਦੇ ਕੁਐਸਚਨ ਅਸੀਂ ਕੀਤੇ ਨੇ ਆਲਰੇਡੀ ਜਿਸ ਦੇ ਵਿੱਚ ਸਾਨੂੰ ਕੁਆਡਰੇਟਿਕ ਇਕੁਏਸ਼ਨ ਦੀ ਫਾਰਮ ਦੇ ਵਿੱਚ ਸਾਨੂੰ ਇਕੁਏਸ਼ਨ ਗਿਵਨ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹੁੰਦੇ ਹਾਂ ਫੈਕਟਰ ਫਾਈਂਡ ਆਊਟ ਕਰਾਂਗੇ x² - 2x cos θ +1 = 0 ਦੇ। ਤੇ ਇੱਥੇ ਸਾਡੇ ਕੋਲ ਜਿਹੜੇ ਫੈਕਟਰ ਆ ਜਾਣਗੇ ਰਾਜੇ ਮੈਂ ਡਾਇਰੈਕਟ ਲਿਖ ਰਿਹਾ cos θ + iota sin θ ਇਹ ਸਾਡੇ ਕੋਲ ਫੈਕਟਰ ਆ ਜਾਣਗੇ। ਇੱਕ ਵਾਰ ਆ ਜਾਊਗਾ cos θ + iota sin θ, ਇੱਕ ਵਾਰ ਆ ਜਾਊ cos θ - iota sin θ ਦੇ। ਹੁਣ ਜੇ ਮੈਂ ਇਸ ਇਕੁਏਸ਼ਨ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਇਸ ਇਕੁਏਸ਼ਨ 'ਚ ਮੈਨੂੰ ਇੱਕ ਤਾਂ x ਦੀ ਪਾਵਰ 2n ਦੀ ਵੈਲਿਊ ਚਾਹੀਦੀ ਹੈ, ਇੱਕ ਮੈਨੂੰ ਚਾਹੀਦੀ ਹੈ x ਦੀ ਪਾਵਰ n ਦੀ ਵੈਲਿਊ ਹੈ ਨਾ। ਤਾਂ ਦੋ ਵੈਲਿਊਜ਼ ਜੇ ਮੈਨੂੰ ਪਤਾ ਲੱਗ ਜਾਣ ਤਾਂ ਮੈਂ ਸਬਸਟੀਟਿਊਟ ਕਰਕੇ ਜਿਹੜਾ ਵੈਲਿਊ ਕੱਢ ਸਕਦਾ। ਸਭ ਤੋਂ ਪਹਿਲਾਂ ਅਸੀਂ x ਦੀ ਪਾਵਰ n ਦੀ ਵੈਲਿਊ ਦੀ ਗੱਲ ਕਰੀਏ ਤਾਂ cos θ ± iota sin θ ਦੀ ਪਾਵਰ ਸਾਡੇ ਕੋਲ ਕਿੰਨੀ ਆ ਜੂ n ਆ ਜੂ। ਜਦੋਂ ਅਸੀਂ ਇਸ ਨੂੰ ਅਲੱਗ-ਅਲੱਗ ਕਰਕੇ ਲਿਖਾਂਗੇ ਤਾਂ ਸਾਡੇ ਕੋਲ ਬਣ ਜੂ cos θ + iota sin θ ਦੀ ਪਾਵਰ n ਤੇ ਨੀਚੇ ਸੈਕਿੰਡ ਅਸੀਂ ਟਰਮ ਜਿਹੜਾ ਰੂਟ ਲਿਖ ਸਕਦੇ ਹਾਂ ਉਹ ਲਿਖ ਸਕਦੇ cos θ - iota sin θ ਦੀ ਪਾਵਰ n।
ਤੇ ਸਾਨੂੰ ਪਤਾ ਰਹੇ ਜੇ ਡੀਮੋਇਵਰਸ ਥਿਊਰਮ ਜਿਹੜੀ ਆ ਉਹ ਸਿਰਫ ਪਲੱਸ ਦੇ ਕੇਸ ਦੇ ਵਿੱਚ ਹੀ ਅਸੀਂ ਯੂਜ਼ ਕਰਦੇ ਹਾਂ ਨਾ, ਨੈਗੇਟਿਵ ਦੇ ਵਿੱਚ ਨਹੀਂ ਯੂਜ਼ ਕਰਦੇ। ਇਸੇ ਕਰਕੇ ਰਾਜੇ ਅਸੀਂ ਸਭ ਤੋਂ ਪਹਿਲਾਂ ਯੂਜ਼ ਕਰਾਂਗੇ ਉੱਪਰ ਵਾਲੇ ਟਰਮ ਵਾਸਤੇ, ਇਹਦੇ ਵਾਸਤੇ ਯੂਜ਼ ਕਰਾਂਗੇ ਕਿਉਂਕਿ ਇੱਥੇ ਡੀਮੋਇਵਰਸ ਥਿਊਰਮ ਜਿਹੜੀ ਆ ਅਪਲਾਈ ਹੋ ਜਾਂਦੀ ਹੈ। ਤਾਂ ਡੀਮੋਇਵਰਸ ਥਿਊਰਮ ਅਪਲਾਈ ਕਰਾਂਗੇ ਤਾਂ ਸਾਡੇ ਕੋਲ ਆਜੂ cos n ਥੀਟਾ ਪਲਸ ਆਇਟਾ ਸਾਈਨ n ਥੀਟਾ। cos n ਥੀਟਾ ਬਣਾਉਣ ਦੇ n ਨਾਲ ਮਲਟੀਪਲਾਈ ਕਰਨ ਦਾ ਕੀ ਕਾਰਨ ਹੈ? ਇੱਕ ਤਾਂ ਮੈਨੂੰ xn ਚਾਹੀਦਾ, ਇੱਕ ਮੈਨੂੰ cos n ਥੀਟਾ ਚਾਹੀਦਾ, ਦੋਨੇ ਹੀ ਮੇਰੀਆਂ ਟਰਮ ਇੱਥੋਂ ਮੇਰੇ ਕੋਲ ਮਿਲ ਗਈਆਂ ਮੈਨੂੰ, ਹੈ ਨਾ। ਉਸ ਤੋਂ ਬਾਅਦ ਕਿਉਂਕਿ ਰਾਜੇ ਮੈਂ ਕੀ ਕਰੂੰਗਾ, ਇਸ ਤਰ੍ਹਾਂ ਦੀ ਇਕੁਏਸ਼ਨ ਨੂੰ ਬਣਾਉਂਗਾ ਅਤੇ ਦੇਖੂੰਗਾ ਇਹਦੀ ਵੈਲਿਊ ਕਿੰਨੀ ਆ ਰਹੀ ਹੈ ਮੇਰੇ ਕੋਲ। ਇਜ਼ ਇਕੁਅਲ ਟੂ 0 ਆ ਰਿਹਾ, 1 ਆ ਰਿਹਾ, 7 ਆ ਰਿਹਾ, e ਦੀ ਪਾਵਰ x ਆ ਰਿਹਾ, ਕੀ ਆ ਰਿਹਾ, ਹੈ ਨਾ। ਤਾਂ ਉਹ ਆਪਣੇ ਕੋਲ ਕੀ ਹੋਊਗਾ, ਆਨਸਰ ਹੋਊਗਾ ਰਿਕੁਆਇਰਡ। ਤਾਂ ਮੈਂ ਇਹ ਇਕੁਏਸ਼ਨ ਹੀ ਕ੍ਰੀਏਟ ਕਰ ਰਿਹਾ ਪੂਰੀ ਦੀ ਪੂਰੀ ਆਪਣੇ ਸੋਲਿਊਸ਼ਨ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ x ਦੀ n ਦੀ ਵੈਲਿਊ ਕਿੰਨੀ ਆ ਗਈ, cos n ਥੀਟਾ ਪਲਸ ਆਇਟਾ ਸਾਈਨ n ਥੀਟਾ। ਹੁਣ ਮੈਂ ਕੀ ਕੀਤਾ, x ਦੀ ਪਾਵਰ ਮਾਈਨਸ n ਨੂੰ ਵੀ ਫਾਈਂਡ ਆਊਟ ਕਰ ਲਿਆ, ਜੋ ਸਾਡੇ ਕੋਲ ਆ ਜੂ cos n ਥੀਟਾ ਮਾਈਨਸ ਆਇਟਾ ਸਾਈਨ n ਥੀਟਾ। ਇਹ ਕਿਸ ਤਰ੍ਹਾਂ ਆਇਆ ਮਾਈਨਸ n ਦੀ ਪਾਵਰ? ਇਹ ਅਸੀਂ ਡੀਮੋਇਵਰਸ ਥਿਊਰਮ ਯੂਜ਼ ਕੀਤੀ ਹੈ। ਆਪਾਂ ਨੂੰ ਪਤਾ x ਸਾਨੂੰ ਦੇ ਰੱਖਿਆ cos ਥੀਟਾ ਪਲਸ ਆਇਟਾ ਸਾਈਨ ਥੀਟਾ, ਅਤੇ ਜਦੋਂ ਅਸੀਂ x ਦੀ ਪਾਵਰ ਮਾਈਨਸ n ਫਾਈਂਡ ਆਊਟ ਕਰਨਾ ਤਾਂ ਅਸੀਂ cos ਥੀਟਾ ਪਲਸ ਆਇਟਾ ਸਾਈਨ ਥੀਟਾ ਦੀ ਪਾਵਰ ਰੱਖ ਲਾਂਗੇ ਮਾਈਨਸ n। ਹੁਣ ਇੱਥੇ ਡੀਮੋਇਵਰਸ ਥਿਊਰਮ ਲਗਾ ਦਾਂਗੇ। ਡੀਮੋਇਵਰਸ ਥਿਊਰਮ ਦੇ ਵਿੱਚ ਸਾਨੂੰ ਇਹ ਸੀਗਾ ਕਿ ਇੱਥੇ ਪਲੱਸ ਹੋਣਾ ਚਾਹੀਦਾ, ਜ਼ਰੂਰੀ ਨਹੀਂ ਆਪਣੀ ਪਾਵਰ ਦੇ ਵਿੱਚ ਵੀ ਪਲੱਸ ਹੋਵੇ ਜਾਂ ਮਾਈਨਸ ਹੋਵੇ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਤਾਂ ਇੱਥੇ ਆਪਣੇ ਕੋਲ ਆ ਜਾਊ cos ਮਾਈਨਸ n ਥੀਟਾ ਪਲਸ ਆਇਟਾ ਸਾਈਨ ਮਾਈਨਸ n ਥੀਟਾ। ਤਾਂ ਇਹ ਆ ਜੋ ਆਪਣੇ ਕੋਲ cos n ਥੀਟਾ, ਇਹ ਆ ਜੋ ਮਾਈਨਸ ਆਇਟਾ ਸਾਈਨ n ਥੀਟਾ। ਤਾਂ ਮੈਂ ਇਸ ਤਰ੍ਹਾਂ ਜਿਹੜਾ ਹੈ ਇਹ ਵੈਲਿਊ ਲਿਖੀ ਹੈ x ਦੀ ਮਾਈਨਸ n ਦੀ ਵੈਲਿਊ। ਹੁਣ x ਦੀ n ਵੀ ਆ ਗਿਆ, x ਦੀ ਮਾਈਨਸ n ਵੀ ਆ ਗਿਆ। ਫਸਟ ਇਕੁਏਸ਼ਨ ਲਿਖ ਲਓ, ਇਹਨੂੰ ਸੈਕਿੰਡ ਲਿਖ ਲਓ ਰਾਜੇ। ਦੋਨਾਂ ਨੂੰ ਮੈਂ ਕੀ ਕਰ ਦੂੰਗਾ, ਐਡ ਕਰ ਦੂੰਗਾ, ਤਾਂ ਸਾਡੇ ਕੋਲ ਕਿੰਨਾ ਆਨਸਰ ਆਊਗਾ ਉਹ ਦੇਖਦੇ ਹਾਂ। ਸਾਡੇ ਕੋਲ ਐਡ ਕਰਨ ਤੋਂ ਬਾਅਦ ਐਡ ਕਰਤਾ ਅਗਰ ਫਸਟ ਅਤੇ ਸੈਕਿੰਡ ਨੂੰ, ਸਾਡੇ ਕੋਲ x ਦੀ n ਪਲਸ x ਦੀ ਮਾਈਨਸ n ਬਰਾਬਰ ਆ ਗਿਆ ਰਾਜੇ 2 cos n ਥੀਟਾ ਦੇ ਬਰਾਬਰ ਆ ਗਿਆ। ਹੁਣ ਮੈਂ ਕੀ ਕਰ ਸਕਦਾ, ਇਸ ਨੂੰ ਡਿਨੋਮੀਨੇਟਰ ਦੇ ਵਿੱਚ ਲੈ ਗਿਆ, ਡਿਨੋਮੀਨੇਟਰ ਦੇ ਵਿੱਚ ਲੈ ਕੇ ਉਸ ਤੋਂ ਬਾਅਦ ਮੈਂ ਕੀ ਕੀਤਾ ਰਾਜੇ, ਉਹਨੂੰ ਐਲਸੀਐਮ ਲੈ ਲਿਆ। ਤਾਂ ਆਪਣੇ ਕੋਲ ਉੱਪਰ ਬਣ ਜੂ x ਦੀ 2n ਪਲਸ 1 ਡਿਵਾਈਡਡ ਬਾਈ ਆਪਣੇ ਕੋਲ ਕੀ ਬਣ ਜੂ x ਦੀ n, ਕਿਹਦੇ ਇਕੁਅਲ ਨੇ ਇਹ 2 cos n ਥੀਟਾ ਦੇ ਬਰਾਬਰ ਨੇ। ਤਾਂ ਇੱਥੋਂ ਹੁਣ ਮੈਂ ਕੀ ਕਰੂੰਗਾ, ਕ੍ਰੋਸ ਮਲਟੀਪਲਾਈ। ਜਦੋਂ ਕ੍ਰੋਸ ਮਲਟੀਪਲਾਈ ਕੀਤੀ ਤਾਂ x ਦੀ n ਕੀ ਹੋ ਗਿਆ, ਇੱਧਰ ਆ ਕੇ ਮਲਟੀਪਲਾਈ ਹੋ ਗਿਆ, ਅਤੇ ਇਹ ਬਣ ਗਿਆ 2x ਦੀ n cos n ਥੀਟਾ। ਹੁਣ ਤੁਸੀਂ ਦੇਖੋ 2x ਦੀ n cos n ਥੀਟਾ, ਇਹ ਤਾਂ ਆਪਣੇ ਕੋਲ ਕ੍ਰੀਏਟ ਹੋ ਚੁੱਕਿਆ ਹੈ ਨਾ। ਕਿਸਦੇ ਬਰਾਬਰ ਆ ਚੁੱਕਿਆ, x ਦੀ n, x ਦੀ 2n ਪਲਸ 1 ਦੇ। ਅਤੇ ਜੇ ਮੈਂ ਇੱਥੇ ਰੀਅਰੇਂਜ ਕਰਾਂ x ਦੀ 2n ਪਲਸ 1 ਮਾਈਨਸ 2x ਦੀ n cos n ਥੀਟਾ, ਇੱਧਰ ਆ ਕੇ ਮਾਈਨਸ ਦਾ ਹੋ ਗਿਆ, ਕਾਹਦੇ ਬਰਾਬਰ ਆ ਗਏ ਜੀ, ਇਹ 0 ਦੇ ਬਰਾਬਰ ਆ ਗਿਆ। ਤਾਂ ਤੁਸੀਂ ਦੇਖੋ ਰਾਜੇ ਆਪਾਂ ਫਾਈਂਡ ਆਊਟ ਕਰਨੀ ਸੀ ਵੈਲਿਊ x ਦੀ ਪਾਵਰ 2n ਮਾਈਨਸ 2x ਦੀ ਪਾਵਰ n cos ਥੀਟਾ cos n ਥੀਟਾ ਪਲਸ 1 ਦੀ, ਅਤੇ ਅਸੀਂ ਜਿਹੜਾ ਸੋਲਿਊਸ਼ਨ ਦੇ ਵਿੱਚ ਹੀ ਉਸ ਨੂੰ ਇਕੁਏਸ਼ਨ ਨੂੰ ਕ੍ਰੀਏਟ ਕਰ ਲਿਆ, ਅਤੇ ਉਹ ਬਰਾਬਰ ਕਿਹਦੇ ਆ ਗਏ ਆਪਣੇ ਕੋਲ 0 ਦੇ। ਆਨਸਰ ਕਿੰਨਾ ਆ ਗਿਆ ਆਪਣੇ ਕੋਲ ਇੱਥੇ, ਸੀ ਆਪਸ਼ਨ ਆ ਗਿਆ। ਤਾਂ ਕੁਝ ਇਹੋ ਜਿਹੇ ਕੁਐਸਚਨ ਵੀ ਨੇ ਜਿਹੜੇ ਥੋੜ੍ਹੇ ਜਿਹੇ ਥਿਓਰਟੀਕਲ ਪੋਰਸ਼ਨ ਜ਼ਿਆਦਾ ਟੱਚ ਕਰਦੇ ਨੇ, ਤਾਂ ਇਹ 99th ਉਹਨਾਂ ਵਿੱਚੋਂ ਕੁਐਸਚਨ ਆ। 99th ਕੁਐਸਚਨ ਵਰਗੇ ਕੁਐਸਚਨ ਆਪਣੇ ਐਗਜ਼ਾਮ ਦੇ ਵਿੱਚ ਘੱਟ ਪੁੱਛੇ ਜਾਂਦੇ ਨੇ, ਲੇਕਿਨ ਇਹਦੇ ਨਾਲ ਕੰਸੈਪਟ ਜਿਹੜਾ ਸਾਡਾ ਕਲੀਅਰ ਹੁੰਦਾ ਕਿ ਕਿਸ ਤਰ੍ਹਾਂ ਕੁਐਸਚਨ ਨੂੰ ਸੋਲਵ ਕਰਨਾ ਹੈ। ਨੈਕਸਟ ਹੈ ਜੀ, ਸਾਨੂੰ ਕਹਿੰਦੇ z ਬਰਾਬਰ ਹੈ x ਪਲਸ ਆਇਟਾ y ਦੇ, ਦੈਨ ਦਾ ਇਕੁਏਸ਼ਨ ਦਿਸ ਡਜ਼ ਨਾਟ ਰਿਪਰਜੈਂਟ ਏ ਸਰਕਲ ਵੈਨ m ਇਜ਼ ਇਕੁਅਲ ਟੂ। ਇਹ ਥੋੜ੍ਹਾ ਜਿਹਾ ਡਿਫਰੈਂਟ ਕੁਐਸਚਨ ਹੈ। ਅਸਲ ਦੇ ਵਿੱਚ ਸਾਨੂੰ ਜ਼ਿਆਦਾਤਰ ਕੁਐਸਚਨ ਦੇ ਵਿੱਚ ਡੂ ਨਾਟ, ਡਜ਼ ਨਾਟ ਇਹ ਲਿਖਿਆ ਨਹੀਂ ਹੁੰਦਾ, ਸਿੱਧਾ ਲਿਖਿਆ ਹੁੰਦਾ ਰਿਪਰਜੈਂਟ ਏ ਡੈਸ਼, ਤਾਂ ਉੱਥੇ ਦੱਸਣਾ ਹੁੰਦਾ ਸਰਕਲ, ਸਟ੍ਰੇਟ ਲਾਈਨ, ਇੱਦਾਂ ਦਾ ਕੁਝ। ਪਰ ਇਹ ਕੁਐਸਚਨ ਕੀ ਹੈ, ਡਿਫਰੈਂਟ ਹੈ। ਇਹਦੇ ਵਿੱਚ ਸਾਨੂੰ ਕਹਿੰਦੇ ਵੀ ਦੱਸੋ ਵੀ ਆਹ ਜਿਹੜੀ ਸਾਡੇ ਕੋਲ ਇਕੁਏਸ਼ਨ ਦੇ ਰੱਖੀ ਹੈ ਇਹ ਰਿਪਰਜੈਂਟ ਨਹੀਂ ਕਰਦੀ ਸਰਕਲ ਨੂੰ ਜਦੋਂ m ਕਿੰਨਾ ਹੁੰਦਾ ਹੈ 1/2, 1, 2 ਜਾਂ ਫਿਰ 3। ਅੱਜ ਦਾ ਲਾਸਟ ਕੁਐਸਚਨ ਆਪਣੇ ਕੋਲ 100th ਕੁਐਸਚਨ। ਆਪਦੇ ਮਾਰਕਸ ਸ਼ੇਅਰ ਕਰਨੇ ਨੇ ਰਾਜੇ ਜਦੋਂ ਤੁਸੀਂ ਇਸ ਪੂਰੀ ਸੋਲੂਸ਼ਨ ਵੀਡੀਓ ਨੂੰ ਜਿਹੜਾ ਦੇਖ ਲੈਣਾ, ਅਤੇ ਮਾਰਕਸ ਜਿਹੜੇ ਨੇ ਤੁਸੀਂ ਸ਼ੇਅਰ ਕਰਨੇ ਨੇ ਆਊਟ ਆਫ 81, ਕਿਉਂਕਿ ਅਸੀਂ ਕਿਹਾ ਕਿ ਬਾਕੀ ਸਾਡੇ 19 ਕੁਐਸਚਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਰਿਪੀਟ ਕਰ ਲਿਆ ਅਸੀਂ। ਮੈਂ ਦੱਸ ਵੀ ਦਿੱਤਾ ਅਤੇ ਕਿਹੜੇ ਕੁਐਸਚਨ ਨੇ ਉਹ। ਹੁਣ ਆਪਾਂ ਕਰਨਾ 100th ਕੁਐਸਚਨ, ਲਾਸਟ ਕੁਐਸਚਨ ਸਾਡਾ ਅੱਜ ਦਾ। ਸਾਡਾ ਲਾਸਟ ਦਾ ਕੁਐਸਚਨ ਹੈ ਕਿ ਕਹਿੰਦੇ ਵੀ ਇਹ ਇਕੁਏਸ਼ਨ ਜਿਹੜੀ ਹੈ ਉਹ ਰਿਪਰਜੈਂਟ ਨਹੀਂ ਕਰਦੀ ਸਰਕਲ ਨੂੰ ਜਦੋਂ m ਹੁੰਦਾ ਹੈ ਸਾਡੇ ਕੋਲ ਡੈਸ਼। ਹੁਣ ਸਾਨੂੰ ਇਹ ਦੱਸਣਾ ਵੀ m ਦੀ ਵੈਲਿਊ ਕਿੰਨੀ ਹੈ, ਅਤੇ ਉਹ m ਦੀ ਵੈਲਿਊ ਜਦੋਂ ਅਸੀਂ ਸਬਸਟੀਟਿਊਟ ਕਰਾਂਗੇ ਤਾਂ ਆਪਣੇ ਕੋਲ ਸਰਕਲ ਨਹੀਂ ਆਉਣਾ ਚਾਹੀਦਾ। ਕਹਿਣ ਦਾ ਮਤਲਬ ਇਹ ਹੈ, ਸਭ ਤੋਂ ਪਹਿਲਾਂ ਸਾਨੂੰ z ਜਿਹੜਾ x ਪਲਸ ਆਇਟਾ y ਗਿਵਨ ਹੈ, ਤਾਂ ਉਹੀ ਇੱਥੇ ਸਬਸਟੀਟਿਊਟ ਕਰ ਲਾਂਗੇ। ਕਹਿੰਦੇ ਵੀ x ਪਲਸ ਆਇਟਾ y ਮਾਈਨਸ 1 ਡਿਵਾਈਡਡ ਬਾਈ x ਪਲਸ ਆਇਟਾ y ਪਲਸ 1 ਦਾ ਮੋਡੂਲਸ, ਹੈ ਨਾ। ਹੁਣ ਆਪਾਂ ਕੀ ਕੀਤਾ, ਸਭ ਤੋਂ ਪਹਿਲਾਂ ਸਪੋਜ਼ ਕਰ ਲਿੱਤਾ ਇਹਨੂੰ ਕਿਹਦੇ ਬਰਾਬਰ ਮੰਨ ਲਿਆ m ਦੇ,
के मान लो एम मान लो, लेकिन क्वेश्चन ਦੇ ਵਿੱਚ एम क्या इस करके मैं एम ਦੇ इक्वल ਮੰਨਿਆ। ਹੁਣ ਅਸੀਂ ਕਰਦੇ ਹੁੰਦੇ ਸੀ ਜੇ एम बराबर 1 है तो स्ट्रेट लाइन आऊगी, तो जे एम नॉट इक्वल टू 1 है तो ਆਪਣੇ ਕੋਲ ਕੀ ਆ ਜਾਂਦਾ ਸੀ, ਸਰਕਲ ਆ ਜਾਂਦਾ ਸੀ। ਹੁਣ ਗੱਲ ਇਹ ਹੈ ਜੇ ਇਹਨਾਂ ਨੇ ਕਿਹਾ ਵੀ ਸਰਕਲ ਨਹੀਂ ਆਉਣਾ ਚਾਹੀਦਾ, ਜੇ ਸਰਕਲ ਨਹੀਂ ਆ ਰਿਹਾ ਤਾਂ ਐਮ ਦੀ ਵੈਲਿਊ ਕਿੰਨੀ ਆ ਰਹੀ ਹੈ। ਹੁਣ ਐਮ ਦੀ ਵੈਲਿਊ ਕਿੰਨੀ ਕੋਈ ਕੁਝ ਵੀ ਹੋ ਸਕਦੀ ਹੈ, ਉਹ ਤਾਂ ਸਾਨੂੰ ਨਹੀਂ ਪਤਾ, ਤਾਂ ਅਸੀਂ ਐਮ ਨੂੰ ਐਮ ਹੀ ਲਿਖ ਲਿਆ। ਲੇਕਿਨ ਸਾਨੂੰ ਪਤਾ ਹੈ ਜ਼ੈਡ ਮਾਈਨਸ ਜ਼ੈਡ1 डिवाइडेड बाय Z माइनस Z2 ਦਾ ਮੋਡੂਲਸ ਬਰਾਬਰ ਹੁੰਦਾ ਹੈ K ਦੇ, ਜਾਂ M ਕਹਿ ਲਓ, ਇੱਕੋ ਗੱਲ ਹੈ। ਇਹ ਸਾਨੂੰ ਪੜ੍ਹੀ ਹੋਈ ਹੈ ਇਕੁਏਸ਼ਨ, ਹੈ ਨਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਰਾਜੇ ਇਸ ਕੰਸੈਪਟ ਇਸ ਕੇਸ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਸੋਲਵ ਕਰਾਂਗੇ ਇਸ ਮੋਡੂਲਸ ਨੂੰ ਸੋਲਵ ਕਰਕੇ। ਹੁਣ ਮੋਡੂਲਸ ਨੂੰ ਸੋਲਵ ਕਰਕੇ ਮੈਂ ਕੀ ਕਰ ਰਿਹਾ, ਸਭ ਤੋਂ ਪਹਿਲਾਂ ਕ੍ਰੋਸ ਮਲਟੀਪਲਾਈ ਕਰ ਰਿਹਾ। 2x ਪਲੱਸ ਆਈਟਾ ਵਾਈ ਮਾਈਨਸ 1 ਦਾ ਮੋਡ ਬਰਾਬਰ ਹੈ M x ਪਲੱਸ ਆਈਟਾ ਵਾਈ ਪਲੱਸ 1 ਦਾ ਮੋਡ। ਅਸੀਂ ਕੀ ਕਰਾਂਗੇ, 2 ਨੂੰ ਅੰਦਰ ਮਲਟੀਪਲਾਈ ਕਰ ਦਾਂਗੇ, ਸਾਡੇ ਕੋਲ ਆ ਜੋ 2x। ਮੈਂ ਨਾਲ ਕੀ ਕਰੂੰਗਾ, ਰੀਅਲ ਪਾਰਟ ਨੂੰ ਇੱਕ ਤਰਫ ਲਿਖ ਲੂੰਗਾ ਅਤੇ ਇਮੈਜਨਰੀ ਪਾਰਟ ਨੂੰ ਇੱਕ ਤਰਫ ਲਿਖ ਲੂੰਗਾ। ਦਾ ਮੋਡ ਕਿਹਦੇ ਬਰਾਬਰ ਆ ਗਿਆ ਆਪਣੇ ਕੋਲ, m x ਪਲੱਸ 1 ਪਲੱਸ ਆਈਟਾ ਵਾਈ ਦਾ ਮੋਡ। ਹੁਣ ਇੱਥੋਂ ਕੀ ਕਰਾਂਗੇ ਜੇ ਸਕੇਅਰਿੰਗ ਕਰ ਦਾਂਗੇ। ਸਕੇਅਰਿੰਗ ਕਰਨਾ ਕੀ ਹੋਊਗਾ, ਜਦੋਂ ਮੋਡ ਅਸੀਂ ਸੋਲਵ ਕਰਾਂਗੇ ਤਾਂ ਜਿਹੜਾ ਸਕੇਅਰ ਰੂਟ ਹੈ ਉਹ ਕੀ ਹੋ ਜਾਊਗਾ, ਖਤਮ ਹੋ ਜਾਊਗਾ। ਆਪਾਂ ਕੀ ਕਰਾਂਗੇ ਹੁਣ, ਸਭ ਤੋਂ ਪਹਿਲਾਂ ਮੋਡੂਲਸ ਸੋਲਵ ਕਰਾਂਗੇ। ਮੋਡੂਲਸ ਸੋਲਵ ਕਰਕੇ ਆ ਗਿਆ 2x ਮਾਈਨਸ 1 ਦਾ ਹੋਲ ਸਕੇਅਰ ਪਲੱਸ 4y ਸਕੇਅਰ, ਠੀਕ ਹੈ ਜੀ, ਬਰਾਬਰ ਹੈ ਆਪਣੇ ਕੋਲ, ਬਰਾਬਰ ਹੈ ਕਿਹਦੇ, m ਸਕੇਅਰ ਦੇ, ਅਤੇ ਨਾਲ ਹੀ ਆਪਣੇ ਕੋਲ ਕੀ ਆ ਜਾਊਗਾ x ਪਲੱਸ 1 ਦਾ ਹੋਲ ਸਕੇਅਰ ਪਲੱਸ y ਸਕੇਅਰ ਦੇ। 2x ਮਾਈਨਸ 1 ਦਾ ਹੋਲ ਸਕੇਅਰ ਜਦੋਂ ਓਪਨ ਕਰਾਂਗੇ ਸਾਡੇ ਕੋਲ ਆ ਜੂ 4x ਸਕੇਅਰ ਪਲੱਸ 1 ਮਾਈਨਸ 4x ਪਲੱਸ 4y ਸਕੇਅਰ ਇਜ਼ ਇਕਲ ਟੂ m ਸਕੇਅਰ ਇਨਟੂ x ਸਕੇਅਰ। ਮੈਂ ਨਾਲ ਹੀ ਮਲਟੀਪਲੀ ਕਰਕੇ ਅਤੇ ਬ੍ਰੈਕਟ ਨੂੰ ਓਪਨ ਕਰ ਰਿਹਾ। m ਸਕੇਅਰ x ਸਕੇਅਰ ਪਲੱਸ m ਸਕੇਅਰ y ਸਕੇਅਰ ਪਲੱਸ 2m ਸਕੇਅਰ x ਪਲੱਸ m ਸਕੇਅਰ ਦੇ, ਠੀਕ ਹੈ ਜੀ। ਅਤੇ ਮੈਂ y ਸਕੇਅਰ ਨਾਲ ਵੀ ਮਲਟੀਪਲਾਈ ਕਰ ਦਿੱਤਾ m ਨੂੰ, ਤਾਂ ਉਹ ਲਿਖ ਲਿੱਤਾ, ਮੈਂ ਸਾਰਾ ਲਿਖ ਲਿਆ ਰਾਜੇ। ਹੁਣ ਇੱਥੇ ਜਿਹੜਾ ਹੈ ਸਾਡਾ ਬਾਏ ਆਪਸ਼ਨ ਕੁਐਸਚਨ ਹੋ ਸਕਦਾ ਹੈ। ਉਹ ਬਾਏ ਆਪਸ਼ਨ ਕਿਸ ਤਰ੍ਹਾਂ, ਸਭ ਤੋਂ ਪਹਿਲਾਂ ਜੇਕਰ ਤੁਸੀਂ m ਦੀ ਜਗ੍ਹਾ 'ਤੇ m ਸਕੇਅਰ ਦੀ ਜਗ੍ਹਾ 'ਤੇ 1/2 ਪੁੱਟ ਕਰ ਦਿਓ ਇਹ ਆਪਸ਼ਨ ਦੇ ਅਕੋਰਡਿੰਗ, ਅਗਰ ਇਹ ਆਪਸ਼ਨ ਦੇ ਅਕੋਰਡਿੰਗ 1/2 ਪੁੱਟ ਕਰ ਦਿਓ ਤਾਂ ਸਾਡੇ ਕੋਲ ਜਿਹੜੀ ਇਕੁਏਸ਼ਨ ਹੈ ਉਹ ਸਰਕਲ ਦੀ ਇਕੁਏਸ਼ਨ ਨਹੀਂ ਬਚਣੀ ਚਾਹੀਦੀ। ਇਹੀ ਹੈ ਨਾ ਆਪਣਾ ਕੰਸੈਪਟ ਵੀ ਉਹ ਸਰਕਲ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ 1/2 ਪੁੱਟ ਕਰਾਂਗੇ ਇੱਥੇ ਤਾਂ ਆਪਣੇ ਕੋਲ ਬਣ ਜੂ x ਸਕੇਅਰ ਬਾਏ 4, m ਦੀ ਜਗ੍ਹਾ 'ਤੇ 1/2 ਪੁੱਟ ਕੀਤਾ ਤਾਂ ਬਣ ਜੂ x ਸਕੇਅਰ ਬਾਏ 4, ਇਹ ਬਣ ਜੂ y ਸਕੇਅਰ ਬਾਏ 4 ਸਮਥਿੰਗ ਐਲਸ, ਹੈ ਨਾ ਰਾਜੇ। ਜਦੋਂ ਆਪਣੇ ਕੋਲ ਇਸ ਤਰ੍ਹਾਂ ਦੀ ਟਰਮ ਬਣ ਜੂਗੀ ਇੱਥੇ x ਸਕੇਅਰ m ਇਹਦੇ ਬਣ ਜੂ ਇੱਦਾਂ ਦੀ ਟਰਮ ਬਣ ਜੂਗੀ x ਸਕੇਅਰ ਬਾਏ 4 ਪਲੱਸ y ਸਕੇਅਰ ਬਾਏ 4, ਪਰ ਇਹ ਜਿਹੜੇ ਆ ਆਪਣੇ ਕੋਲ x ਸਕੇਅਰ ਖਤਮ ਨਹੀਂ ਹੋਊਗਾ ਇੱਥੋਂ। ਜੇ x ਸਕੇਅਰ y ਸਕੇਅਰ ਖਤਮ ਨਹੀਂ ਹੋਊਗਾ ਤਾਂ ਇਹ ਤਾਂ ਇਕੁਏਸ਼ਨ ਆਫ ਸਰਕਲ ਹੀ ਰਹੂਗੀ। ਤਾਂ 1/2 ਅਸੀਂ ਸਬਸਟੀਟਿਊਟ ਕਰ ਹੀ ਨਹੀਂ ਸਕਦੇ। ਜੇ ਅਗਰ m ਨੂੰ 1 ਪੁੱਟ ਕਰ ਦਾਂਗੇ, m ਨੂੰ 1 ਪੁੱਟ ਕਰਨ 'ਤੇ ਸਾਡੇ ਕੋਲ ਕੀ ਆ ਜਾਊਗਾ 4x ਸਕੇਅਰ ਪਲੱਸ ਆ ਜਿਹੜੀ ਸਾਰੀ ਲੈਫਟ ਹੈਂਡ ਸਾਈਡ ਹੈ ਇਹ ਸਾਰੀ ਇਸ ਤਰ੍ਹਾਂ ਹੀ ਲਿਖੀ ਰਹੂਗੀ। ਰਾਈਟ ਹੈਂਡ ਸਾਈਡ 'ਤੇ ਜੇ ਅਗਰ ਅਸੀਂ m ਨੂੰ 1 ਪੁੱਟ ਕਰਤਾ ਤਾਂ ਸਾਡੇ ਕੋਲ ਬਣ ਜੂ x ਸਕੇਅਰ ਪਲੱਸ y ਸਕੇਅਰ ਪਲੱਸ 2x ਪਲੱਸ 1, ਹੈ ਨਾ। ਹੁਣ x ਸਕੇਅਰ ਅਤੇ 4x ਸਕੇਅਰ ਇਹ ਫੇਰ ਨਹੀਂ ਕੈਂਸਲ ਹੋਣਗੇ। ਜੇ ਕੈਂਸਲ ਨਹੀਂ ਹੋਣੇ ਤਾਂ ਇਕੁਏਸ਼ਨ ਆਫ ਸਰਕਲ ਨਹੀਂ ਖਤਮ ਹੋਣੀ। ਹੁਣ ਅਸੀਂ ਅਗਰ 2 ਪੁੱਟ ਕਰਾਂਗੇ m ਨੂੰ ਤਾਂ ਸਾਡੇ ਕੋਲ ਬਣ ਜੂਗਾ 4x ਸਕੇਅਰ ਪਲੱਸ 4y ਸਕੇਅਰ ਪਲੱਸ ਆਪਣੇ ਕੋਲ ਕਿੰਨਾ ਆ ਜੂਗਾ 8x ਪਲੱਸ 4। ਹੁਣ 4y ਸਕੇਅਰ ਅਤੇ 4x ਸਕੇਅਰ ਤਾਂ ਕੀ ਹੋ ਗਏ, ਕੈਂਸਲ ਆਊਟ ਹੋ ਗਏ, ਤਾਂ ਆਪਣੇ ਕੋਲ ਕੀ ਬਚੀਆਂ ਟਰਮਸ, ਇਕੁਏਸ਼ਨ ਆਫ ਸਟ੍ਰੇਟ ਲਾਈਨ ਬਚ ਗਈ। ਤਾਂ ਇਸ ਲਈ m ਜਦੋਂ 2 ਪੁੱਟ ਕਰਾਂਗੇ ਤਾਂ ਆਪਣੇ ਕੋਲ ਕੀ ਬਣੂਗੀ, ਇਕੁਏਸ਼ਨ ਆਫ ਸਟ੍ਰੇਟ ਲਾਈਨ ਬਣੂਗੀ, ਜੋ ਕਿ ਇਕੁਏਸ਼ਨ ਆਫ ਸਰਕਲ ਨਹੀਂ ਹੈ। ਤਾਂ ਇਸ ਤਰ੍ਹਾਂ ਤੁਸੀਂ ਰਾਜੇ ਫਿਲ ਨਹੀਂ ਕਰਨ ਬੈਠ ਜਾਣਾ। ਇੱਕ ਇਹਦਾ ਮੈਥਡ ਹੋਰ ਕੀ ਹੈ, ਅਸੀਂ ਕੰਪੇਅਰ ਕਰ ਸਕਦੇ ਦੋਨਾਂ ਸਾਈਡ 'ਤੇ। ਜਦੋਂ ਅਸੀਂ ਕੰਪੇਅਰ ਕਰਾਂਗੇ x ਸਕੇਅਰ ਦੇ ਨਾਲ ਕੀ ਲੱਗਿਆ ਹੋਇਆ m ਸਕੇਅਰ, ਇੱਧਰ x ਸਕੇਅਰ ਦੇ ਨਾਲ ਲੱਗਿਆ 4, ਤਾਂ m ਸਕੇਅਰ ਕਿੰਨਾ ਆ ਗਿਆ 4, ਇੱਥੋਂ m ਕਿੰਨਾ ਆ ਗਿਆ ਆਪਣੇ ਕੋਲ 2 ਆ ਗਿਆ। ਤਾਂ ਇੱਦਾਂ ਵੀ ਅਸੀਂ ਸੋਲਵ ਕਰ ਸਕਦੇ ਹਾਂ ਕਿ ਆਪਣਾ ਆਨਸਰ ਕਿੰਨਾ ਆ ਗਿਆ C। ਤਾਂ ਇਹ ਸੀਗੀ ਆਪਣੇ ਕੋਲ ਸੋਲਿਊਸ਼ਨ ਵੀਡੀਓ। ਤਾਂ ਸੋਲਿਊਸ਼ਨ ਵੀਡੀਓ ਹੁਣ ਤੁਹਾਡੇ ਨੰਬਰ ਜਿਹੜੇ ਨੇ ਤੁਹਾਨੂੰ ਪਤਾ ਲੱਗ ਚੁੱਕੇ ਨੇ ਕਿੰਨੇ ਬਣਦੇ ਨੇ। ਆਪਦੇ ਨੰਬਰ ਜਿਹੜੇ ਨੇ ਜ਼ਰੂਰ ਸ਼ੇਅਰ ਕਰਨੇ। ਮੈਂ ਟੈਲੀਗ੍ਰਾਮ ਚੈਨਲ ਦੇ ਉੱਪਰ ਜਿਹੜਾ ਵਟਸਐਪ ਦਾ ਜਿਹੜਾ ਗਰੁੱਪ ਹੈ ਸਾਡਾ ਉਹਦਾ ਲਿੰਕ ਸ਼ੇਅਰ ਕਰ ਦਿੱਤਾ, ਤੁਸੀਂ ਉਸ ਨੂੰ ਜੁਆਇਨ ਕਰੋ ਅਤੇ ਮੈਨੂੰ ਆਪਣੇ ਨੰਬਰ ਜ਼ਰੂਰ ਸ਼ੇਅਰ ਕਰੋ। ਅਤੇ ਜਿਨ੍ਹਾਂ ਨੇ ਹਜੇ ਐਗਜ਼ਾਮ ਨਹੀਂ ਦਿੱਤਾ 100 ਮਾਰਕਸ ਵਾਲਾ MCQs ਟੈਸਟ ਨੇ, ਤਾਂ ਜੋ ਕਿ ਹੁਣ ਸਾਡਾ 81 ਦਾ ਰਹਿ ਗਿਆ, ਨੈਕਸਟ ਟਾਈਮ ਤੋਂ ਮੈਂ ਧਿਆਨ ਰੱਖੂੰਗਾ ਰਾਜੇ। ਤਾਂ ਇਹ ਜ਼ਰੂਰ ਦਿਓ ਅਤੇ ਮੇਰੇ ਨਾਲ ਨੰਬਰ ਸ਼ੇਅਰ ਕਰੋ ਤਾਂ ਕਿ ਰਾਜੇ ਤੁਹਾਡੀ ਜਿਹੜੀ ਆ ਪ੍ਰੈਕਟਿਸ ਹੋ ਸਕੇ। ਇਹ ਤੁਹਾਡੇ ਲਈ ਹੋ ਰਿਹਾ। ਤਾਂ ਕੁਝ ਵੀ ਡਾਊਟ ਹੋਵੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਦੇ ਰਹੋ। ਧੰਨਵਾਦ।